ਅਸੀਂ ਅਕਸਰ ਬਹੁਤ ਸਾਰੇ ਆਗੂਆਂ ਨੂੰ ਸਿਆਸੀ ਬਿਆਨਬਾਜ਼ੀ ਕਰਦੇ ਸੁਣਦੇ ਹਾਂ, ਬਹੁਤ ਸਾਰੀਆਂ ਟਿੱਪਣੀਆਂ ਕਰਦੇ ਸੁਣਦੇ ਹਾਂ, ਪਰ ਕਦੇ ਉਹਨਾਂ ਦੀ ਜ਼ਿੰਦਗੀ ਬਾਰੇ ਗੱਲ ਨਹੀਂ ਕਰਦੇ। ਇਹਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਹੈ, ਜਦੋਜਹਿਦ ਹੈ। ਮੇਰੇ ਘਰ ਵਿੱਚ ਜਿੱਦਾਂ ਦੀ ਗਰੋਥ ਸੀਗੀ, ਉਹ ਬੇਸਿਕਲੀ ਮੇਰੇ ਪਿਤਾ ਜੀ ਬਹੁਤ ਬੇਬਾਕ, ਬਹੁਤ ਨਿਡਰ ਬੰਦੇ ਸੀਗੇ। ਉਹਨਾਂ ਨੇ ਬਹੁਤ ਲੰਬਾ ਅਰਸਾ ਜੇਲ੍ਹਾਂ ਕੱਟੀਆਂ। ਜਿੰਨੀ ਪੜ੍ਹਾਈ ਮੈਂ ਕਰ ਸਕਦਾ ਸੀ ਜਾਂ ਕਰਨਾ ਚਾਹੁੰਦਾ ਸੀ, ਆਈ ਕੁਡ ਨਾਟ ਕੰਪਲੀਟ ਬਿਕੋਜ਼ 80 ਦੇ ਦਹਾਕੇ ਵਿੱਚ ਆਣ ਕੇ ਬਹੁਤ ਸਟਰਗਲ ਹੋ ਗਈ ਸੀਗੀ, ਬਹੁਤ ਜਦੋਜਹਿਦ ਹੋਣ ਲੱਗ ਗਈ। ਹਾਂ, ਮੇਰੇ ਪਿਤਾ ਜੀ ਨੇ ਬਹੁਤ ਲੰਬੀਆਂ ਜੇਲ੍ਹਾਂ ਕੱਟੀਆਂ ਨੇ। ਸੋ ਉਹ ਸਟਰਗਲ ਦੇ ਪੀਰੀਅਡ ਕਰਕੇ ਮੇਰੀ ਰਿਸਪੌਂਸਿਬਿਲਿਟੀ ਬਹੁਤ ਜ਼ਿਆਦਾ ਵੱਧ ਗਈ, ਮੈਨੂੰ ਉੱਥੇ ਪਿੰਡ ਰਹਿਣਾ ਪਿਆ। ਸਟਰਗਲ ਬੜੀ ਰਹਿੰਦੀ ਉਸ ਟਾਈਮ ਦੇ ਵਿੱਚ ਜਦੋਂ ਫਾਦਰ ਤੁਹਾਡੇ ਕੋਲ ਨਾ ਹੋਣ। ਬਾਦਲ ਸਾਹਿਬ ਝੂਠ ਬੋਲਦੇ ਨੇ, ਸੁਖਬੀਰ ਬਾਦਲ, ਕਿ ਜੀ ਇਹ ਮੰਡੇਲਾ, ਨੈਲਸਨ ਮੰਡੇਲਾ ਪੰਜਾਬ ਦਾ। ਜਿਹੜਿਆਂ ਨੂੰ ਬਣੀ ਬਣਾਈ ਰੋਟੀ ਮਿਲ ਗਈ, ਜਿੱਦਾਂ ਸੁਖਬੀਰ ਬਾਦਲ। ਕਿਸ ਤਰੀਕੇ ਨਾਲ ਸਿਆਸਤ ਹੁੰਦੀ ਹੈ, ਕਿਉਂਕਿ ਅੱਜ ਦੇ ਹਾਲਾਤਾਂ ਦੀ ਅਸੀਂ ਗੱਲ ਕਰੀਏ, ਸਿਆਸਤ ਦਾ ਮਿਆਰ ਬੜਾ ਅਲੱਗ ਤਰੀਕੇ ਦਾ ਹੋ ਗਿਆ ਤੇ ਅਲੱਗ ਤਰੀਕੇ ਨਾਲ ਹੇਠਾਂ ਵੀ ਡਿੱਗਿਆ ਹੈਗਾ। 77 ਉਹ ਛੋਟਾ ਸੀ ਬਹੁਤ, ਲੇਕਿਨ 80-85 ਤੇ ਮੈਨੂੰ ਬੜੀ ਅੱਛੀ ਤਰ੍ਹਾਂ ਯਾਦ ਆ। ਯਕੀਨ ਕਰਨਾ, ਐਵੇਂ 2-3-4 ਲੱਖ ਰੁਪਏ 'ਚ ਇਲੈਕਸ਼ਨ ਲੜੀ ਜਾਂਦੀ। ਤੇ ਹੁਣ ਕੀ ਹੋ ਰਿਹਾ ਕਿ ਹੁਣ ਜੇ ਤੁਹਾਨੂੰ ਫਰਜ਼ ਕਰੋ ਐਮਐਲਏ ਬਣਨਾ ਸੀ, ਤੁਹਾਨੂੰ 2-3 ਕਰੋੜ ਰੁਪਈਆ ਚਾਹੀਦਾ ਵਾ, ਤੇ ਕਿਹੜਾ ਐਮਐਲਏ ਆ ਜਿਹੜਾ ਹਰ ਇਲੈਕਸ਼ਨ 2-3 ਕਰੋੜ ਰੁਪਇਆ ਕੋਲੋਂ ਲਾਊਗਾ? ਹੁਣ ਤਾਂ ਸਰਪੰਚ ਹੀ ਲੱਖਾਂ 'ਚ ਪਹੁੰਚੀ ਹੋਈ ਹੈ ਐਮਐਲਏ ਤੇ। ਮੈਂ ਕਹਿੰਦਾ ਜੀ, ਇਸੇ ਕਰਕੇ ਪੋਲਿਟਿਕਸ ਹੈਜ਼ ਬਿਕਮ ਅ ਪ੍ਰੋਫੈਸ਼ਨ। ਤਾਈਆਂ ਨੇ ਪਹਿਲੀ ਵਾਰ ਬਾਦਲ ਨੂੰ ਪ੍ਰੈਜ਼ੀਡੈਂਟ ਬਣਾਇਆ। ਮੈਂ ਸਮਝਦਾ ਸਾਡਾ ਬਲੰਡਰ ਸੀਗਾ, ਉਹਨੂੰ ਪ੍ਰਧਾਨ ਬਣਾਇਆ ਸ਼੍ਰੋਮਣੀ ਅਕਾਲੀ ਦਲ ਦਾ। ਔਰ ਉਸ ਤੋਂ ਬਾਅਦ ਜਿੱਦਾਂ ਪਹਿਲਾਂ ਤੁਹਾਨੂੰ ਕਿਹਾ ਕਿ ਉਹਨੇ ਹਮੇਸ਼ਾ ਦਿਲ 'ਚ ਖਾਰ ਰੱਖੀ ਸੀਗੀ ਕਿ ਇਹਨਾਂ ਨੂੰ ਕਿਸੇ ਤਰੀਕੇ ਨਾਲ ਆਈਸੋਲੇਟ ਕਰਨਾ। ਉਦੋਂ ਤੱਕ ਹਾਲਾਤ ਇਹ ਸੀਗੇ ਕਿ ਉਦੋਂ ਮੇਰੇ ਲਈ ਅਕਾਲੀ ਦਲ ਦੇ ਦਰਵਾਜ਼ੇ ਬੰਦ ਸੀ। ਅਸੀਂ ਜਿਹੜੀ ਪਹਿਲੀ ਇਲੈਕਸ਼ਨ ਮੈਂ ਲੜੀ 1997 'ਚ, ਮੈਂ 28,000 ਵੋਟ ਤੇ ਹਾਰਿਆ। ਫਿਰ ਅਗਲੀ ਇਲੈਕਸ਼ਨ ਫਿਰ ਲੜੀ 2002 'ਚ, ਫਿਰ ਹਾਰ ਗਿਆ 11,000 ਤੇ। ਬਸ ਉਸ ਤੋਂ ਬਾਅਦ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਜਿੱਤੇ ਰਹੇ, ਬਿਕੋਜ਼ ਮੈਂ ਆਪਣਾ ਕੰਮ ਠੀਕ ਕਰਦਾ ਰਿਹਾ। ਬੜੀ ਅਹਿਮ ਚੀਜ਼ ਹੈ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਥੋੜਾ ਜਿਹਾ, ਕਿ ਕਦੇ ਮੌਕਾ ਨਹੀਂ ਮਿਲਿਆ ਕਿ ਸਰਕਾਰੀ ਤੰਤਰ ਦੇ ਵਿੱਚ ਰਹਿ ਕੇ ਕੰਮ ਕਰਨ ਦਾ ਮੌਕਾ ਮਿਲੇ। ਇਹਦੇ ਵਿੱਚ ਬਹੁਤ ਜ਼ਿਆਦਾ ਸਟਰਗਲ ਹੈ, ਜਦੋਜਹਿਦ ਹੈ। ਮੇਰੇ ਘਰ ਵਿੱਚ ਜਿੱਦਾਂ ਦੀ ਗਰੋਥ ਸੀਗੀ, ਉਹ ਬੇਸਿਕਲੀ ਮੇਰੇ ਪਿਤਾ ਜੀ ਬਹੁਤ ਬੇਬਾਕ, ਬਹੁਤ ਨਿਡਰ ਬੰਦੇ ਸੀਗੇ। ਉਹਨਾਂ ਨੇ ਬਹੁਤ ਲੰਬਾ ਅਰਸਾ ਜੇਲ੍ਹਾਂ ਕੱਟੀਆਂ। ਰਾਜ ਦਾ ਲਾਲਚ ਤਾਂ ਉਹਨਾਂ ਨੂੰ ਜ਼ਿਆਦਾ ਕਰਨਗੇ ਨਾ ਜਿਨ੍ਹਾਂ ਨੇ ਕੋਈ ਵਪਾਰ ਬਣਾਉਣੇ ਨੇ, ਇੰਡਸਟਰੀ ਬਣਾਉਣੀ। ਸਾਡਾ ਟੀਚਾ ਹੀ ਨਹੀਂਗਾ। ਤਾਂ ਇੱਕ ਦੌਰ ਇਦਾਂ ਦਾ ਵੀ ਆਇਆ ਕਿ ਜੇਲ੍ਹ ਵੀ ਜਾਣਾ ਪਿਆ। ਇੱਥੇ ਈਡੀ ਦਾ ਰੇਡ ਚੱਲ ਰਿਹਾ ਸੀ ਅੰਦਰ, ਤੇ ਮੈਂ ਆਹ ਗੇਟ ਤੇ, ਪਿੱਛੇ ਗੇਟ ਹੋਇਆ ਤੁਹਾਨੂੰ ਦਿਸ ਰਿਹਾ ਹੋਊਗਾ, ਇਸੇ ਗੇਟ ਤੇ ਆਣ ਕੇ ਉਹ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮੈਂ ਉਹਨਾਂ ਨੂੰ ਪਰੇ ਕੀਤਾ। ਮੈਂ ਆਣ ਕੇ ਬਾਹਰ ਇੱਥੇ ਕਹਿਤਾ ਸੀਗਾ ਕਿ ਇਹ ਸਾਰਾ ਫਰਾਡ ਹੈ। ਤੇ ਮੈਂ ਉਹ ਜੇਲ੍ਹ ਦੀ ਅੰਦਰਲੀ ਜ਼ਿੰਦਗੀ ਕਿਹੋ ਜਿਹੀ ਰਹੀ ਹੈ ਸੁਖਪਾਲ ਸਿੰਘ? ਸੀਗਾ ਐਵੇਂ ਲੋਕੀ ਰੋਂਦੇ ਨੇ। ਕਹਿੰਦੇ ਕਿ ਜਿੱਦਾਂ ਜੇਲ੍ਹਾਂ ਦੇ ਵਿੱਚੋਂ ਫੋਨ ਆਉਂਦੇ ਆ, ਜੇਲ੍ਹਾਂ ਦੇ ਵਿੱਚ ਨਸ਼ਾ ਚੱਲ ਰਿਹਾ ਹੈਗਾ, ਜੇਲ੍ਹਾਂ ਦੇ ਵਿੱਚ ਹਾਲਾਤ ਬੜੇ ਮਾੜੇ ਨੇ। ਇਹ ਰੌਲਾ ਹੋਊਗਾ, ਪਰ ਮੈਂ ਜ਼ਿਆਦਾ, ਮੈਨੂੰ ਮਿਕਸ ਨਹੀਂ ਸੀ। ਉਹ ਡਰਦੇ ਸੀਗੇ, ਅਲੱਗ ਰੱਖਿਆ ਸੀ। ਹਾਂ, ਅਲੱਗ ਰੱਖਦੇ ਸੀ। ਨਵਜੋਤ ਸਿੰਘ ਸਿੱਧੂ ਨੂੰ ਵੀ ਉਸੇ ਜਗ੍ਹਾ ਤੇ ਰੱਖਿਆ ਸੀ ਜਿੱਥੇ ਮੈਨੂੰ ਰੱਖਿਆ ਸੀ। ਕਿਵੇਂ ਇਹਨਾਂ ਦੀ ਜ਼ਿੰਦਗੀ ਤੁਹਾਨੂੰ ਪ੍ਰਭਾਵਿਤ ਕਰਦੀ ਹੈਗੀ? ਇਹ ਜਿਹੜਾ ਇਹਨਾਂ ਦਾ ਇੱਕ ਨਿਡਰਤਾ ਹੈ, ਫੀਅਰਲੈਸਨੈਸ ਹੈ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹਨੂੰ ਫੋਲੋ ਕਰਨਾ ਚਾਹੁੰਦਾ। ਸਤਿ ਸ਼੍ਰੀ ਅਕਾਲ ਦੋਸਤੋ, ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਸਫਰੇ ਜ਼ਿੰਦਗੀ ਲੈ ਕੇ ਹਾਜ਼ਰ ਹਾਂ। ਦੋਸਤੋ, ਇਸ ਪ੍ਰੋਗਰਾਮ ਦੇ ਜ਼ਰੀਏ ਕੋਸ਼ਿਸ਼ ਕਰ ਰਹੇ ਹਾਂ ਤਮਾਮ ਉਹਨਾਂ ਆਗੂਆਂ ਦੀ ਜ਼ਿੰਦਗੀ ਬਾਰੇ ਜਾਣਨ ਦੀ ਜਿਨ੍ਹਾਂ ਨੇ ਇੱਕ ਲੰਮਾ ਸਮਾਂ ਤੈਅ ਕੀਤਾ ਤੇ ਕਿਸ ਤਰੀਕੇ ਨਾਲ ਉਹਨਾਂ ਦਾ ਇਹ ਸਫ਼ਰ ਰਿਹਾ, ਕਿਸ ਤਰੀਕੇ ਨਾਲ ਉਤਾਰ ਚੜ੍ਹਾਅ ਰਹੇ। ਬਹੁਤ ਸਾਰੀਆਂ ਚੀਜ਼ਾਂ ਨੇ। ਅਸੀਂ ਅਕਸਰ ਬਹੁਤ ਸਾਰੇ ਆਗੂਆਂ ਨੂੰ ਸਿਆਸੀ ਬਿਆਨਬਾਜ਼ੀ ਕਰਦੇ ਸੁਣਦੇ ਹਾਂ, ਬਹੁਤ ਸਾਰੀਆਂ ਟਿੱਪਣੀਆਂ ਕਰਦੇ ਸੁਣਦੇ ਹਾਂ, ਪਰ ਕਦੇ ਉਹਨਾਂ ਦੀ ਜ਼ਿੰਦਗੀ ਬਾਰੇ ਗੱਲ ਨਹੀਂ ਕਰਦੇ ਕਿ ਉਹਨਾਂ ਦਾ ਇਹ ਸਫ਼ਰ ਕਿਹੋ ਜਿਹਾ ਰਿਹਾ ਹੈਗਾ। ਅੱਜ ਸਾਡੇ ਨਾਲ ਸੁਖਪਾਲ ਸਿੰਘ ਖਹਿਰਾ ਰਹਿਣਗੇ। ਬੇਬਾਕ ਆਗੂ ਨੇ, ਲੰਮੇ ਸਮੇਂ ਤੋਂ ਆਪਣੀ ਬੇਬਾਕੀ ਦੇ ਕਰਕੇ ਜਾਂਦੇ ਨੇ ਤੇ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਹੋਈਆਂ। ਅੱਜ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ, ਸਮਝਾਂਗੇ ਕਿ ਉਹਨਾਂ ਦਾ ਇਹ ਸਫ਼ਰ ਕਿਹੋ ਜਿਹਾ ਰਿਹਾ। ਸਰ, ਬਹੁਤ ਬਹੁਤ ਸਵਾਗਤ ਤੁਹਾਡਾ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਖਹਿਰਾ ਸਾਹਿਬ, ਜ਼ਿੰਦਗੀ ਦਾ ਕਿਉਂਕਿ ਇੱਕ ਲੰਮਾ ਤਜਰਬਾ ਹੋ ਗਿਆ ਤੁਹਾਨੂੰ ਸਿਆਸਤ ਦੇ ਵਿੱਚ, ਫਾਦਰ ਸਾਹਿਬ ਤੋਂ ਗੁੜਤੀ ਮਿਲੀ, ਪਰ ਨਾਲ ਦੀ ਨਾਲ ਜਦੋਂ ਅਸੀਂ ਤੁਹਾਡੇ ਸਫ਼ਰ ਦੀ ਵੀ ਗੱਲ ਕਰਦੇ ਹਾਂ, ਬੜੇ ਉਤਾਰ ਚੜ੍ਹਾਅ ਰਹੇ ਨੇ। ਹਾਂਜੀ, ਇਹ ਸਫ਼ਰ ਕਿਹੋ ਜਿਹਾ ਰਿਹਾ ਤੁਹਾਡਾ? ਦੇਖੋ, ਜਿਹੜਾ ਮੇਰਾ ਪੋਲੀਟੀਕਲ ਕਰੀਅਰ ਆ, ਮੈਂ ਫਾਰਮਲੀ 1997 'ਚ ਸ਼ੁਰੂ ਕੀਤਾ ਸੀਗਾ। ਹੁਣ ਆਲਮੋਸਟ 25 ਸਾਲ ਦਾ ਮੇਰਾ ਕਰੀਅਰ ਹੋ ਗਿਆ ਪੋਲੀਟੀਕਲ। ਇਲੈਕਸ਼ਨਸ ਲੜੀਆਂ। ਇਹਦੇ 'ਚ ਬਹੁਤ ਜ਼ਿਆਦਾ ਸਟਰਗਲ ਹੈ, ਜਦੋਜਹਿਦ ਹੈ। ਤੇ ਹਾਲੇ ਤੱਕ 25 ਸਾਲਾਂ ਵਿੱਚ ਮੈਂ ਕਦੀ ਵੀ ਫਾਰਮਲੀ ਆਪ ਕਿਸੇ ਸਰਕਾਰੀ ਕਿਸੇ ਮਤਲਬ ਉਹਦਾ ਹਿੱਸਾ ਨਹੀਂ ਬਣ ਸਕਿਆ, ਕਿਸੇ ਮੈਕੈਨਿਜ਼ਮ ਦਾ। ਪਰ ਜਿੱਦਾਂ ਕਹਿੰਦੇ ਹੁੰਦੇ ਕਿ ਵਾਹਿਗੁਰੂ ਨੇ ਜੇ ਸਟਰਗਲ ਦਿੱਤੀ ਆ ਰਸਤੇ 'ਚ, ਤੇ ਉਹਨਾਂ ਨੇ ਉਦਾਂ ਦੀ ਸਪਿਰਿਟ ਵੀ ਨਾਲ ਦੇ ਦਿੱਤੀ।
ਔਰ ਇਹਦੇ 'ਚ ਇਸ ਸਪਿਰਿਟ ਵਿੱਚ ਪਿੱਛੇ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਸਵਰਗਵਾਸੀ, ਉਹਨਾਂ ਦਾ ਬਹੁਤ ਵੱਡਾ ਰੋਲ ਆ। ਕਿਉਂਕਿ ਆਮ ਤੌਰ ਤੇ ਤੁਸੀਂ ਦੇਖੋਗੇ ਕਿ ਬੱਚਾ ਉਹੀ ਸਿੱਖਦਾ ਜੋ ਉਹਦੇ ਘਰ ਵਿੱਚ ਜਿੱਦਾਂ ਦੇ ਸੰਸਕਾਰ ਹੁੰਦੇ ਨੇ, ਜਿੱਦਾਂ ਦੇ ਉਹਦੇ ਮਾਤਾ ਪਿਤਾ ਦਾ ਉੱਠਣਾ ਬਹਿਣਾ, ਗੱਲਬਾਤ ਕਰਨੀ, ਜੋ ਵੀ ਤੁਹਾਨੂੰ, ਕਿਉਂਕਿ ਜਿਹੜੀਆਂ ਇਹ ਤਾਲੀਮ ਹੈ ਨਾ, ਇਹ ਦੋ ਤਰ੍ਹਾਂ ਦੀ ਆ। ਇੱਕ ਤਾਂ ਜਿਹੜੀ ਆਪਾਂ ਫਾਰਮਲ ਐਜੂਕੇਸ਼ਨ ਲੈਂਦੇ ਸਕੂਲਾਂ 'ਚੋਂ, ਤੁਸੀਂ ਰੱਟਾ ਮਾਰ ਕੇ ਵੀ ਪਾਸ ਕਰ ਸਕਦੇ, ਡਿਗਰੀ ਵੀ ਲੈ ਸਕਦੇ, ਨੌਕਰੀ ਵੀ ਲੈ ਸਕਦੇ ਆ। ਇੱਕ ਹੈਗੀ ਇਨਫਾਰਮਲ ਐਜੂਕੇਸ਼ਨ, ਜਦੋਂ ਤੁਸੀਂ ਬਿਲਕੁਲ ਛੋਟੇ ਹੁੰਦੇ ਹੋ, ਤੁਸੀਂ ਆਪਣੇ ਘਰ 'ਚੋਂ ਜਿੱਦਾਂ ਦਾ ਮਾਹੌਲ ਤੁਹਾਡੇ ਘਰ ਵਿੱਚ ਵਾਤਾਵਰਨ ਹੈ ਤੁਹਾਡੇ, ਉੱਦਾਂ ਦੇ ਤੁਸੀਂ ਜਿਹੜਾ ਹੈ ਉਹ ਆਪ ਮੁਹਾਰੇ ਹੋ ਜਾਂਦੇ ਆ। ਨਹੀਂ, ਉਸ ਤਰ੍ਹਾਂ ਦੀ ਤੁਹਾਡੀ ਗਰੋਥ ਹੁੰਦੀ ਹੈ। ਸੋ ਮੇਰੇ ਘਰ ਵਿੱਚ ਜਿੱਦਾਂ ਦੀ ਗਰੋਥ ਸੀਗੀ, ਉਹ ਬੇਸਿਕਲੀ ਮੇਰੇ ਪਿਤਾ ਜੀ ਬਹੁਤ ਬੇਬਾਕ, ਬਹੁਤ ਨਿਡਰ ਬੰਦੇ ਸੀਗੇ। ਉਹਨਾਂ ਨੇ ਬਹੁਤ ਲੰਬਾ ਅਰਸਾ ਜੇਲ੍ਹਾਂ ਕੱਟੀਆਂ ਨੇ। ਸੋ ਉਹਨਾਂ ਤੋਂ ਜਿੱਦਾਂ ਦਾ ਉਹਨਾਂ ਦਾ ਸੁਭਾਅ ਸੀਗਾ, ਉਹ ਕਹਿਣ ਦੀ ਪੜ੍ਹਾਉਣ ਦੀ ਲੋੜ ਨਹੀਂ ਹੁੰਦੀ, ਉੱਦਾਂ ਦਾ ਹੀ ਸੁਭਾਅ ਤਕਰੀਬਨ ਮੇਰਾ ਉਹ ਡਿਵੈਲਪ ਹੋਇਆ। ਖੈਰਾ ਸਾਹਿਬ, ਜੇ ਤੁਹਾਡੇ ਬਚਪਨ ਦੀ ਗੱਲ ਕਰੀਏ, ਬਚਪਨ ਕਿੱਥੇ ਬੀਤਿਆ, ਤੇ ਐਜੂਕੇਸ਼ਨ ਦੀ ਅਸੀਂ ਗੱਲ ਕਰੀਏ, ਪੜ੍ਹਾਈ ਦੀ ਗੱਲ ਕਰੀਏ, ਪੜ੍ਹਾਈ ਤੁਹਾਡੀ ਕਿੱਥੇ ਹੋਈ ਹੈ? ਇਸ ਤਰ੍ਹਾਂ ਸੀਗਾ ਕਿ ਮੇਰੇ ਪਿਤਾ ਜੀ ਨਾ 1970 ਦੇ ਕਰੀਬ ਤੱਕ ਉਹ ਅੰਮ੍ਰਿਤਸਰ ਡੀਐਸਪੀ ਦੇ ਵਜੋਂ ਤਾਇਨਾਤ ਸੀਗੇ। ਮੇਰਾ ਬਰਥ ਅੰਮ੍ਰਿਤਸਰ ਵਿੱਚ ਹੋਇਆ ਵਾ, ਔਰ ਉਸ ਤੋਂ ਬਾਅਦ ਜਿਹੜੀ ਸ਼ੁਰੂਆਤੀ ਪੜ੍ਹਾਈ ਸੀ ਬਿਲਕੁਲ, ਉਹ ਵੀ ਮੇਰੀ ਅੰਮ੍ਰਿਤਸਰ 'ਚ ਸ਼ੁਰੂ ਹੋਈ। ਬਟ ਦੈਨ ਬਾਏ ਅਬਾਊਟ 1972 'ਚ ਉਹਨਾਂ ਨੇ ਆਪਣੀ ਡੀਐਸਪੀ ਦੀ ਜੌਬ ਰਿਜ਼ਾਈਨ ਕਰਤੀ ਸੀ, ਛੱਡਤੀ ਸੀ, ਕਿਉਂਕਿ ਉਸ ਵੇਲੇ ਸੰਤ ਫਤਿਹ ਸਿੰਘ ਤੇ ਜਸਟਿਸ ਗੁਰਨਾਮ ਸਿੰਘ, ਜਿਹੜੇ ਫਾਰਮਰ ਚੀਫ ਮਿਨਿਸਟਰ ਸੀਗੇ, ਉਹਨਾਂ ਨੇ ਮੇਰੇ ਪਿਤਾ ਜੀ ਨੂੰ ਪ੍ਰੇਰ ਕੇ ਤੇ ਅਕਾਲੀ ਦਲ ਵਿੱਚ ਪੋਲਿਟਿਕਸ ਵਿੱਚ ਜੁਆਇਨ ਕੀਤਾ ਕਿ ਇਲੈਕਸ਼ਨ ਲੜਨੀ ਆ, ਤੂੰ ਇੱਕ ਪੜ੍ਹਿਆ ਲਿਖਿਆ ਨੌਜਵਾਨ ਆ। ਔਰ ਉਹਨਾਂ ਨੇ ਉਦੋਂ ਫਿਰ ਡੀਐਸਪੀ ਦੀ ਨੌਕਰੀ ਜਦੋਂ ਰਿਜ਼ਾਈਨ ਕੀਤੀ, ਫਿਰ ਉਹਨਾਂ ਨੂੰ ਕੁਦਰਤੀ ਪਿੰਡ ਸ਼ਿਫਟ ਕਰਨਾ ਪਿਆ। ਔਰ ਪਿੰਡਾਂ ਦੇ ਵਿੱਚ ਉਸ ਵੇਲੇ ਐਜੂਕੇਸ਼ਨ ਦੀਆਂ ਓਪਰਚੁਨਿਟੀਜ਼ ਬਹੁਤ ਘੱਟ ਸੀਗੀਆਂ। ਸੋ ਜਦੋਂ ਉਹ 72 'ਚ ਪਿੰਡ ਆ ਗਏ, ਉਸ ਤੋਂ ਬਾਅਦ ਇੱਕ ਅੱਧਾ ਸਾਲ ਮੈਂ ਜਲੰਧਰ ਫਿਰ ਥੋੜ੍ਹਾ ਬਹੁਤਾ ਅਪ ਡਾਊਨ ਕਰਨਾ ਪਿੰਡੋਂ, ਬਿਕੋਜ਼ ਅਸੀਂ ਸ਼ਹਿਰ 'ਚ ਨਹੀਂ ਸੀ ਰਹਿੰਦੇ। ਉਸ ਤੋਂ ਬਾਅਦ ਉਹਨਾਂ ਨੇ ਫਿਰ ਮੈਨੂੰ ਹੋਸਟਲ 'ਚ ਪਾ ਦਿੱਤਾ। ਮੈਂ ਬਿਸ਼ਪ ਕਾਟਨ ਚਲੇ ਗਿਆ ਸੀ 1974 'ਚ, ਕਸ਼ਮੀਰ, ਹਿਮਾਚਲ ਦੇ ਵਿੱਚ। ਕਾਫੀ ਪੁਰਾਣਾ ਸਕੂਲ ਹੈ, 150 ਸਾਲ ਤੋਂ ਪੁਰਾਣਾ ਸਕੂਲ ਹੈ, ਆਲ ਬॉयਜ਼ ਸਕੂਲ ਸੀਗਾ। ਤਾਂ ਫਿਰ ਉਸ ਸਕੂਲ 'ਚ ਮੈਂ ਆਪਣੀ ICSE ਜਿਹੜੀ ਸੀ ਉਹ ਮੈਂ ਪਾਸ ਆਊਟ ਕੀਤੀ ਹੈ। ਔਰ ਉਸ ਤੋਂ ਬਾਅਦ ਕਾਲਜ ਜਿਹੜਾ ਸੀਗਾ ਉਹ ਚੰਡੀਗੜ੍ਹ 'ਚ ਕੀਤਾ। ਪਰ ਜਿੰਨੀ ਪੜ੍ਹਾਈ ਮੈਂ ਕਰ ਸਕਦਾ ਸੀ ਜਾਂ ਕਰਨਾ ਚਾਹੁੰਦਾ ਸੀ, ਆਈ ਕੁਡ ਨਾਟ ਕੰਪਲੀਟ, ਬਿਕੋਜ਼ 80 ਦੇ ਦਹਾਕੇ ਵਿੱਚ ਆਣ ਕੇ ਬਹੁਤ ਸਟਰਗਲ ਹੋ ਗਈ ਸੀਗੀ, ਬਹੁਤ ਜਦੋਜਹਿਦ ਹੋਣ ਲੱਗ ਗਈ, ਹਾਲਾਤ ਖਰਾਬ ਹੋ ਗਏ, ਧਰਮ ਯੁੱਧ ਮੋਰਚਾ, ਐਮਰਜੈਂਸੀ ਤਾਂ 75 'ਚ ਲੱਗ ਗਈ ਸੀਗੀ। ਤਾਂ ਮੇਰੇ ਪਿਤਾ ਜੀ ਉਹ ਸਾਰੇ ਮੂਵਮੈਂਟਾਂ ਦੇ ਵਿੱਚ ਬਹੁਤ ਜ਼ਬਰਦਸਤ ਸੀਗੇ। ਔਰ 80 ਤੋਂ ਸ਼ੁਰੂਆਤ ਵਿੱਚ ਫਿਰ ਉਹ ਉਸ ਵਕਤ ਅਕਾਲੀ ਲੀਡਰਸ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਡਿਟੇਨ ਕਰਦੇ ਸੀ। ਪੂਰੇ 1 ਸਾਲ ਦੀ ਡਿਟੈਂਸ਼ਨ ਹੁੰਦੀ ਸੀ, ਫਾਰ ਆਫ ਪਲੇਸਿਸ, ਪੰਜਾਬ 'ਚ ਨਹੀਂ, ਪੰਜਾਬ ਤੋਂ ਬਾਹਰ। ਹਾਂ, ਮੇਰੇ ਪਿਤਾ ਜੀ ਨੇ ਬਹੁਤ ਲੰਬੀਆਂ ਜੇਲ੍ਹਾਂ ਕੱਟੀਆਂ ਨੇ। ਇੱਕ ਅਗਰਤਲਾ ਜੇਲ੍ਹ ਆ ਤ੍ਰਿਪੁਰਾ ਸਟੇਟ 'ਚ, ਵੈਸਟ ਬੰਗਾਲ ਦੇ ਨਾਲ, ਮੈਂ ਹੁਣ ਇੱਕੋ ਵਾਰੀ ਮੁਲਾਕਾਤ ਕੀਤੀ, ਪੂਰੇ 365 ਦਿਨ ਉੱਥੇ ਕੱਟੀ। ਉਸ ਤੋਂ ਇਲਾਵਾ ਹਜ਼ਾਰੀਬਾਗ ਜੇਲ੍ਹ, ਉੱਥੇ ਵੀ ਗਿਆ ਸੀ ਮੈਂ, ਕਿਉਂਜਰ ਜੇਲ੍ਹ ਉੜੀਸਾ 'ਚ, ਫਤਿਹਪੁਰ ਸਿਕਰੀ ਯੂਪੀ ਦੇ ਵਿੱਚ, ਦਿੱਲੀ ਤਿਹਾੜ ਜੇਲ੍ਹ ਬਹੁਤ ਰਹੇ ਨੇ, ਅੰਬਾਲੇ ਦੀ ਜੇਲ੍ਹ 'ਚ, ਬੁੜੈਲ ਜੇਲ੍ਹ ਚੰਡੀਗੜ੍ਹ, ਪੰਜਾਬ ਦੀਆਂ ਤਕਰੀਬਨ ਸਾਰੀਆਂ ਜੇਲ੍ਹਾਂ ਵਿੱਚ। ਸੋ ਉਹ ਸਟਰਗਲ ਦੇ ਪੀਰੀਅਡ ਕਰਕੇ ਮੇਰੀ ਰਿਸਪੌਂਸਿਬਿਲਿਟੀ ਬਹੁਤ ਜ਼ਿਆਦਾ ਵੱਧ ਗਈ, ਮੈਨੂੰ ਉੱਥੇ ਪਿੰਡ ਰਹਿਣਾ ਪਿਆ। ਤੇ ਬਲਕਿ ਮੇਰੇ ਜਿਹੜੀਆਂ 2 ਭੈਣਾਂ ਦੀ ਸ਼ਾਦੀ, ਉਹ ਜਦੋਂ ਮੇਰੇ ਪਿਤਾ ਜੀ ਨਜ਼ਰਬੰਦ ਸੀ, ਜੇਲ੍ਹ ਸੀ, ਉਦੋਂ ਹੋਈਆਂ ਨੇ, ਉਹਨਾਂ ਦੀ ਗੈਰ ਹਾਜ਼ਰੀ 'ਚ ਹੋਈਆਂ। ਉਹਦੇ ਵਿੱਚ ਵੀ ਮੇਰਾ ਰੋਲ ਸੁਭਾਵਕ ਬਣ ਗਿਆ ਸੀਗਾ। ਸੋ ਆਈ ਕੁਡ ਨਾਟ ਕੰਪਲੀਟ ਦੈਟ ਪ੍ਰੋਪਰ ਐਜੂਕੇਸ਼ਨ ਵਿਚ ਆਈ ਵਾਂਟਿਡ ਟੂ। ਤਾਂ ਉਦੋਂ ਫਿਰ ਮੈਂ, ਐਂਡ ਦੈਟ ਇਜ਼ ਇਨ ਫੈਕਟ ਹਾਊ ਆਈ ਗੋਟ ਕੈਟਾਪੁਲਟਡ ਇਨਟੂ ਪੋਲਿਟਿਕਸ। ਮੇਰਾ ਬਿਲਕੁਲ ਰੁਝਾਨ ਨਹੀਂ ਸੀਗਾ, ਤੇ ਮੇਰਾ ਮਨ ਸੀਗਾ ਕਿ ਮੈਂ ਪੜ੍ਹ ਕੇ ਜਿੱਦਾਂ ਆਮ ਸਿਸਟਮ ਹੁੰਦਾ ਕਿ ਜਾਂ ਕੋਈ ਆਪਣਾ ਕੰਮ ਕਰਾਂਗੇ ਜਾਂ ਕੋਈ ਕੰਪੀਟੀਸ਼ਨ ਵਿੱਚ ਤਿਆਰੀ ਕਰਕੇ ਬੰਦਾ ਵੱਡੇ ਰੈਂਕ ਪ੍ਰਾਪਤ ਕਰਨਾ। ਬਿਕੋਜ਼ ਮੇਰੇ ਪਿਤਾ ਜੀ ਡੀਐਸਪੀ ਦੀ ਜੌਬ ਕਰਕੇ ਛੱਡੀ ਸੀ, ਹਾਲਾਂਕਿ ਮੈਨੂੰ ਉਹਨਾਂ ਨੇ ਰੋਕਿਆ ਸੀਗਾ ਕਿ ਨੌਕਰੀ ਨਹੀਂ ਕਰਨੀ, ਕਿਉਂਕਿ ਨੌਕਰੀ ਅੱਜ ਦੇਸ਼ ਵਿੱਚ ਗੁਲਾਮੀ ਹੈ, ਇਹ ਉਹਨਾਂ ਨੇ ਮੇਰੇ ਦਿਮਾਗ 'ਚ ਇਨਫਿਊਜ਼ ਕੀਤਾ ਸੀਗਾ। ਸੋ ਜਦੋਂ ਉਹ ਗੈਰ ਹਾਜ਼ਰ ਰਹੇ, ਲੰਬੀਆਂ ਡਿਟੈਂਸ਼ਨਸ ਰਹੀਆਂ, ਜੇਲ੍ਹਾਂ ਵਿੱਚ ਰਹੇ, ਤੇ ਮੈਨੂੰ ਪਿੰਡ ਵਿੱਚ ਆਪਣੇ ਹਲਕੇ ਦੇ ਵਿੱਚ ਰਹਿਣਾ ਪਿਆ, ਮੇਰਾ ਤਾਲਮੇਲ ਵਧਣ ਲੱਗ ਗਿਆ ਲੋਕਾਂ ਨਾਲ। ਪਰ ਇਹ ਸਟਰਗਲ ਬੜੀ ਰਹਿੰਦੀ ਉਸ ਟਾਈਮ ਦੇ ਵਿੱਚ, ਜਦੋਂ ਫਾਦਰ ਤੁਹਾਡੇ ਕੋਲ ਨਾ ਹੋਣ ਤਾਂ ਤੁਹਾਡੇ ਉੱਪਰ ਸਾਰੀ ਪਰਿਵਾਰ ਦੀ ਵੀ ਜ਼ਿੰਮੇਵਾਰੀ ਆ ਜਾਂਦੀ ਉਸ ਹਿਸਾਬ ਨਾਲ। ਬੜਾ ਸਟਰਗਲ ਟਾਈਮ ਹੁੰਦਾ ਵਾ। ਬਾਹਰੋਂ ਦੇਖੋ ਲੋਕਾਂ ਨੂੰ ਐਂ ਲੱਗਦਾ ਦੇਖਣ ਨੂੰ ਕਿ ਬੜੇ ਜੀ ਐਜੂਕੇਸ਼ਨ ਮਿਨਿਸਟਰ ਰਹੇ ਜੀ, ਇਦਾਂ ਨਹੀਂ ਹੁੰਦਾ। ਜਿਹੜਾ ਅਸਲ ਜਿਹੜਾ ਪੀਰੀਅਡ ਆ ਲਾਈਫ ਦਾ, ਜਿਹੜਾ ਉਹਨਾਂ ਦਾ ਪ੍ਰਾਈਮ ਟਾਈਮ ਸੀਗਾ, ਉਹ ਉਹਨਾਂ ਨੇ ਜੇਲ੍ਹਾਂ 'ਚ ਹੀ ਕੱਟਿਆ। ਬਾਦਲ ਸਾਹਿਬ ਝੂਠ ਬੋਲਦੇ ਨੇ, ਸੁਖਬੀਰ ਬਾਦਲ, ਕਿ ਜੀ ਇਹ ਮੰਡੇਲਾ, ਨੈਲਸਨ ਮੰਡੇਲਾ ਪੰਜਾਬ ਦਾ। ਉਹਨਾਂ ਨੂੰ ਵੱਧ ਜੇਲ੍ਹ ਮੇਰੇ ਪਿਤਾ ਜੀ ਨੇ ਕੱਟੀ ਆ, ਧਰਮ ਯੁੱਧ ਮੋਰਚਾ ਜਾਂ ਹੋਰ ਉਸ ਸਮੇਂ ਦੇ ਮੋਰਚੇ ਤੋਂ ਇਲਾਵਾ ਵੀ ਮੇਰੇ ਪਿਤਾ ਜੀ ਨੂੰ, ਬਿਕੋਜ਼ ਉਹ ਥੋੜ੍ਹੇ ਗਰਮ ਖਿਆਲੀ ਸੀਗੇ, ਉਹਨਾਂ ਨੂੰ ਨੈਸ਼ਨਲ ਸਿਕਿਉਰਿਟੀ ਐਕਟ ਵਿੱਚ ਆਫਟਨ ਡਿਟੇਨ ਕੀਤਾ। ਸਭ ਤੋਂ ਜ਼ਿਆਦਾ ਅਕਾਲੀ ਦਲ ਵਿੱਚ ਅਗਰ ਜੇਲ੍ਹ ਕੱਟੀ ਤਾਂ ਜਥੇਦਾਰ ਗੁਰਚਰਨ ਸਿੰਘ ਟੌੜਾ ਜੀ ਨੇ ਕੱਟੀ, ਕਿਉਂਕਿ ਜੋਧਪੁਰ ਲਗਾਤਾਰ 2.5 ਸਾਲ ਦੇ ਕਰੀਬ ਜੇਲ੍ਹ 'ਚ ਨਜ਼ਰਬੰਦ ਰਹੇ ਸੀਗੇ।
ਮੇਰੇ ਉਸ ਤੋਂ ਬਾਅਦ ਜੇ ਕਿਸੇ ਨੇ ਹੋਰ ਜੇਲ੍ਹ ਕੱਟੀ ਅਕਾਲੀ ਦਲ ਵਿੱਚ ਤੇ ਉਹ ਮੇਰੇ ਪਿਤਾ ਜੀ ਨੇ ਕੱਟੀ। ਇਹ ਸਾਰੇ ਅਕਾਲੀ ਰੈਂਕ ਸਫਾਵਾਂ ਵਿੱਚ ਇਹ ਗੱਲ ਦਾ ਸਾਰੀ ਦਾ ਪਤਾ। ਸੋ ਉਹਨਾਂ ਦੀ ਗੈਰ ਹਾਜ਼ਰੀ 'ਚ ਮੈਂ ਬਿਲਕੁਲ ਹੀ ਛੋਟਾ ਸੀਗਾ, ਐਡੀ ਰਿਸਪੌਂਸਿਬਿਲਿਟੀ ਔਰ ਹਾਲਾਤ ਬੜੇ ਖਰਾਬ ਸੀਗੇ ਸਾਰਾ। ਮਤਲਬ ਵੈਨ ਆਈ ਐਮ ਟਾਕਿੰਗ ਅਬਾਊਟ ਸਟਰਗਲ ਇਟ ਸਟਾਰਟਸ ਫਰਮ 75। 19 ਮਹੀਨੇ ਤਾਂ ਉਹਨਾਂ ਨੇ ਸਿੱਧੀ ਜੇਲ੍ਹ ਫਿਰੋਜ਼ਪੁਰ ਵਿੱਚ ਕੱਟੀ ਸੀਗੀ। ਉਦੋਂ ਵੀ ਉੱਥੇ ਉਹਨਾਂ ਦੀ ਜੇਲ੍ਹ ਵਿੱਚ ਉਸ ਵੇਲੇ ਜਥੇਦਾਰ ਗੁਰਚਰਨ ਸਿੰਘ ਟੌੜਾ ਨਾਲ ਸੀਗੇ। ਮੈਂ ਬਿਲਕੁਲ ਹੀ ਛੋਟਾ ਜਿਹਾ ਸੀਗਾ ਤੇ ਮੈਂ ਆਪਣੇ ਮਦਰ ਦੇ ਨਾਲ ਉਹਨਾਂ ਨੂੰ ਮਿਲਣ ਜਾਣਾ। ਮੈਨੂੰ ਯਾਦ ਹੈ ਚੰਗੀ ਤਰ੍ਹਾਂ ਜਦੋਂ ਆਪਣੇ ਪਿੰਡੋਂ ਅਸੀਂ ਜਾਣਾ ਤੇ ਉਦੋਂ ਜਿਹੜਾ ਸੀਗਾ ਸਤਲੁਜ ਦਾ ਪੁਲ ਸੀ ਨਾ ਜਿੱਥੇ ਸੁਲਤਾਨਪੁਰ ਲੋਧੀ ਤੋਂ ਅੱਗੇ ਟੱਪ ਕੇ, ਉਹ ਕਾਵਾਂ ਦਾ ਪੱਤਣ ਕਹਿੰਦੇ ਸੀ ਸ਼ਾਇਦ, ਉਹਦੇ ਤੇ ਸੜਕ ਵੀ ਸੀ ਤੇ ਨਾਲ ਹੀ ਰੇਲ ਟਰੈਕ ਸੀ। ਹਾਂ, ਸਮਝ ਗਏ, ਇੱਕੋ ਹੀ ਪੁਲ ਸੀਗਾ। ਤੇ ਉਧਰੋਂ ਅਸੀਂ ਮੁਲਾਕਾਤ ਕਰਕੇ ਟਾਈਮ ਸਿਰ ਵਾਪਸ ਪਿੰਡ ਮੁੜਨਾ। ਉਹ 6 ਵਜੇ ਪੁਲ ਬੰਦ ਕਰ ਦਿੰਦੇ ਸੀ ਫॉर ਟ੍ਰੈਫਿਕ। ਤੇ ਵੀ ਹੈਡ ਟੂ ਬੀ ਮਤਲਬ ਜਾਣਾ, ਮਿਲਣਾ, ਬੈਠਣਾ, ਆਉਣਾ। ਸੋ ਇੱਦਾਂ ਦੇ ਹਾਲਾਤ ਮੈਂ ਬਹੁਤ ਜ਼ਿੰਦਗੀ ਦੇਖੇ। ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜਾ ਹੁਣ ਜਿਹੜਾ ਮੇਰੇ ਹਿੱਸੇ ਵੀ ਸਟਰਗਲ ਆ ਰਹੀ ਹੈ ਤਾਂ ਉਹਨੂੰ ਫੇਸ ਕਰਨ ਦੀ ਜਿਹੜੀ ਚੁਣੌਤੀ ਜਿਹੜੀ ਉਸ ਨੂੰ ਫੇਸ ਕਰਨ ਦੀ ਜਿਹੜੀ ਸਮਰੱਥਾ ਸੀਗੀ, ਉਹ ਸਾਰਾ ਆਪਣਾ ਮੈਂ ਘਰ ਦਾ ਵਾਤਾਵਰਨ ਦੇਖਿਆ, ਸਟਰਗਲ ਦੇਖਿਆ। ਆਪਣੇ ਘਰ ਵਿੱਚ ਪੁਲਿਸ ਬਹੁਤ ਵੱਡੇ ਪੈਮਾਨੇ ਤੇ ਆਉਂਦੀ ਦੇਖੀ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ। ਔਰ ਇੰਨਾ ਮੁਸ਼ਕਿਲ ਹਾਲਾਤਾਂ 'ਚ ਬੰਦਾ ਥੋੜਾ ਜਿਹਾ ਕੀ ਕਹਿੰਦੇ ਹੁੰਦੇ ਕਿ ਪੱਕ ਜਾਂਦਾ ਵਾ। ਉਹ ਬਿਲਕੁਲ ਜਦੋਂ ਅੱਗ ਲੱਗਦੀ ਬੰਦਾ ਸੇਕ ਲੱਗ ਕੇ ਪੱਕਦਾ। ਇਹ ਆਮ ਪੋਲੀਟੀਕਲ ਘਰਾਂ 'ਚ ਨਹੀਂ ਇਦਾਂ ਹੋਇਆ। ਖੈਰ ਸਾਹਿਬ ਇੱਕ ਬੜੀ ਅਹਿਮ ਚੀਜ਼ ਹੈ, ਕਈਆਂ ਨੂੰ ਬਣੀ ਬਣਾਈ ਰੋਟੀ ਮਿਲ ਗਈ ਜਿੱਦਾਂ ਸੁਖਬੀਰ ਬਾਦਲ। ਹੀ ਡਿਡ ਨਥਿੰਗ ਜਸਟ ਬਿਕੋਜ਼ ਬਾਦਲ ਸਾਹਿਬ ਚੀਫ ਮਿਨਿਸਟਰ ਬਣ ਗਏ ਔਰ ਸਾਰਾ ਕੁਝ ਮਿਲ ਗਿਆ। ਕਈਆਂ ਚਲੋ ਆਪਣੇ ਸਟਾਰਸ ਹੁੰਦੇ ਨੇ। ਮੇਰਾ ਸਾਰਾ ਜ਼ਿੰਦਗੀ ਦਾ ਜਿਹੜਾ ਪੀਰੀਅਡ ਹੈਗਾ ਵਾ ਉਹ ਜਦੋਜਹਿਦ ਦਾ ਵਾ। ਖੈਰ ਸਾਹਿਬ ਤੁਹਾਡੇ ਪਰ ਮੈਨੂੰ ਕਦੀ ਕੋਈ ਇਸ ਗੱਲ ਦਾ ਕੋਈ ਮੈਨੂੰ ਮਲਾਲ ਨਹੀਂਗਾ। ਮਲਾਲ ਨਹੀਂ, ਬਹੁਤ ਕੁਝ ਸਿੱਖਦਾ ਬੰਦਾ ਇਹਨਾਂ ਚੀਜ਼ਾਂ ਤੋਂ। ਜਦੋਂ ਅਸੀਂ ਤੁਹਾਡੀ ਗੱਲ ਕਰੀਏ, ਫਾਦਰ ਜਾਨੀ ਕਿ ਜੁਆਇੰਟ ਫੈਮਿਲੀ ਸੀ ਕਿਦਾਂ ਤੁਸੀਂ? ਮੇਰੇ ਦਾਦਾ ਜੀ ਵੀ ਇਕੱਲੇ ਸੀ ਜੀ। ਸਾਡਾ ਜਿਹੜਾ ਅਸਲ ਪਿੰਡ ਹੈਗਾ ਵਾ ਉਹਦਾ ਨਾਮ ਰਾਮਗੜ੍ਹ ਹੈਗਾ। ਸਾਡੇ 2 ਪਿੰਡ ਨੇ ਐਕਚੁਅਲੀ, ਇੱਕ ਰਾਮਗੜ੍ਹ ਹੈ, ਇੱਕ ਪਿੱਛੇ ਨਾਲ ਹੀ ਸਾਡੇ ਪਿੰਡ ਤੋਂ 1.5 ਕਿਲੋਮੀਟਰ ਦੂਰ ਕਰੋ ਫਲਾਈਟ ਤੇ ਸ਼ੇਰ ਸਿੰਘ ਵਾਲਾ ਵਾ। ਤੋਂ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਕਪੂਰਥਲਾ ਸਟੇਟ ਵਿੱਚ ਕਿਸੇ ਬਹਾਦਰੀ ਵਿੱਚ ਉਸ ਵਕਤ ਦੇ ਮਹਾਰਾਜਾ ਰਾਜੇ ਦੀ ਜਾਨ ਬਚਾਉਣ ਵਿੱਚ ਉਹਨਾਂ ਨੂੰ ਇਹ 2 ਪਿੰਡਾਂ ਦਾ ਰਕਬਾ ਮਿਲਿਆ ਸੀ। ਸੋ ਸਾਡਾ ਜਿਹੜਾ ਸਾਰਾ ਬਾਕੀ ਦਾ ਖਾਨਦਾਨ ਹੈ, ਪਰਿਵਾਰ ਆ, ਉਹ ਇਹਨਾਂ ਦੋਨਾਂ ਪਿੰਡਾਂ ਵਿੱਚ ਰਹਿੰਦਾ, ਹਲੇ ਵੀ ਰਹਿੰਦੇ ਨੇ। ਹੁਣ ਤਾਂ ਚਲੋ ਬਾਹਰ ਚਲੇ ਗਏ ਨੇ। ਸੋ ਮੇਰੇ ਦਾਦਾ ਜੀ ਵੀ ਇਕੱਲੇ ਸੀਗੇ ਤੇ ਮੇਰੇ ਪਿਤਾ ਜੀ ਵੀ ਇਕੱਲੇ ਸੀਗੇ, ਮੈਂ ਵੀ ਇਕੱਲਾ ਵਾਂ ਤੇ ਮੇਰਾ ਬੇਟਾ ਵੀ ਇਕੱਲਾ ਵਾ। ਤੁਹਾਡੇ ਤੋਂ ਇਲਾਵਾ ਤੁਹਾਡੀਆਂ ਸਿਸਟਰਸ? ਹਾਂ, ਵੱਡਾ ਪਰਿਵਾਰ ਸੀਗਾ। ਬਿਕੋਜ਼ ਮੈਂ ਉਸ ਵਕਤ ਥੋੜਾ ਜਿਹਾ ਰਿਵਾਜ ਸੀਗਾ ਕਿ ਮੁੰਡਾ ਹੋਣਾ ਚਾਹੀਦਾ ਪਰਿਵਾਰ। ਤਾਂ ਮੇਰੇ 6 ਭੈਣਾਂ ਨੇ ਮੇਰੇ ਤੋਂ ਵੱਡੀਆਂ। ਮੇਰਾ ਜਨਮ ਲੋਹੜੀ ਵਾਲੇ ਦਿਨ ਹੋਇਆ ਵਾ। ਸੋ ਇਸ ਕਰਕੇ ਜਿੱਦਾਂ ਕਹਿੰਦੇ ਕਿ ਉਦੋਂ ਚਲੋ ਹੁਣ ਤਾਂ ਬੜਾ ਹਾਲਾਤ ਬਦਲੇ ਹੋਏ ਨੇ। ਉਸ ਵੇਲੇ ਥੋੜਾ ਜਿਹਾ ਹਰ ਇੱਕ ਪਰਿਵਾਰ ਦਾ ਸੀਗਾ ਕਿ ਇੱਕ ਲੜਕਾ ਜ਼ਰੂਰ ਹੋਣਾ ਚਾਹੀਦਾ ਟੂ ਕੈਰੀ ਫਾਰਵਰਡ ਦ ਲੈਗੇਸੀ। ਭੈਣਾਂ ਦੀਆਂ ਦੁਆਵਾਂ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਦਾ ਜਨਮ ਹੋਇਆ। ਹਾਂਜੀ। ਖਹਿਰਾ ਸਾਹਿਬ ਬੜੀ ਅਹਿਮ ਚੀਜ਼ ਹੈ ਜਿਹੜਾ ਤੁਸੀਂ ਟਨਿਓਰ ਦੀ ਗੱਲ ਕਰਦੇ ਆ, 80 ਦੇ ਦਹਾਕੇ ਦੀ ਅਸੀਂ ਗੱਲ ਕਰ ਲਈ ਜਾਂ 70 ਦੇ ਦਹਾਕੇ ਦੀ ਗੱਲ ਕਰ ਲਈਏ, ਬੜਾ ਔਖਾ ਟਾਈਮ ਸੀਗਾ। ਇਹ ਤੁਸੀਂ ਇਸ ਨੂੰ ਕਿਸ ਤਰੀਕੇ ਨਾਲ ਦੇਖਿਆ? ਕਿਉਂਕਿ ਤੁਹਾਡੇ ਫਾਦਰ ਨੇ ਤਾਂ ਸਟਰਗਲ ਕੀਤੀ, ਉਹਨਾਂ ਨੇ ਤਾਂ ਜੇਲ੍ਹਾਂ ਦੇ ਵਿੱਚ ਕੱਟੀਆਂ ਸਮਾਂ, ਪਰ ਇਹ 84 ਵਾਲਾ ਸਮਾਂ ਵੀ ਤੁਹਾਡੇ ਅੱਖਾਂ ਦੇ ਸਾਹਮਣੇ ਹੋਇਆ। ਤੁਸੀਂ 75 ਦੀ ਵੀ ਜ਼ਿਕਰ ਕਰਦੇ ਹੋ। ਇਹ ਤੁਸੀਂ ਆਪਣੇ ਸਮੇਂ ਤੇ ਕਿਸ ਤਰੀਕੇ ਨਾਲ ਦੇਖ ਰਹੇ ਸੀ ਇਸ ਸਮੇਂ ਨੂੰ? ਦੇਖੋ, ਇੱਕ ਤਾਂ ਮੈਂ ਕਹਿਣਾ ਚਾਹੁੰਦਾ ਕਿ ਸਮਾਂ ਬਹੁਤ ਡਰਾਵਣਾ ਵੀ ਸੀਗਾ, ਬੜਾ ਮਤਲਬ ਕਿ ਔਖਾ ਸਮਾਂ ਸੀ ਪੰਜਾਬ ਦੇ ਵਾਸਤੇ, ਇਕੱਲੇ ਸਾਡੇ ਵਾਸਤੇ ਨਹੀਂ, ਸਾਰਿਆਂ ਵਾਸਤੇ ਸੀਗਾ। ਪਰ ਇਹਦੇ 'ਚ ਕਿੱਦਾਂ ਸੀਗਾ ਕਿ ਮੇਰੇ ਮਦਰ ਬਹੁਤ ਸਟਰੋਂਗ ਪਰਸਨੈਲਿਟੀ ਸੀ। ਅੱਜ ਉਹ ਵੀ ਹੈ ਨਹੀਂ ਗੇ, ਮੋਹਿੰਦਰ ਕੌਰ ਜੀ। ਤਾਂ ਮੈਂ ਮਤਲਬ ਉਹਨਾਂ ਤੋਂ ਵੀ ਬਹੁਤ ਮੈਨੂੰ ਸਿੱਖਿਆ ਮਿਲੀ। ਉਹ ਬਹੁਤ ਧਾਰਮਿਕ ਸੀਗੇ। ਉਹਨਾਂ ਨੇ ਜਦ ਤੱਕ ਮੈਂ ਵੱਡਾ ਨਹੀਂ ਹੋਇਆ ਪੂਰਾ ਮਤਲਬ ਮੇਜਰ, ਉਦੋਂ ਤਾਈਂ ਮੇਰੇ ਵਾਸਤੇ ਉਹਨਾਂ ਨੇ ਇੱਕ ਪਾਠ ਆਪਣੇ ਲਈ ਕਰਦੇ ਸੀ ਜਪਜੀ ਸਾਹਿਬ ਦਾ, ਇੱਕ ਮੇਰੇ ਹਿੱਸੇ ਦਾ ਕਰਦੇ ਸੀ। ਚਲੋ ਮੈਂ ਥੋੜ੍ਹਾ ਨਲਾਇਕ ਹਾਂ, ਹਲੇ ਵੀ ਮੈਂ ਨਹੀਂ ਕਰ ਸਕਦਾ ਪ੍ਰੋਪਰਲੀ, ਲੇਕਿਨ ਉਹਨਾਂ ਨੇ ਜਦ ਤੱਕ ਉਹਨਾਂ ਦੀ ਹੋਸ਼ ਰਹੀ ਹੈ, ਉਹਨਾਂ ਨੇ ਇਹ ਇੱਕ ਪਾਠ ਆਪਣੇ ਲਈ ਤੇ ਇੱਕ ਪਾਠ ਮੇਰੇ ਵਾਸਤੇ ਕਰਦੇ ਰਹੇ। ਸੋ ਇਸ ਕਰਕੇ ਇਹ ਸਾਰੀ ਅਪਬ੍ਰਿੰਗਿੰਗ ਜਿਹੜੀ ਸੀਗੀ ਉਹਦੇ ਪਿੱਛੇ ਇੱਕ ਠੋਸ ਜਿਹੜਾ ਸੀਗਾ ਮਤਲਬ ਨਜ਼ਰੀਆ ਸੀ ਜ਼ਿੰਦਗੀ ਦਾ ਕਿ ਆਪਾਂ ਘਬਰਾਉਣਾ ਨਹੀਂਗਾ, ਡਰਨਾ ਨਹੀਂ। ਔਰ ਮੇਰੇ ਡੈਡ ਥੋੜ੍ਹਾ ਜਿਹਾ ਸ਼ੁਰੂ ਤੋਂ ਹੀ ਉਹਨਾਂ ਨੇ ਜਦੋਂ ਮੈਨੂੰ ਮਤਲਬ ਮੈਂ ਹੋਸਟਲ 'ਚ ਪੜ੍ਹ ਕੇ ਆਉਣਾ ਆਪਣੇ ਪਿੰਡ ਛੁੱਟੀਆਂ ਵਾਸਤੇ, ਤੇ ਉਹਨਾਂ ਨੇ ਬੜੇ ਬਿਜ਼ੀ ਰਹਿੰਦੇ ਸੀਗੇ ਬਿਕੋਜ਼ ਉਦੋਂ ਬਹੁਤ ਕਾਨਫਰੰਸਿਸ, ਬਹੁਤ ਮਤਲਬ ਮੀਟਿੰਗਾਂ, ਇਲੈਕਸ਼ਨਾਂ, ਬਹੁਤ ਕੁਛ ਸੀਗਾ। ਪਰ ਥੋੜ੍ਹਾ ਸਮਾਂ ਉਹਨਾਂ ਨੇ ਮੇਰੇ ਲਈ ਕੱਢ ਕੇ ਰਾਤ ਨੂੰ ਮੈਨੂੰ ਨਾਲ ਪਾ ਲੈਣਾ ਤੇ ਮੈਨੂੰ ਪਿਆਰ ਨਾਲ ਹੱਥ ਫੇਰਨਾ ਤੇ ਮੈਨੂੰ ਕਹਿਣਾ ਕਿ 3-4 ਗੱਲਾਂ ਜ਼ਰੂਰ ਕਹੀਆਂ ਉਹਨਾਂ ਨੇ ਕਿ ਇੱਕ ਤਾਂ ਸੁਖਪਾਲ ਡਰਨਾ ਨਿਗਾ ਜ਼ਿੰਦਗੀ, ਕਿਉਂਕਿ ਜਦੋਂ ਤੁਸੀਂ ਡਰ ਜਾਂਦੇ ਹੋ ਫਿਰ ਤੁਸੀਂ ਬਹੁਤ ਕੁਝ ਕੰਪਰੋਮਾਈਜ਼ ਕਰਦੇ ਹੋ। ਇੱਕ ਵੱਡਾ ਮਤਲਬ ਸਭ ਤੋਂ ਵੱਡਾ ਫੈਕਟਰ ਜਿਹੜਾ ਉਹਨਾਂ ਨੇ ਇਨਗ੍ਰੇਨ ਕੀਤਾ ਮੇਰੇ ਦਿਮਾਗ ਜਿੱਦਾਂ ਆਪਾਂ ਡਰਿਲ ਕਰ ਦਿੰਦੇ ਨੇ, ਇੱਕ ਉਹਨਾਂ ਨੇ ਕਿਹਾ ਕਿ ਸੱਚ ਬੋਲਣਾ ਵਾ, ਇੱਕ ਉਹਨਾਂ ਨੇ ਕਿਹਾ ਕਿ ਕਮਜ਼ੋਰ ਦੀ ਤੇ ਮਜ਼ਲੂਮ ਦੀ ਸਹਾਇਤਾ ਕਰਨੀ ਹੈ। ਮੈਨੂੰ ਉਦਾਹਰਨ ਦੇਣਾ ਕਿ ਜਿਹੜੇ ਘਰ ਵਿੱਚ ਆਪਣੇ ਕੰਮ ਕਰਦੇ ਨੇ ਨਾ, ਇਹ ਵੀ ਇਨਸਾਨ ਨੇ, ਇਹਨਾਂ ਦੀ ਬਰਾਬਰ ਰੱਖਣੀ ਆ, ਮਾਨ ਸਤਿਕਾਰ, ਇਹਨਾਂ ਦਾ ਧਿਆਨ ਰੱਖਣਾ ਵਾ। ਔਰ ਉਹਨਾਂ ਨੇ ਸਾਰੀ ਜ਼ਿੰਦਗੀ ਜਿਹੜੇ ਉਹਨਾਂ ਦਾ ਸਟਾਫ ਹੋਇਆ ਕਰਦਾ ਸੀਗਾ
ਉਹ ਤਾਂ ਬਹੁਤ ਧਿਆਨ ਰੱਖਣਾ। ਜਦੋਂ ਕਿਤੇ ਬਾਹਰ ਵੀ ਕਿਤੇ ਜਾਣਾ, ਜਾਂ ਸਾਡੇ ਘਰ 'ਚ ਰਿਵਾਜ ਸੀਗਾ, ਹੁਣ ਵੀ ਆ, ਕਿ ਜਿੱਦਾਂ ਤੁਸੀਂ ਅੰਦਰ ਕਿਸੇ ਤੁਹਾਡੇ ਕੋਲ ਮਿਲਣ ਕੋਈ ਬੰਦਾ ਆ ਗਿਆ, ਤੁਸੀਂ ਉਹਦਾ ਤਾਂ ਬੜਾ ਧਿਆਨ ਰੱਖਦੇ ਹੋ, ਤੇ ਬਾਹਰ ਉਹਦੇ ਡਰਾਈਵਰ, ਗਨਮੈਨ, ਉਹਨਾਂ ਦਾ ਤੁਸੀਂ ਬਾਹਰ ਕੋਈ ਖੜੇ ਧਿਆਨ ਰਹਿੰਦੇ। ਨਹੀਂ ਰੱਖਦੇ। ਉਹ ਉਹਨਾਂ ਨੇ ਬਹੁਤ ਸਪੈਸ਼ਲ ਰੱਖਣਾ, ਉਹਨਾਂ ਦਾ ਹਮੇਸ਼ਾ ਧਿਆਨ ਰੱਖਣਾ, ਉਹਨਾਂ ਦੇ ਪਰਿਵਾਰਾਂ ਦਾ, ਉਹਨਾਂ ਦੇ ਬੱਚਿਆਂ ਦਾ। ਇੰਨੀਆਂ ਕੁ ਨੌਕਰੀਆਂ ਦਿੱਤੀਆਂ, ਉਸ ਵੇਲੇ ਨੌਕਰੀਆਂ ਦੀ ਪ੍ਰਕਿਰਿਆ ਹੋਣ ਵਰਗੀ ਨਹੀਂ ਸੀਗੀ। ਇਟ ਵਾਸ ਸਿੰਪਲ, ਬਿਕੋਜ਼ ਉਹ ਪੁਲਿਸ 'ਚੋਂ ਆਏ ਸੀਗੇ ਤੇ ਜੌਬ ਛੱਡ ਕੇ ਆਏ ਸੀਗੇ। ਗੁਰਬਚਨ ਜਗਤ ਸਾਡੇ ਪਹਿਲੇ ਐਸਪੀ ਹੋਏ ਕਪੂਰਥਲੇ ਦੇ, ਉਹ ਮੇਰੇ ਉਹ IPS ਆਫਸਰ ਸੀਗੇ। ਮੇਰੇ ਡੈਡ ਨਾਲ ਹੀ ਉਹਨਾਂ ਨੇ ਟ੍ਰੇਨਿੰਗ ਕੀਤੀ ਸੀ, ਜਿਹੜੇ ਬਾਅਦ ਗਵਰਨਰ ਬਣੇ ਨੇ। ਤੇ ਉਸ ਵੇਲੇ ਹਾਲਾਤ ਇਹ ਸੀਗੇ ਕਿ ਜਿਹੜੇ ਐਸਪੀ ਸੀ ਉਹ ਕੰਪੀਟੈਂਟ ਸੀ ਪੁਲਿਸ ਦਾ ਕਾਂਸਟੇਬਲ ਭਰਤੀ ਕਰਨ ਲਈ, ਸਿਰਫ ਦੇਖ ਕੇ ਉਹਦੀ ਥੋੜੀ ਜਿਹੀ ਕੱਦ-ਕਾਠ ਦੇਖਿਆ ਜਾਂਦਾ ਸੀ। ਹਾਂ, ਕੋਈ ਦੂਜੀਆਂ ਦੌੜਾਂ, ਦੂਜਾ ਤੀਜਾ ਨਹੀਂ ਸੀ। ਕੱਦ-ਕਾਠ ਦੇਖਿਆ ਜਾਂਦਾ ਸੀ ਤੇ ਬੰਦਾ ਭਰਤੀ ਕਿ ਅਸੀਂ ਆਪਣੇ ਹਲਕਾ ਭਲੱਥ ਵਿੱਚੋਂ ਕਈ ਵਾਰੀ 10-10 ਮੁੰਡੇ ਇਕੱਠੇ ਭੇਜ ਕੇ ਤੇ ਭਰਤੀ ਕਰਾਏ ਨੇ, ਔਰ ਉਹ ਕਾਫੀ ਵੱਡੀ ਤਾਦਾਦ 'ਚ। ਉਹਨਾਂ 'ਚੋਂ ਬਹੁਤ ਸਾਰੇ ਪੁਲਿਸ ਆਫਸਰਸ ਬਾਅਦ 'ਚ ਕੋਈ DSP ਬਣ ਕੇ ਰਿਟਾਇਰ ਹੋਇਆ, ਕੋਈ ਇੰਸਪੈਕਟਰ ਬਣ ਕੇ ਰਿਟਾਇਰ ਹੋਇਆ। ਦੂਸਰੀ ਮੁਲਾਜ਼ਮਤ ਮੇਰੇ ਪਿਤਾ ਜੀ ਦੇ ਹੱਥੋਂ ਐਵੇਂ ਵਾਹਿਗੁਰੂ ਦੀ ਕਿਰਪਾ ਹੁੰਦੀ ਆ। ਇੱਕ ਸਰਦਾਰ ਇੰਦਰਜੀਤ ਸਿੰਘ ਹੁੰਦੇ ਸੀ, ਜਿਹੜੇ ਚੇਅਰਮੈਨ ਸੀ ਪੰਜਾਬ ਐਂਡ ਸਿੰਧ ਬੈਂਕ ਦੇ। ਉਹਨਾਂ ਨੇ ਬਾਅਦ 'ਚ ਆਪਣਾ ਵੀ ਬੈਂਕ ਬਣਾਇਆ ਸੀ, ਬੈਂਕ ਆਫ ਪੰਜਾਬ, ਜਿਹੜਾ ਹੁਣ ਸ਼ਾਇਦ ਯੈਸ ਬੈਂਕ ਨੇ ਲੈ ਲਿਆ ਵਾ। ਉਹ ਬਹੁਤ ਅੱਛੇ ਇਨਸਾਨ ਸੀਗੇ, ਉਹ ਦਿੱਲੀ ਰਹਿੰਦੇ ਸੀਗੇ। ਉਹਨਾਂ ਨਾਲ ਵੀ ਮੇਰੇ ਪਿਤਾ ਜੀ ਦਾ ਬਹੁਤ ਅੱਛਾ ਕੰਟੈਕਟ ਰਿਹਾ, ਤੇ ਸਾਡੇ ਇਲਾਕੇ 'ਚੋਂ ਬਹੁਤ ਬੱਚਿਆਂ ਨੂੰ ਪੰਜਾਬ ਐਂਡ ਸਿੰਧ ਬੈਂਕ 'ਚ ਨੌਕਰੀਆਂ ਮਿਲੀਆਂ। ਉਦੋਂ ਉਹ ਵੀ ਸੌਖੀਆਂ ਸੀਗੀਆਂ। ਬਹੁਤ ਸਾਰੇ ਸਾਡੇ ਇਲਾਕੇ ਦੇ ਜਿਹੜੇ ਸੀਗੇ ਮਤਲਬ ਵਿਅਕਤੀ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ, ਉਹ ਮੈਨੇਜਰ ਲੈਵਲ, ਕੋਈ ਡਿਪਟੀ ਜਨਰਲ ਮੈਨੇਜਰ, ਉਹ ਰਿਟਾਇਰ ਹੋ ਕੇ ਅੱਜ। ਸੋ ਉਹਨਾਂ ਦੀਆਂ ਕੀਤੀਆਂ ਹੋਈਆਂ ਚੰਗਿਆਈਆਂ ਅੱਜ ਤੱਕ ਵੀ ਮਤਲਬ ਉੱਥੇ ਮੈਂ ਜਦੋਂ ਆਪਣੇ ਪਿੰਡਾਂ ਵਿੱਚ ਜਾਂਦਾ, ਕੌਂਸਟੀਟੂਐਂਸੀ ਜਾਂਦਾ, ਤੇ ਲੋਕ ਮੇਰੇ ਸਿਰ ਤੇ ਹੱਥ ਰੱਖ ਕੇ ਮੈਨੂੰ ਮਤਲਬ ਆਸ਼ੀਰਵਾਦ ਦਿੰਦੇ। ਇਸ ਤੋਂ ਇਲਾਵਾ ਉਹ ਮਿਨਿਸਟਰ ਬਹੁਤ ਥੋੜੀ ਟੈਨਿਓਰ ਬਣੇ ਨੇ, 2 ਵਾਰ ਬਣੇ ਨੇ। ਇੱਕ ਵਾਰ ਐਮਰਜੈਂਸੀ ਤੋਂ ਬਾਅਦ ਇਲੈਕਸ਼ਨ ਹੋਈ ਤੇ ਬੜੀ ਵੇਵ ਚੱਲੀ ਸੀਗੀ ਉਸ ਵੇਲੇ ਐਂਟੀ ਕਾਂਗਰਸ, ਤੇ ਅਕਾਲੀ ਦਲ ਸਾਰਾ ਮਤਲਬ ਜਿੱਤ ਗਿਆ ਸੀਗਾ। ਉਹ ਪਹਿਲੀ ਇਲੈਕਸ਼ਨ ਲੜੇ, ਜਿੱਤੇ ਜਦੋਂ 77 'ਚ, ਤੇ ਇਮੀਡੀਏਟਲੀ, ਬਿਕੋਜ਼ ਉਸ ਵੇਲੇ ਅਕਾਲੀ ਦਲ ਵਿੱਚ ਕੀ ਕਹਿੰਦੇ ਹੁੰਦੇ ਕਿ ਸ਼ਾਇਦ ਹੋ ਸਕਦਾ ਵਾ ਕਿ ਤਜਰਬੇਕਾਰ ਜਾਂ ਐਡਮਿਨਿਸਟ੍ਰੇਟਿਵ ਜਾਂ ਪੜ੍ਹੇ ਲਿਖੇ ਲੋਕਾਂ ਦੀ ਥੋੜ੍ਹੀ ਜਿਹੀ ਘਾਟ ਸੀਗੀ, ਬਿਕੋਜ਼ ਸਾਦੇ ਬੰਦਿਆਂ ਦੀ ਪਾਰਟੀ ਗਿਣੀ ਗਈ ਸੀ, ਕਿਸਾਨਾਂ ਦੀ। ਤੇ ਮੇਰੇ ਪਿਤਾ ਜੀ ਨੂੰ ਪਹਿਲੀ ਵਾਰੀ ਉਹਨਾਂ ਨੇ ਐਜੂਕੇਸ਼ਨ ਮਿਨਿਸਟਰ ਬਣਾਇਆ ਸੀਗਾ, ਤੇ ਉਹ ਗਵਰਨਮੈਂਟ ਬਾਦਲ ਸਾਹਿਬ ਦੀ ਪੂਰੀ ਨਹੀਂ ਸੀ ਚੱਲੀ। ਉਹ 1980 'ਚ ਮੁੜ ਕੇ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਤੋੜ ਦਿੱਤੀ ਸੀਗੀ। ਲੇਕਿਨ ਉਹ ਉਸ ਇਲੈਕਸ਼ਨ ਵਿੱਚ, ਉਸ ਟੈਨਿਓਰ ਵਿੱਚ ਵੀ ਥੋੜ੍ਹਾ ਸਮਾਂ ਰਹੇ, ਕਿਉਂਕਿ ਉਹ ਥੋੜ੍ਹੇ ਜਿਹੇ, ਜਿੱਦਾਂ ਮੈਂ ਕਹਿੰਦਾ ਕਿ ਵੋਕਲ ਸੀਗੇ, ਤੇ ਬਾਦਲ ਹੋਣਾ ਨੂੰ ਉਦੋਂ ਹੀ ਡਰ ਲੱਗਣ ਲੱਗ ਗਿਆ ਸੀਗਾ ਕਿ ਬਰਾਬਰ ਦਾ ਬੰਦਾ, ਐਜੂਕੇਟਿਡ ਵੀ ਆ, ਪਰਸਨੈਲਿਟੀ ਵੀ ਅੱਛੀ, ਬਿਕੋਜ਼ ਉਹਨਾਂ ਨੇ ਫਲੋਇੰਗ ਬੀਅਰਡ, ਤੁਸੀਂ ਤਸਵੀਰ ਦਿਖਾਓਗੇ ਟੈਲੀਵਿਜ਼ਨ 'ਤੇ, ਬਹੁਤ ਅੱਛੀ ਪਰਸਨੈਲਿਟੀ ਸੀਗੀ। ਤੇ ਉਹਨਾਂ ਨੂੰ ਐਵੇਂ ਬੇਬੁਨਿਆਦ ਜਿਹੇ ਇਲਜ਼ਾਮ ਲਾ ਕੇ ਉਦੋਂ ਕੈਬਨਿਟ 'ਚੋਂ ਕੱਢਤਾ ਸੀ। ਸ਼ੋਰ ਬੜਾ ਮੱਚਿਆ ਸੀਗਾ। ਜਥੇਦਾਰ ਜਗਦੇਵ ਸਿੰਘ ਤਲਵੰਡੀ ਪ੍ਰੈਜ਼ੀਡੈਂਟ ਸੀ ਸ਼੍ਰੋਮਣੀ ਅਕਾਲੀ ਦਲ ਦੇ, 5 ਮਿਨਿਸਟਰਾਂ ਨੂੰ ਉਹਨਾਂ ਨੇ ਅਸਤੀਫਾ ਦਿੱਤਾ ਸੀ। ਸਰਦਾਰ ਜਸਵਿੰਦਰ ਸਿੰਘ ਬਰਾੜ, ਜਿਹੜੇ ਮੰਤਾਰ ਦੇ ਡੈਡੀ ਫਾਦਰ ਸੀਗੇ, ਸਤਵੰਤ ਕੌਰ, ਰਣਧੀਰ ਸਿੰਘ ਚੀਮਾ, ਅਤੇ 2 ਹੋਰ ਮਿਨਿਸਟਰ ਸੀਗੇ। ਕਾਫੀ ਮਤਲਬ ਉਸ ਵੇਲੇ ਪੰਜਾਬ ਦੇ ਜਿਹੜੀ ਅਕਾਲੀ ਪੋਲੀਟਿਕਸ ਸੀ ਉਹਦੇ 'ਚ ਖਲਬਲੀ ਮਚੀ ਸੀ। ਲੇਕਿਨ ਉਹਨਾਂ ਨੇ ਥੋੜ੍ਹੇ ਜਿਹੇ ਟੈਨਿਓਰ ਦੇ ਵਿੱਚ ਬਤੌਰ ਐਜੂਕੇਸ਼ਨ ਮਿਨਿਸਟਰ ਵੀ, ਉਹ ਫਿਰ ਟੀਚਰਸ ਨੂੰ ਬਹੁਤ ਭਰਤੀ ਕਰਨ ਦਾ ਮੌਕਾ ਮਿਲ ਗਿਆ। ਸਕੂਲਸ ਬੜੇ ਅਪਗ੍ਰੇਡ ਕੀਤੇ, ਨਵੇਂ ਸਕੂਲਸ ਬਹੁਤ ਬਣਾਏ। ਆਈ ਥਿੰਕ ਹਿਜ਼ ਵੈਰੀ ਇੰਪੋਰਟੈਂਟ ਸ਼ਾਇਦ ਟਰਾਂਸਫਰ ਪਾਲਿਸੀ ਐਜੂਕੇਸ਼ਨ ਡਿਪਾਰਟਮੈਂਟ, ਬਹੁਤ ਟਰਾਂਸਫਰ ਦਾ ਬੜਾ ਰੌਲਾ ਰਹਿੰਦਾ ਹੁੰਦਾ। ਰੈੱਡ ਬੁੱਕ ਬਣਾਈ ਸੀ, ਉਹਦੇ 'ਚ ਰੂਲਸ ਰੈਗੂਲੇਸ਼ਨਸ ਲੇ ਡਾਊਨ ਕੀਤੇ ਸੀਗੇ ਕਿ ਕਿਸ ਤਰ੍ਹਾਂ ਟਰਾਂਸਫਰਸ ਹੋਣਗੀਆਂ। ਹੁਣ ਵੀ ਮੈਂ ਪੰਜਾਬ 'ਚ ਕਿਤੇ ਵੀ ਜਾਂਦਾ, ਸੰਗਰੂਰ, ਬਠਿੰਡਾ, ਮਾਨਸਾ, ਮੈਨੂੰ ਕੋਈ ਨਾ ਕੋਈ ਜ਼ਰੂਰ ਆਣ ਕੇ ਕਹਿੰਦਾ ਜੀ ਸਾਡੇ ਪਿੰਡ ਦਾ ਸਕੂਲ ਅਪਗ੍ਰੇਡ ਸਰਦਾਰ ਸੁਖਜਿੰਦਰ ਸਿੰਘ ਜੀ ਨੇ ਕੀਤਾ ਸੀਗਾ। ਸੋ ਦੈਟ ਇਜ਼ ਹਾਊ ਇਟ ਵਾਜ਼। ਸੈਕਿੰਡ ਟਾਈਮ ਫਿਰ ਉਹ ਬਣੇ ਨੇ ਬਰਨਾਲਾ ਸਾਹਿਬ ਦੀ ਸਰਕਾਰ 1985। ਖੈਰ ਸਾਹਿਬ, ਇੱਕ ਬੜੀ ਅਹਿਮ ਚੀਜ਼ ਹੈ ਇਹ ਸਾਰਾ, ਜਦੋਂ ਤੁਸੀਂ ਦੇਖ ਰਹੇ ਹੋਣੇ ਤੁਹਾਡੇ ਜ਼ਿਹਨ ਦੇ ਵਿੱਚ ਵੀ ਚੱਲ ਰਿਹਾ ਹੋਣਾ ਕਿ ਕਿਸ ਤਰੀਕੇ ਨਾਲ ਸਿਆਸਤ ਹੁੰਦੀ ਹੈ, ਕਿਉਂਕਿ ਅੱਜ ਦੇ ਹਾਲਾਤਾਂ ਦੀ ਅਸੀਂ ਗੱਲ ਕਰੀਏ, ਸਿਆਸਤ ਦਾ ਮਿਆਰ ਬੜਾ ਅਲੱਗ ਤਰੀਕੇ ਦਾ ਹੋ ਗਿਆ ਤੇ ਅਲੱਗ ਤਰੀਕੇ ਨਾਲ ਹੇਠਾਂ ਵੀ ਡਿੱਗਿਆ ਹੈਗਾ। ਉਸ ਵੇਲੇ ਕੁਝ ਬੰਦੇ ਦੇ ਕਾਇਦੇ ਹੁੰਦੇ ਸੀ, ਕਾਨੂੰਨ ਹੁੰਦੇ ਸੀ, ਬੰਦਾ ਇੱਕ ਆਵਾਜ਼ ਜਾਂ ਬੁਲੰਦ ਕਰਦਾ ਸੀਗਾ ਤਾਂ ਉੱਤੇ ਟਿਕਦਾ ਵੀ ਸੀਗਾ। ਜਦੋਂ ਅੱਜ ਦੀ ਅਸੀਂ ਗੱਲ ਕਰੀਏ, ਤੁਸੀਂ ਆਪਣੀ ਪੋਲਿਟਿਕਸ ਦੀ ਗੱਲ ਕਰਦੇ ਹੋ, ਜਦੋਂ ਆਲੇ ਦੁਆਲੇ ਸਾਰੀਆਂ ਚੀਜ਼ਾਂ ਦੇਖਦੇ ਹੋ, ਹੁੰਦੀਆਂ ਪਈਆਂ ਨੇ ਤੁਹਾਡੇ ਸਾਹਮਣੇ ਵੀ, ਲੱਗਦਾ ਕਿ ਉਸ ਮਿਆਰ ਦੇ ਨਾਲ ਜਦੋਂ ਅਸੀਂ ਉਹਦਾ ਤੁਲਨਾ ਕਰਦੇ ਹਾਂ ਤਾਂ ਅੱਜ ਦੀ ਤੁਲਨਾ ਕਰਦੇ ਹਾਂ, ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਮੈਂ ਥੋੜੀ ਜਿਹੀ ਗੱਲ ਕੰਪਲੀਟ ਕਰ ਲਾਂ। ਦੂਜੀ ਵਾਰੀ ਬਣੇ ਐਜੂਕੇਸ਼ਨ ਮਿਨਿਸਟਰ ਬਰਨਾਲਾ ਸਾਹਿਬ ਦੀ ਸਰਕਾਰ 'ਚ। ਤੁਹਾਨੂੰ ਯਾਦ ਹੋਊਗਾ ਕਿ 85 'ਚ ਗਵਰਨਮੈਂਟ ਬਣੀ ਆ, ਤੇ 86 ਦੇ ਸ਼ਾਇਦ ਸਮਵੇਅਰ ਸੈਪਟੈਂਬਰ ਵਗੈਰਾ ਦੇ ਵਿੱਚ ਬਰਨਾਲਾ ਸਾਹਿਬ ਨੇ ਹੀ ਦਰਬਾਰ ਸਾਹਿਬ ਪੁਲਿਸ ਭੇਜਤੀ, ਵਿਚ ਵਾਜ਼ ਅ ਬਲੈਂਡਰ। ਉਦੋਂ ਅਕਾਲੀ ਦਲ 2 ਫਾੜ ਹੋ ਗਿਆ ਸੀ ਉਸ ਵੇਲੇ। ਔਰ ਮੇਰੇ ਪਿਤਾ ਜੀ ਤੇ ਕੈਪਟਨ ਅਮਰਿੰਦਰ ਸਿੰਘ ਸਾਡੇ ਘਰ ਵੀ ਨਾਲ ਸੀਗੇ। ਚੀਫ ਮਿਨਿਸਟਰ ਦੇ ਘਰ ਦੇ ਅਗਲੀ ਕੋਠੀ ਸਾਡੀ ਸੀਗੀ, ਤੇ ਉਹ ਤੋਂ ਅਗਲੀ ਕੈਪਟਨ ਅਮਰਿੰਦਰ ਸਿੰਘ ਜੀ, ਉਹ ਐਗਰੀਕਲਚਰ ਮਿਨਿਸਟਰ ਸੀਗੇ। ਦੋਨਾਂ ਨੇ ਉਹਦੇ ਪ੍ਰੋਟੈਸਟ ਵਿੱਚ ਅਸਤੀਫਾ ਦੇ ਦਿੱਤਾ ਸੀ, ਫਿਰ ਰਿਜ਼ਾਈਨ ਕਰਤਾ। 7 ਮਹੀਨੇ ਰਹੇ ਮਿਨਿਸਟਰ।
ਲੇਕਿਨ ਉਹਦੇ ਦੌਰਾਨ ਹੀ ਅਸੀਂ ਆਪਣੇ ਹਲਕੇ ਦੇ ਵਿੱਚ ਗਵਰਨਮੈਂਟ ਕਾਲਜ ਬਣਾ ਦਿੱਤਾ ਭੁਲੱਥ ਵਿੱਚ, ਜਿਹੜਾ ਕਿ ਬੜਾ ਰੇਅਰ ਹੁੰਦਾ ਵਾ। ਤੁਸੀਂ ਗੱਲ ਮਿਆਰ ਦੀ ਕੀਤੀ, ਬਹੁਤ ਫਰਕ ਸੀਗਾ ਉਸ ਵੇਲੇ। ਬੜੇ ਮਤਲਬ ਗਟਸ ਨਾਲ, ਕਰੇਜ ਨਾਲ ਪਾਰਟੀਆਂ ਦੇ ਵਿੱਚ ਵੀ ਰਹਿ ਕੇ ਲੋਕੀ ਗੱਲਾਂ ਕਰਦੇ। ਹੁਣ ਤਾਂ ਡਰਦੇ ਹੀ ਬਹੁਤ ਨੇ, ਹੁਣ ਤਾਂ ਐਵੇਂ ਖੁਸ਼ਾਮਦ ਦਾ ਬੋਲਬਾਲਾ ਵਾ, ਪੈਸੇ ਦਾ ਬੋਲਬਾਲਾ। ਯਾਦ ਰੱਖਣਾ, ਮੈਂ ਤੁਹਾਨੂੰ ਔਨ ਕੈਮਰਾ ਕਹਿ ਰਿਹਾ ਵਾਂ ਕਿ ਮੇਰੇ ਪਿਤਾ ਜੀ ਨੇ 4 ਇਲੈਕਸ਼ਨਾਂ ਲੜੀਆਂ, ਪਹਿਲੀ ਹਾਰ ਗਏ ਸੀਗੇ। ਸਰਦਾਰ ਕਿਰਪਾਲ ਸਿੰਘ ਢਿੱਲੋਂ ਸੀ, ਬਹੁਤ ਅੱਛੇ ਆਦਮੀ ਸੀਗੇ, ਬੜੇ ਡਬਲ MA ਸੀਗੇ, ਔਰ ਬਾਅਦ 'ਚ ਵੀ ਬੜੇ ਸਾਡੇ ਮਿੱਤਰ ਰਹੇ ਨੇ। ਹੁਣ ਤੱਕ ਵੀ ਉਹਦਾ ਬੇਟਾ ਪਰਮਜੀਤ ਕੈਨੇਡਾ ਰਹਿੰਦਾ, ਮੇਰੇ ਨਾਲ ਸੰਪਰਕ 'ਚ। ਦੂਜੀ ਬਾਕੀ 3 ਇਲੈਕਸ਼ਨਾਂ ਉਹਨਾਂ ਨੇ ਜਿੱਤੀਆਂ। ਉਹਨਾਂ ਇਲੈਕਸ਼ਨਾਂ ਦਾ ਮੈਨੂੰ, ਮੈਂ ਕਿਉਂਕਿ 85 ਵਾਲੀ ਇਲੈਕਸ਼ਨ, 80 ਐਂਡ 85 ਵਾਲੀ ਮੈਨੂੰ ਬੜੀ, 77 ਛੋਟਾ ਸੀ ਬਹੁਤ, ਲੇਕਿਨ 80-85 ਦੀ ਮੈਨੂੰ ਬੜੀ ਅੱਛੀ ਤਰ੍ਹਾਂ ਯਾਦ ਆ। ਯਕੀਨ ਕਰਨਾ, ਐਵੇਂ 2-3-4 ਲੱਖ ਰੁਪਏ 'ਚ ਇਲੈਕਸ਼ਨ ਲੜੀ ਜਾਂਦੀ ਸੀ। ਨਾ ਕੋਈ ਪੈਸਾ, ਨਾ ਕੋਈ ਸ਼ਰਾਬ, ਨਾ ਕੋਈ ਡਰੱਗਸ, ਨਾ ਕੋਈ ਕਿਸੇ ਤਰ੍ਹਾਂ ਦੇ ਬੇਫਜ਼ੂਲ ਖਰਚੀ। ਜਸਟ ਸਿੰਪਲ ਜੀ ਪਬਲਿਸਿਟੀ ਤੇ ਆਪਣੀ ਮੀਟਿੰਗਾਂ ਕਰਨੀਆਂ, ਆਪਣੀ ਗੱਲ ਕਹਿਣੀ। ਤੇ ਇੱਕ ਤਾਂ ਪਹਿਲਾ ਵੱਡਾ ਫਰਕ ਤਾਂ ਇਹ ਪੈ ਗਿਆ ਨਾ ਕਿ ਉਦੋਂ ਪੋਲਿਟਿਕਸ ਕਰਪਟ ਨਹੀਂ ਸੀਗੀ। ਤੇ ਹੁਣ ਕੀ ਹੋ ਰਿਹਾ ਕਿ ਹੁਣ ਜੇ ਤੁਹਾਨੂੰ ਫਰਜ਼ ਕਰੋ MLA ਬਣਨਾ ਸੀ, ਤੁਹਾਨੂੰ 2-3 ਕਰੋੜ ਰੁਪਈਆ ਚਾਹੀਦਾ ਵਾ, ਤੇ ਕਿਹੜਾ MLA ਆ ਜਿਹੜਾ ਹਰ ਇਲੈਕਸ਼ਨ 2-3 ਕਰੋੜ ਰੁਪਇਆ ਕੋਲੋਂ ਲਾਊਗਾ? ਹੁਣ ਤਾਂ ਤੇ ਮੁੜ ਕੇ ਸੇਵਾ ਕਰੂਗਾ, ਸੇਵਾ ਭਾਵਨਾ। ਹੁਣ ਤਾਂ ਸਰਪੰਚੀ ਲੱਖਾਂ 'ਚ ਪਹੁੰਚੀ ਹੋਈ ਹੈ MLA ਤੇ। ਮੈਂ ਕਹਿੰਦਾ ਜੀ, ਇਸੇ ਕਰਕੇ ਪੋਲਿਟਿਕਸ ਹੈਜ਼ ਬਿਕਮ ਅ ਪ੍ਰੋਫੈਸ਼ਨ, ਧੰਦਾ ਬਣ ਗਿਆ ਵਾ। ਲੋਕੀ ਪਹਿਲਾਂ 2-3 ਕਰੋੜ ਰੁਪਇਆ ਉਹਦੇ 'ਚ ਇਨਵੈਸਟ ਕਰਦੇ ਆ, ਤੇ ਮੁੜ ਕੇ ਬਣ ਕੇ ਉਹ ਫਿਰ 10-20-25-50 ਕਰੋੜ ਰੁਪਇਆ ਉਹਦੇ ਵਿੱਚੋਂ ਕੱਢਦੇ ਆ। ਤਾਂ ਹੀ ਉਹ ਲੋਕਾਂ 'ਚ ਹਾਹਾਕਾਰ ਮੱਚੀ ਹੋਈ। ਇੱਕ ਤਾਂ ਉਹ ਹੈ ਨਹੀਂ ਸੀਗਾ, ਇੱਕ ਖੁਸ਼ਾਮਦ ਨਹੀਂ ਸੀ ਬਿਲਕੁਲ ਵੀ। ਮਤਲਬ ਸਾਰੇ ਬਰਾਬਰ ਦੇ ਬੰਦੇ ਹੁੰਦੇ ਸੀਗੇ। ਉਹ ਆਪਣੀ ਮੀਟਿੰਗਾਂ ਦੇ ਵਿੱਚ ਪੂਰੀ ਗੱਲ ਫੇਅਰ ਗੱਲ ਕਹੀ ਜਾਂਦੀ। ਖੈਰ ਸਾਹਿਬ, ਤੁਹਾਡੇ ਬਾਰੇ ਜਦੋਂ ਅਸੀਂ ਗੱਲ ਕਰਨੀ ਹੈ ਤਾਂ ਪਹਿਲੀ ਇਲੈਕਸ਼ਨ ਯਾਦ ਹੋਣੀ ਤੁਹਾਨੂੰ, ਉਹ ਸਮਾਂ ਕਿਹੋ ਜਿਹਾ ਸੀਗਾ? ਕਿਉਂਕਿ ਜਦੋਂ ਪਹਿਲੀ ਵਾਰ, ਚਲੋ ਹਾਂ ਦੇਖਦੇ ਹਾਂ, ਘਰ ਦੇ ਵਿੱਚ ਮਾਹੌਲ ਮਿਲ ਗਿਆ ਆਪਾਂ ਨੂੰ, ਸਿਆਸੀ ਮਾਹੌਲ ਸੀਗਾ, ਫਾਦਰ ਸਾਹਿਬ ਨੇ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਨੇ, ਉਹਦਾ ਕੁਝ ਨਾ ਕੁਝ ਆਪਾਂ ਨੂੰ ਅਸਰ ਮਿਲਦਾ ਹੈਗਾ ਵੀ, ਉੱਥੋਂ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਜਦੋਂ ਪਹਿਲੀ ਇਲੈਕਸ਼ਨ ਬੰਦੇ ਨੇ ਆਪ ਲੜਨੀ ਹੋਵੇ ਨਾ, ਉਦੋਂ ਫਿਰ ਇੱਕ ਧੁੜਕੂ ਜਿਹਾ ਰਹਿੰਦਾ। ਮੇਰੀ ਇਲੈਕਸ਼ਨ ਵੀ ਸਾਰੀ ਕੀ ਕਹਿੰਦੇ ਆ, ਐਂਟੀਥੀਸਿਸ ਵਿੱਚੋਂ ਚੱਲੀ। ਮੇਰੇ ਪਿਤਾ ਜੀ ਨੇ ਅਕਾਲੀ ਦਲ ਦਾ ਸਾਰਾ ਉੱਥੇ ਕੇਡਰ ਬਿਲਡ ਕੀਤਾ, ਔਰ ਬੜੇ ਠੋਸ ਅਕਾਲੀ ਸੀ ਅਸੀਂ ਸ਼ੁਰੂ ਤੋਂ, ਮਤਲਬ ਬੜੇ ਮੰਨੇ ਗਏ ਸੀਗੇ ਪ੍ਰੋਪਰ। ਲੇਕਿਨ ਜਦੋਂ ਪ੍ਰਕਾਸ਼ ਸਿੰਘ ਬਾਦਲ ਹੈਲਮ ਤੇ ਆ ਗਿਆ 97 'ਚ ਖਾਸ ਤੌਰ ਤੇ, ਔਰ ਉਸ ਤੋਂ ਪਹਿਲਾਂ ਬਣਾਉਣ ਵਿੱਚ ਅਸੀਂ ਸਾਰੇ ਰਿਸਪੌਂਸਿਬਲ ਸੀਗੇ। ਜਦੋਂ ਬਰਨਾਲੇ ਦੀ ਸਰਕਾਰ ਸਪਲਿਟ ਹੋਈ ਨਾ, ਉਦੋਂ 27 MLA ਨੇ 72 ਚੋਂ 73 MLA ਸੀ ਸ਼ਾਇਦ, 27 ਨੇ ਪਹਿਲੀ ਵਾਰ ਬਾਦਲ ਨੂੰ ਪ੍ਰੈਜ਼ੀਡੈਂਟ ਬਣਾਇਆ। ਮੈਂ ਸਮਝਦਾ ਸਾਡਾ ਬਲੰਡਰ ਸੀਗਾ, ਉਹਨੂੰ ਪ੍ਰਧਾਨ ਬਣਾਇਆ ਸ਼੍ਰੋਮਣੀ ਅਕਾਲੀ ਦਲ ਦਾ। ਔਰ ਉਸ ਤੋਂ ਬਾਅਦ, ਜਿੱਦਾਂ ਪਹਿਲਾਂ ਤੁਹਾਨੂੰ ਕਿਹਾ ਕਿ ਉਹਨੇ ਹਮੇਸ਼ਾ ਦਿਲ 'ਚ ਖਾਰ ਰੱਖੀ ਸੀਗੀ ਕਿ ਇਹਨਾਂ ਨੂੰ ਕਿਸੇ ਤਰੀਕੇ ਨਾਲ ਆਈਸੋਲੇਟ ਕਰਨਾ। ਫਿਰ ਉਹਨਾਂ ਨਾਲ ਜਦੋਂ ਕਰਦੇ ਕਰਾਉਂਦੇ ਸਾਡੀ ਨਹੀਂ ਕੋਈ ਬਣ ਨਹੀਂ ਸਕੀ ਚੱਜ ਨਾਲ। ਮੇਰੇ ਫਾਦਰ ਬਹੁਤ ਸੈਲਫ ਰਿਸਪੈਕਟਿੰਗ ਸੀਗੇ, ਐਵੇਂ ਉਹ ਪਿੱਛੇ ਮਤਲਬ ਜਿੱਦਾਂ ਲੇਟ ਲੁੱਟ ਕੇ ਪੋਲੀਟਿਕਸ ਕਰਨ ਵਾਲੇ ਹੈ ਨਹੀਂ ਸੀਗੇ। ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਦੇਖ ਸੁਖਪਾਲ, ਮੈਂ ਆਪਣਾ ਟੈਨਿਓਰ 25 ਸਾਲ ਆਪਣੀ ਜ਼ਿੰਦਗੀ ਦੇ ਲਾ ਲਏ ਨੇ, ਮੈਂ ਨਹੀਂ ਚਾਹੁੰਦਾ ਕਿ ਮੈਂ ਇਸ ਤੋਂ ਬਾਅਦ ਮੈਂ ਐਵੇਂ, ਮਤਲਬ ਆਈ ਵਾਂਟ ਟੂ ਜਸਟ ਰਿਲੈਕਸ, ਇੰਜੋਏ ਮਾਈ ਲਾਈਫ। ਤੇ ਹੁਣ ਆ ਗਈ, ਹੁਣ ਤੂੰ ਦੇਖ ਲੈ ਕਿ ਤੂੰ ਪੋਲੀਟਿਕਸ ਕਰਨੀ ਹੈ। ਹੁਣ ਮੇਰੇ ਕੋਲ ਉਦੋਂ ਕੋਈ ਹੋਰ ਆਪਸ਼ਨ ਨਹੀਂ ਸੀਗੀ, ਨਾ ਮੈਂ ਕਿਸੇ ਨੌਕਰੀ ਜੁਆਇਨ ਕਰ ਸਕਦਾ ਸੀ, ਨਾ ਮੈਂ ਕੋਈ ਐਡਾ ਕਿਸੇ ਕੀਤਾ ਹੀ ਉਹ ਹੋਵੇ ਕੰਮ ਲੋਕਾਂ ਚ ਕਰ ਸਕਦਾ ਸੀ, ਨਾ ਸਾਡੇ ਕੋਲ ਕੋਈ ਇਦਾਂ ਦਾ ਫੈਮਿਲੀ ਬਿਜ਼ਨਸ ਸੀਗਾ। ਸਿੰਪਲ ਐਗਰੀਕਲਚਰਿਸਟ ਸੀਗੇ, ਸਿਰਫ ਜ਼ਮੀਨ ਦੇ ਸਿਰ ਦੇ ਉੱਤੇ ਛੋਟੀ ਮੋਟੀ ਹੋਰ ਆਮਦਨ ਆਪਣੀ ਸੀਗੀ। ਤੇ ਮੈਨੂੰ ਉਹਨਾਂ ਨੇ ਜਦੋਂ ਕਿਹਾ, ਪਰ ਉਦੋਂ ਤੱਕ ਹਾਲਾਤ ਇਹ ਸੀਗੇ ਕਿ ਉਦੋਂ ਮੇਰੇ ਲਈ ਅਕਾਲੀ ਦਲ ਦੇ ਦਰਵਾਜ਼ੇ ਬੰਦ ਸੀਗੇ। ਖੁੱਲ੍ਹ ਸਕਦੇ ਸੀਗੇ ਜੇ ਅਸੀਂ, ਜਿੱਦਾਂ ਬਾਕੀ ਕੁਛ ਅਕਾਲੀ ਲੀਡਰਾਂ ਦੇ ਨਾ, ਉਹਨਾਂ ਨੇ ਨਿਆਣੇ ਚੱਕ ਲਏ ਬਾਦਲ ਨੇ, ਵਡਾਲਾ ਸਾਹਿਬ ਦਾ, ਸੇਖਵਾਂ ਸਾਹਿਬ ਦਾ, ਹੋਰ ਵੀ ਮੈਨੂੰ ਹੁਣ ਇੱਦਾਂ ਯਾਦ ਨਹੀਂ ਆਵੇਗਾ। ਸਾਨੂੰ ਵੀ ਉਹਨੇ ਆਫਰ ਭੇਜੀ 96 ਵਿੱਚ ਕਿ ਅਸੀਂ ਬੀਬੀ ਜਗੀਰ ਕੌਰ ਨੂੰ ਲੜਾ ਦਿੰਦੇ ਆ SGPC ਦੀ ਇਲੈਕਸ਼ਨ, ਉਹਨੂੰ ਰੱਖਾਂਗੇ ਧਾਰਮਿਕ ਵਾਲੇ ਪਾਸੇ, ਤੇ ਤੁਸੀਂ ਸਰਦਾਰ ਸਾਹਿਬ ਨੂੰ ਰਹਿਣ ਦਿਓ, ਸੁਖਪਾਲ ਨੂੰ ਦਿਓ ਕੈਂਡੀਡੇਟ, ਤੇ ਅਸੀਂ ਇਹਨੂੰ MLA ਬਣਾਵਾਂਗੇ। ਹਾਂ, ਉਹ ਸਾਡੇ ਘਰ ਬਕਾਇਦਾ ਤੌਰ ਤੇ 2 ਅੱਛੇ ਵਿਅਕਤੀ, ਉਜਾਗਰ ਸਿੰਘ ਸੇਖਵਾਂ ਤੇ ਇੱਕ ਸ਼ਾਇਦ ਹੋਰ ਨਾਲ ਸੀਗੇ, ਉਹ ਘਰੇ ਆਏ। ਸੋ ਮੇਰੇ ਡੈਡ, ਜਿੱਦਾਂ ਮੈਂ ਪਹਿਲਾਂ ਕਿਹਾ, ਥੋੜੇ ਅਣਖੀ ਜਿਹੇ ਸੀਗੇ। ਉਹ ਕਹਿੰਦੇ ਜੀ ਗੱਲ ਇਹ ਆ ਕਿ ਅਸੀਂ ਇੱਦਾਂ ਮਿਹਨਤ ਨਾਲ ਪੋਲੀਟਿਕਸ ਨਹੀਂ ਕਰਨੀ, ਜੇ ਸਾਡੇ ਵਿੱਚ ਜਾਨ ਹੋਊਗੀ ਤਾਂ ਅਸੀਂ ਲੜ ਕੇ ਲੈ ਲਾਂਗੇ। ਪਿਆਰ ਨਾਲ ਉਹਨਾਂ ਨੂੰ ਚਾਹ ਚੂ ਪਿਲਾ ਕੇ ਤੋਰ ਦਿੱਤਾ। ਫਿਰ ਉਹ ਬਸ ਉੱਥੋਂ ਚੈਪਟਰ ਸ਼ੁਰੂ ਹੋਇਆ। ਫਿਰ ਮੈਨੂੰ ਕਹਿੰਦੇ ਜੀ ਹੁਣ ਕਿੱਦਾਂ ਕਰਨੀ? ਮੈਂ ਕਿਹਾ ਜੀ ਹੁਣ ਕੀ ਕਰਨੀ, ਹੁਣ ਤਾਂ ਆਪਸ਼ਨ ਉਸ ਵੇਲੇ ਕੋਈ ਕਾਂਗਰਸ ਤੋਂ ਇਲਾਵਾ ਤਾਂ ਹੈ ਹੀ ਨਹੀਂ ਗੀ। ਹੁਣ ਕਾਂਗਰਸ ਸਾਡੇ ਲਈ ਵਾਸਤੇ ਇਟ ਵਾਸ ਸੱਚ ਏ, ਜਾਂ ਮੇਰੀ ਕੌਨਸਟੀਟੂਐਂਸੀ ਵਾਸਤੇ ਵੀ ਇਟ ਵਾਸ ਸੱਚ ਏ, ਮਤਲਬ ਬਿਗ ਸ਼ੌਕ ਕਿ ਹੁਣ ਸਾਡੇ ਕੋਲ ਜਾਂ ਤਾਂ ਫਿਰ ਅਸੀਂ ਘਰ ਬਹਿ ਜਾਂਦੇ। ਫਿਰ ਅਸੀਂ ਜਿਹੜੀ ਪਹਿਲੀ ਇਲੈਕਸ਼ਨ ਮੈਂ ਲੜੀ 1997 'ਚ, ਮੈਂ 28,000 ਵੋਟ ਤੇ ਹਾਰਿਆ ਜੀ। ਵੈਸੇ ਰਿਜ਼ੈਂਟਮੈਂਟ ਬੜੀ ਸੀ ਲੋਕਾਂ ਦੇ ਵਿੱਚ, ਕਿਉਂਕਿ ਕਾਂਗਰਸ ਦਾ ਪੱਲਾ ਫੜਨਾ ਤੇ ਉਸ ਵੇਲੇ 1984 ਵਾਲਾ ਕੰਮ ਸੀਗਾ। ਪਰ ਕਿਉਂਕਿ ਹੋਰ ਕੋਈ ਚਾਰਾ ਨਹੀਂ ਸੀ, ਜਾਂ ਤਾਂ ਫਿਰ ਕੰਮ ਕਰ ਜਾਂਦੇ ਜਾਂ ਬਾਦਲ ਦੇ ਪਿੱਛੇ ਲੱਗ ਜਾਂਦੇ, ਹੋਰ ਕੋਈ ਆਪਸ਼ਨ ਹੀ ਨਹੀਂ ਸੀ, ਪਲੇਟਫਾਰਮ ਹੀ ਨਹੀਂ ਸੀਗਾ। ਤੇ ਮੇਰੇ ਪਿਤਾ ਜੀ ਨੇ ਤਾਂ ਹੀ ਟੁੱਕ ਰਿਟਾਇਰਮੈਂਟ, ਤੇ ਉਹਨਾਂ ਨੇ ਮੇਰੇ ਨਾਲ ਕਦੀ ਕਾਂਗਰਸ ਦੇ ਸਟੇਜ ਤੇ, ਕਦੀ ਕਾਂਗਰਸ ਵਾਸਤੇ ਕਦੀ ਕੋਈ ਆਣ ਕੇ ਵੋਟ ਨਹੀਂ ਮੰਗੀ।
ਮੈਂ ਕਿਉਂਕਿ ਆਪਣੀ ਕੋਈ ਹੋਰ ਇਦਾਂ ਦੀ ਕੋਈ ਇਲੈਕਸ਼ਨ ਕਦੀ ਲੜੀ ਨਹੀਂ ਸੀਗੀ, ਤਾਂ ਮੈਂ ਉੱਥੋਂ ਸ਼ੁਰੂਆਤ ਕੀਤੀ। ਬੀਬੀ ਰਜਿੰਦਰ ਕੌਰ ਭੱਠਲ ਉਸ ਵੇਲੇ ਚੀਫ ਮਿਨਿਸਟਰ ਹਟੇ ਸੀਗੇ, ਗੁਲਾਮ ਨਬੀ ਆਜ਼ਾਦ ਸਾਡੇ ਜਨਰਲ ਸੈਕਟਰੀ ਸੀਗੇ। ਉਹਨਾਂ ਨੇ ਸਾਨੂੰ ਮਤਲਬ ਮੈਨੂੰ ਦਿੱਲੀ ਵੀ ਨਹੀਂ ਜਾਣਾ ਪਿਆ, ਉਹਨਾਂ ਨੇ ਆਪਣਾ ਐਨਾਲਾਈਜ਼ ਕਰਕੇ ਸਾਨੂੰ ਭਲੱਥ ਤੋਂ ਟਿਕਟ ਦੇ ਦਿੱਤੀ, ਕਿਉਂਕਿ ਪਹਿਲਾਂ ਉੱਥੇ ਜਿਹੜੀ ਕਾਂਗਰਸ ਦੇ MLA ਸੀਗੇ ਸਰਦਾਰ ਜਗਤਾਰ ਸਿੰਘ ਮੁਲਤਾਨੀ, ਉਹ ਸਿਰਫ ਉਹਦੇ 'ਚ ਬਣੇ ਸੀ ਬੋਇਕੋਟ ਕਾਲ 'ਚ 92 'ਚ 2800 ਵੋਟ ਪਈ ਸੀ। ਉਹ ਵੀ ਮੇਰੇ ਬੜੇ ਸਤਿਕਾਰਯੋਗ ਆ, ਮਿਲਦੇ ਨੇ, ਸਾਡਾ ਉਹਨਾਂ ਨਾਲ ਵੀ ਬੜਾ ਅੱਛਾ ਤਾਲੁਕਾਤ ਹੈ। ਤਾਂ ਕਾਂਗਰਸ ਜੁਆਇਨ ਕਰ ਲਈ, 28,000 ਵੋਟ ਤੇ ਸ਼ੌਕਿੰਗ ਹਾਰ ਹੋਈ। ਉਹ ਤੁਸੀਂ ਦੇਖ ਲਓ ਕਿੰਨੀ ਵੱਡੀ ਡਿਮੋਰਲਾਈਜੇਸ਼ਨ ਹੁੰਦੀ ਹੈ ਜਦੋਂ ਤੁਸੀਂ ਇੱਕ ਮਤਲਬ ਮੋਰਲ ਡਾਊਨ ਹੋ ਜਾਂਦਾ ਬੰਦੇ ਦਾ ਪੂਰਾ। ਕੋਈ ਪਰ ਫਿਰ ਮੈਂ ਕਹਿੰਦਾ ਕਿ ਕੁਝ ਇਦਾਂ ਦਾ ਪਰਮਾਤਮਾ ਨੇ ਕਿਰਪਾ ਰੱਖੀ, ਕੋਈ ਸਪਿਰਿਟ ਡਾਊਨ ਨਹੀਂ ਹੋਣ ਦਿੱਤੀ। ਫਿਰ ਅਗਲੀ ਇਲੈਕਸ਼ਨ ਫਿਰ ਲੜੀ 2002 'ਚ, ਫਿਰ ਹਾਰ ਗਿਆ 11,000 ਤੇ। ਬਸ ਉਸ ਤੋਂ ਬਾਅਦ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਜਿੱਤਦੇ ਰਹੇ, ਬਿਕੋਜ਼ ਮੈਂ ਆਪਣਾ ਕੰਮ ਠੀਕ ਕਰਦਾ ਰਿਹਾ ਔਰ ਮੈਂ ਆਪਣੇ ਦ੍ਰਿੜਤਾ ਦੇ ਨਾਲ ਲੱਗਾ ਰਿਹਾ। ਲੋਕਾਂ ਨੂੰ ਹੌਲੀ ਹੌਲੀ ਸਮਝ ਆ ਗਈ ਕਿ ਇਹ ਜਿਹੜਾ ਟੋਲਾ ਨਵਾਂ ਇੰਟਰੋਡਿਊਸ ਕੀਤਾ ਬਾਦਲ ਨੇ, ਸਾਰਾ ਖੁਸ਼ਾਮਦੀ ਟੋਲਾ ਵਾ। ਇਹਨਾਂ ਦੇ ਇਹ ਮਤਲਬ ਠੀਕ ਹੈ, ਨਿਸ਼ਾਨ ਤੱਕੜੀ ਦਾ ਅਕਾਲੀ ਦਲ ਦਾ ਜ਼ਰੂਰ ਸੀਗਾ, ਲੇਕਿਨ ਅੰਦਰ ਜਜ਼ਬਾਤ ਪੰਥ ਦੇ ਨੇ। ਉਦੋਂ ਨਾਲੋਂ ਜ਼ਿਆਦਾ ਪੰਥਕ ਜਜ਼ਬਾਤ ਮੇਰੇ 'ਚ ਲੋਕੀ ਦੇਖਣ ਲੱਗ ਗਏ ਹੌਲੀ ਹੌਲੀ ਓਵਰ ਪੀਰੀਅਡ ਆਫ ਟਾਈਮ, ਕਿਉਂਕਿ ਮੈਂ ਆਪਣੀ ਗੱਲ ਕਹਿੰਦਾ ਰਿਹਾ, ਭਾਵੇਂ ਕਾਂਗਰਸ ਸੀਗਾ, ਪਰ ਜਿੱਥੇ ਸਿੱਖਾਂ ਦੀ ਗੱਲ ਆਉਣੀ, ਪੰਜਾਬ ਦੀ ਗੱਲ ਆਉਣੀ, ਮੈਂ ਪੂਰੀ ਠੋਕ ਵਜਾ ਕੇ ਕਹਿਣ ਲੱਗ ਖੈਰ ਗਿਆ। ਸਭ ਬੜੀ ਅਹਿਮ ਚੀਜ਼ ਆ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਥੋੜਾ ਜਿਹਾ ਕਿ ਕਦੇ ਮੌਕਾ ਨਹੀਂ ਮਿਲਿਆ ਕਿ ਸਰਕਾਰੀ ਤੰਤਰ ਦੇ ਵਿੱਚ ਰਹਿ ਕੇ ਕੰਮ ਕਰਨ ਦਾ ਮੌਕਾ ਮਿਲੇ। ਬੜਾ ਇਹ ਟਿੱਪਣੀ ਤੁਹਾਨੂੰ ਅਮਨ ਅਰੋੜਾ ਨੇ ਵੀ ਮੈਨੂੰ ਲੱਗਦਾ ਵਿਧਾਨ ਸਭਾ ਦੇ ਵਿੱਚ ਕਰਤੀ ਸੀ ਕਿ ਦਰਦ ਇਹੀ ਹੈ ਚਲੋ ਕਿ ਉਹ ਤਾਂ ਟੀਚਰ ਕਰਦਾ ਸੀ ਨਾ, ਮੈਂ ਇਹ ਉਹਨੂੰ ਫਿਰ ਮੈਂ ਜਵਾਬ ਦਿੱਤਾ, ਮੈਂ ਕਿਹਾ ਅਮਨ ਤੂੰ ਤਾਂ ਮੇਰੇ ਨਾਲ ਰਿਹਾ ਹੀ ਆ, ਤੂੰ ਮੈਨੂੰ ਬੜਾ ਆਪਣੇ ਆਪ ਦੇ ਉੱਤੇ ਸੰਤੁਸ਼ਟੀ ਆ ਕਿ ਮੈਂ ਯੂਪਾ ਵਰਗੀਆਂ ਲੜਾਈਆਂ ਲੜੀਆਂ। ਤੁਹਾਡੇ 'ਚੋਂ ਕਿਸੇ ਨੇ ਯੂਪਾ ਦੇ ਨੇੜੇ ਵੀ ਜਾ ਕੇ ਦੇਖਿਆ ਵਾ? ਮੈਂ ਮਤਲਬ ਖੈਰ ਸਾਹਿਬ ਕਿੰਨੇ ਕੁ ਮੁੰਡੇ ਸੀਗੇ ਜਿਹੜੇ ਤੁਸੀਂ, ਮੈਨੂੰ ਲੱਗਦਾ ਬੜਾ ਐਫਰਟ ਰਿਹਾ ਜਿਹੜੇ ਮੈਂ 2 FIRs ਚੱਕੀਆਂ ਸੀਗੀਆਂ, ਇੱਕ ਪਟਿਆਲੇ ਦੀ FIR ਸਮਾਣੇ ਥਾਣੇ ਦੀ ਸੀਗੀ, ਉਹਦੇ 'ਚ 6-7 ਬੱਚੇ ਸੀ, ਸਾਰੇ ਦਲਿਤ ਸੀਗੇ। ਔਰ ਮੈਂ ਤਾਂ ਉੱਥੇ ਗਿਆ, ਡਾਕਟਰ ਗਾਂਧੀ ਨੇ ਮੇਰੀ ਬੜੀ ਮਦਦ ਕੀਤੀ ਉਹਦੇ 'ਚ। ਅਸੀਂ ਜਦੋਂ ਉਹਨਾਂ ਦੇ ਪਿੰਡਾਂ 'ਚ ਗਏ ਆ, ਔਨ ਦਾ ਸਪੌਟ ਗਏ, ਉਹ ਮੈਂ ਤਾਂ ਹੈਰਾਨ ਸੀਗਾ ਕਿ ਯੂਪਾ ਵਰਗਾ ਐਡਾ ਵੱਡਾ ਕਾਲਾ ਕਾਨੂੰਨ ਲਾਤਾ ਤੁਸੀਂ, ਤੇ ਬੰਦੇ ਕਿਹੜੇ ਅਰੈਸਟ ਕੀਤੇ ਨੇ? ਦਿਹਾੜੀਦਾਰ। ਉਹ ਐਡੇ ਨੇ ਹੱਥੇ ਸੀ, ਵਕੀਲ ਵੀ ਖੜਾ ਨਹੀਂ ਸੀ ਕਰ ਸਕਦੇ। ਸੋ ਵੈਨ ਆਈ ਫੌਟ ਯੂਪਾ ਇਟ ਵਾਜ਼ ਰੀਅਲ ਕੰਟੈਂਟਮੈਂਟ। ਤਾਂ ਫਿਰ ਮੈਂ ਉਹਨੂੰ ਵਿਧਾਨ ਸਭਾ ਜਵਾਬ ਦਿੱਤਾ ਕਿ ਮੈਂ ਜਿੱਥੇ ਵੀ ਬੈਠਾ ਵਾਂ ਮੈਨੂੰ ਸੰਤੁਸ਼ਟੀ ਆ, ਤੇ ਜੇ ਵਾਹਿਗੁਰੂ ਨੇ ਮੇਰੇ ਇੱਥੇ ਮੱਥੇ ਤੇ ਲਿਖਿਆ ਹੋਊਗਾ ਕਿ ਰਾਜ ਕਰਨਾ, ਤੁਸੀਂ ਕਿਸੇ ਨੇ ਰੋਕ ਨਹੀਂ ਸਕਣਾ, ਉਹ ਮਿਲ ਜਾਣਾ ਵਾ। ਨਾਲੇ ਗੱਲ ਸੁਣੋ ਮੇਰੀ, ਜਦੋਂ ਰਾਜ ਦਾ ਲਾਲਚ ਤਾਂ ਉਹਨਾਂ ਨੂੰ ਜ਼ਿਆਦਾ ਕਰਨਗੇ ਨਾ ਜਿਨ੍ਹਾਂ ਨੇ ਕੋਈ ਵਪਾਰ ਬਣਾਉਣੇ ਨੇ, ਇੰਡਸਟਰੀ ਬਣਾਉਣੀ। ਸਾਡਾ ਟੀਚਾ ਹੀ ਨਹੀਂਗਾ, ਮੈਨੂੰ ਸਿਖਾਇਆ ਨਹੀਂ ਗਿਆ ਕਿ ਮੈਂ ਚਾਹ ਕੇ ਵੀ ਨਹੀਂ ਬਣਾ ਸਕਦਾ। ਖੈਰ ਸਾਹਿਬ ਇੱਕ ਬੜੀ ਅਹਿਮ ਚੀਜ਼, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਵੱਖ-ਵੱਖ ਪੜਾਵਾਂ 'ਚੋਂ ਨਿਕਲੇ, ਤਾਂ ਇੱਕ ਦੌਰ ਇਦਾਂ ਦਾ ਵੀ ਆਇਆ ਕਿ ਜੇਲ੍ਹ ਵੀ ਜਾਣਾ ਪਿਆ। ਹਾਂਜੀ। ਕਿਉਂਕਿ ਫਾਦਰ ਸਾਹਿਬ ਤਾਂ ਜੇਲ੍ਹਾਂ ਦੇ ਵਿੱਚ ਗਏ ਸੀ, ਉਹਨਾਂ ਦਾ ਕਾਰਨ ਕੁਝ ਹੋਰ ਸੀ, ਉਹ ਲੜਾਈ ਹੋਰ ਸੀਗੀ ਉਸ ਵੇਲੇ, ਉਹ ਵੱਖਰੀ ਲੜਾਈ ਸੀ ਬਿਲਕੁਲ। ਕਰੈਕਟ। ਤੁਹਾਨੂੰ ਕਿਸੇ ਹੋਰ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਜਾਣਾ ਪਿਆ, ਸਿਆਸੀ ਕਾਰਨ ਵੀ ਹੋ ਸਕਦੇ, ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ। ਜਦੋਂ ਉਹ ਪੀਰੀਅਡ ਆਇਆ ਲਾਈਫ ਦੇ ਵਿੱਚ, ਕਦੇ ਸੋਚਿਆ ਸੀ ਵੀ ਇਦਾਂ ਦਾ ਪੀਰੀਅਡ ਵੀ ਆਊਗਾ? ਨਹੀਂ, ਉਹ ਤਾਂ ਜਦੋਂ ਫਿਰ ਸਾਡੇ ਤੇ ਈਡੀ ਨੇ ਰੇਡ ਕੀਤਾ, ਉਹ ਸਿੰਪਲ ਕਾਰਨ ਨਹੀਂ ਸੀਗਾ ਕਿ ਆਈ ਪ੍ਰੋਬੇਬਲੀ ਕੇਮ ਆਨ ਦ ਰਡਾਰ ਬਿਕੋਜ਼ ਆਫ ਯੂਪਾ ਕੇਸਿਸ। ਕਿਉਂਕਿ ਜਦੋਂ ਮੈਂ ਯੂਪਾ ਦੇ ਕੇਸ ਚੱਕ ਰਿਹਾ ਸੀਗਾ, ਮੈਂ ਅਜੀਤ ਡੋਵਾਲ ਦਾ ਨਾਮ ਲੈ ਰਿਹਾ ਸੀਗਾ ਕਿ ਇੱਥੇ ਪੰਜਾਬ ਦੇ ਵਿੱਚ ਦੁਰਉਪਯੋਗ ਹੋ ਰਿਹਾ, ਦਿੱਲੀੋਂ ਆ ਰਹੇ ਨੇ, ਤਾਂ ਕਿਤੇ ਉਹਨਾਂ ਦੇ ਰਡਾਰ ਤੇ ਆ ਗਿਆ। ਫਿਰ ਮੈਂ ਕਿਸਾਨਾਂ ਦੇ ਅੰਦੋਲਨ 'ਚ ਵੀ ਬੜਾ ਪ੍ਰੋਐਕਟਿਵ ਰੋਲ ਸੀਗਾ। ਤੁਹਾਨੂੰ ਯਾਦ ਹੈ ਮੁੰਡਾ ਮਰ ਗਿਆ ਸੀਗਾ ਡਿਬਿਆ ਟਰੈਕਟਰ ਪਰੇਡ ਤੇ, ਜਦੋਂ ਉਹਦੇ ਗੱਲ ਚੱਕੀ, ਹਾਈ ਕੋਰਟ ਤੱਕ ਪਟੀਸ਼ਨ ਕਰਾਈ ਉਹਨਾਂ ਦੇ ਦਾਦਾ ਜੀ ਨੂੰ ਨਾਲ ਲੈ ਕੇ, ਉਹ ਵੀ ਉਹਨਾਂ ਨੂੰ ਚੁੱਭਦੀ। ਕੁਝ ਥੋੜੀ ਬਹੁਤੀ ਸ਼ਰਾਰਤ ਸਾਡੇ ਵਾਲੇ ਮਿੱਤਰਾਂ ਨੇ ਵੀ ਕੀਤੀ ਪਾਰਟੀ 'ਚ ਰਹਿ ਕੇ, ਪਰ ਚਲੋ ਜੋ ਕਰਨਾ ਸੀ ਕਿਸੇ ਨੇ ਹੋ ਗਿਆ। ਪਰ ਮੈਨੂੰ ਪਤਾ ਸੀਗਾ ਕਿ ਇਹ ਜਿਹੜਾ ਈਡੀ ਦਾ ਮਸਲਾ ਸਾਰਾ, ਇਹ ਅਲਟੀਮੇਟਲੀ ਮੇਰੇ ਹੱਕ ਵਿੱਚ ਜਾਵੇਗਾ, ਕਿਉਂਕਿ ਮੈਂ ਬੇਗੁਨਾਹ ਸੀਗਾ। ਆਹੀ ਘਰ ਆ, ਇੱਥੇ ਈਡੀ ਦਾ ਰੇਡ ਚੱਲ ਰਿਹਾ ਸੀ ਅੰਦਰ, ਤੇ ਮੈਂ ਆਹ ਗੇਟ ਤੇ, ਪਿੱਛੇ ਗੇਟ ਹੋਇਆ ਤੁਹਾਨੂੰ ਦਿਸ ਰਿਹਾ ਹੋਊਗਾ, ਇਸੇ ਗੇਟ ਤੇ ਆਣ ਕੇ ਉਹ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਮੈਂ ਉਹਨਾਂ ਨੂੰ ਪਰੇ ਕੀਤਾ। ਮੈਂ ਆਣ ਕੇ ਬਾਹਰ ਇੱਥੇ ਕਹਿਤਾ ਸੀਗਾ ਕਿ ਇਹ ਸਾਰਾ ਫਰਾਡ ਹੈ, ਮੇਰੇ ਘਰੋਂ ਕੋਈ ਰਿਕਵਰੀ ਨਹੀਂ ਹੋਈ, ਕੋਈ ਕਰੰਸੀ, ਕੋਈ ਪੈਸਾ, ਕੋਈ ਪਾਸਪੋਰਟ ਜਾਲੀ, ਜਿੱਦਾਂ ਉਹਨਾਂ ਨੇ ਪਹਿਲਾਂ ਕਿਹਾ ਸੀਗਾ ਜਾਲੀ ਪਾਸਪੋਰਟ ਹੈਗੇ ਬਾਹਰ, ਉਹ ਸਾਰਾ ਫਰਾਡ ਸੀ। ਸਿਰਫ ਸਾਡੇ ਪਰਿਵਾਰ ਦੇ ਜਿਹੜੇ ਖਰਚੇ ਹੁੰਦੇ ਆ, ਆਪਣੇ ਬੱਚਿਆਂ ਦੀ ਸ਼ਾਦੀਆਂ ਦੇ, ਵਿਆਹ ਦੀਆਂ ਡੈਰੀਆਂ, ਉਹ ਚੱਕ ਕੇ ਲੈ ਕੇ ਉਹਨਾਂ ਨੇ ਈਡੀ ਦਾ ਕੇਸ ਬਣਾਤਾ। ਜਿੱਦਾਂ ਮੈਨੂੰ ਅਰੈਸਟ ਕੀਤਾ, ਉਹਨਾਂ ਨੇ ਬੁਲਾਇਆ ਮੈਨੂੰ ਕੁਐਸਚਨਿੰਗ ਲਈ ਸੀਗਾ, ਮੈਂ 10 ਕੇ 11 ਵਾਰੀ ਉਹਨਾਂ ਦੇ ਪੇਸ਼ ਹੋ ਚੁੱਕਾ ਸੀਗਾ, ਹਰ ਇੱਕ ਗੱਲ ਮੈਂ ਕੋਆਪਰੇਟ ਕਰ ਰਿਹਾ ਸੀਗਾ। ਪਰ ਜਦੋਂ ਮੈਨੂੰ ਅਰੈਸਟ ਕੀਤਾ, ਮੇਰਾ ਜਿਹੜਾ ਇਨਵੈਸਟੀਗੇਟਿੰਗ ਆਫਿਸਰ ਸੀਗਾ, ਉਹਨੇ ਕਿਹਾ ਜੀ ਕਿ ਅੱਜ ਸਾਡੀ ਮਜਬੂਰੀ ਹੈ, ਉੱਤੋਂ ਹਦਾਇਤ ਆ ਗਈ ਹੈ, ਤੁਹਾਨੂੰ ਅਸੀਂ ਗ੍ਰਿਫਤਾਰ ਕਰ ਰਹੇ। ਸੋ ਇੱਕ ਥੋੜੇ ਕੁਝ ਸਕਿੰਟਾਂ ਲਈ ਇਟਸ ਲਿਟਲ ਸ਼ੌਕਿੰਗ। ਆਈ ਨੈਵਰ ਐਕਸਪੈਕਟਡ। ਮੈਂ ਤਾਂ ਜਾ ਰਿਹਾ ਸੀ, ਕੁਐਸਚਨਿੰਗ ਕਰ ਰਿਹਾ ਸੀਗਾ, ਪਰ ਫਿਰ ਮੈਂ ਆਪਣੇ ਮਨ ਨੂੰ ਸਮਝਾਇਆ ਕਿ ਜੇ ਹੁਣ ਤੂੰ ਘਬਰਾਏਂਗਾ, ਜੇ ਤੇਰੇ ਤੇ ਚਿਹਰੇ ਤੇ ਸ਼ਿਕਨ ਆਵੇਗਾ, ਕਿ ਉਹਦਾ ਇਫੈਕਟ ਪਤਾ ਕੀ ਹੋਊਗਾ, ਕਿ ਮੇਰੀ ਫੈਮਿਲੀ ਪਹਿਲਾਂ ਡਿਮੋਰਲਾਈਜ਼ ਹੋਊਗੀ, ਉਹਨਾਂ ਨੂੰ ਦੇਖ ਕੇ ਮੇਰਾ ਕਨਸਟੀਟੂਐਂਸੀ ਤੇ ਪੰਜਾਬ ਦੇ ਜਿਹੜੇ ਲੋਕੀ ਨੇ ਉਹ ਡਿਮੋਰਲਾਈਜ਼। ਸੋ ਮੈਂ ਕਿਹਾ ਅੱਜ ਬਿਲਕੁਲ ਡੋਲਣਾ ਨਹੀਂਗਾ, ਹੁਣ ਇਹਨਾਂ ਨੇ ਜੋ ਕਰਨਾ ਕਰ ਲੈਣ ਦਿਓ। ਔਰ ਜੇਲ੍ਹਾਂ ਬੰਦਿਆਂ ਲਈ ਬਣੀਆਂ ਨੇ, ਮੇਰੇ ਪਿਤਾ ਜੀ ਨੇ ਬਹੁਤ ਜੇਲ੍ਹਾਂ ਕੱਢੀਆਂ, ਮੈਂ ਬਹੁਤ ਅੰਦਰ ਜਾ ਕੇ ਉਹਨਾਂ ਦੇ ਨਾਲ ਉਦੋਂ ਮੁਲਾਕਾਤਾਂ ਅੰਦਰ ਵੀ ਕਰਾ ਦਿੰਦੇ ਸੀਗੇ। 79 ਦਿਨ ਦਾ ਸਮਾਂ ਸੀਗਾ ਇਹ? ਹਾਂ, 80 ਡੇਜ਼, 80 ਦਿਨ ਪੂਰੇ।
78 ਦਿਨ ਸੌਰੀ 79 ਪਟਿਆਲੇ ਜੇਲ੍ਹ 'ਚ। ਤੇ ਮੈਂ ਉਹ ਜੇਲ੍ਹ ਦੀ ਅੰਦਰਲੀ ਜ਼ਿੰਦਗੀ ਕਿਹੋ ਜਿਹੀ ਰਹੀ ਹੈ ਸੁਖਪਾਲ ਸਿੰਘ ਨਹੀਂ ਖਹਿਰਾ ਸੀਗਾ, ਐਵੇਂ ਲੋਕੀ ਰੋਂਦੇ ਨੇ। ਮੈਨੂੰ ਬਿਲਕੁਲ ਯਕੀਨ ਕਰਨਾ, ਜਿਹੜਾ ਉੱਥੋਂ ਦਾ ਸਟਾਫ ਸੀਗਾ ਉਹ ਵੀ ਬੜੇ ਮੇਰੇ ਨਾਲ ਸਿੰਪਥੈਟਿਕ ਸੀ, ਉਹ ਸਾਰੇ ਮੇਰਾ ਬੜਾ ਧਿਆਨ ਰੱਖਦੇ ਸੀਗੇ। ਔਰ ਜਿਹੜਾ ਮੈਨੂੰ ਜਿੱਥੇ ਰੱਖਿਆ ਸੀਗਾ ਉਦੋਂ ਉਹਨੂੰ ਪਟਿਆਲਾ ਜੇਲ੍ਹ 'ਚ MP ਹਾਤਾ ਕਹਿੰਦੇ ਸੀ। ਉੱਥੇ ਪੋਲੀਟੀਕਲ ਡੈਟਨਿਊਜ਼ ਨੂੰ ਰੱਖਦੇ, ਸ਼ਾਇਦ ਪ੍ਰਕਾਸ਼ ਸਿੰਘ ਬਾਦਲ, ਚੰਦਰ ਸ਼ੇਖਰ ਵੀ ਰਿਹਾ ਸੀ। ਇੱਕ ਪੁਰਾਣੀ ਬੈਰਕ ਬਣੀ ਹੋਈ ਸੀਗੀ, ਇੱਕ ਥੋੜ੍ਹੀ ਚੰਗੀ ਬਣੀ ਹੋਈ ਸੀ। ਜਿਹੜੀ ਚੰਗੀ ਵਾਲੀ ਸੀ ਉਹ ਖਾਸੀ ਠੀਕ ਸੀਗੀ, ਮਤਲਬ ਉਹਦੇ 'ਚ ਕੋਈ ਇੱਦਾਂ ਦੀ ਪ੍ਰੋਬਲਮ ਸੀ। ਉਹਦੇ 'ਚ ਨਾਲ ਬੈਰਕ ਸੀਗੀ, ਉਹਦੇ ਅੰਦਰ ਹੀ ਨਾਲ ਸਾਫ਼ ਸੁਥਰੇ ਵਾਸ਼ਰੂਮ ਸੀਗੇ, 2 ਬੈਰਕ ਸੀਗੀਆਂ। ਇੱਕ ਨੂੰ ਅਸੀਂ ਰਸੋਈ ਬਣਾ ਲਿਆ, ਇੱਕ 'ਚ ਮੈਂ ਰਹਿਣ ਲੱਗ ਗਿਆ। 2 ਬੰਦੇ ਉਹਨਾਂ ਨੇ ਮੈਨੂੰ ਹੈਲਪਰਸ ਦਿੱਤੇ। ਬੈਡਮਿੰਟਨ ਦਾ ਕੋਰਟ ਸੀਗਾ ਅੰਦਰ ਬਣਿਆ ਹੋਇਆ, ਵਾਕਿੰਗ ਟਰੈਕ ਸੀਗਾ, 6 ਕਨਾਲ ਦਾ ਕੰਪਾਊਂਡ ਸੀਗਾ। ਉਹ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ। ਮੈਂ ਆਪਣਾ ਸਗੋਂ ਪੂਰੀ ਵਰਜਿਸ਼ ਕੀਤੀ। ਮੈਂ 8 ਕਿਲੋ ਭਾਰ ਘਟਾਇਆ ਜੇਲ੍ਹ ਦੇ ਵਿੱਚ, 8 kgs, ਤੇ ਵਧੀਆ ਡਾਈਟ ਵਗੈਰਾ ਸਾਰਾ ਕੁਝ, ਕਿਸੇ ਗੱਲ ਦੀ ਕਮੀ ਨਹੀਂ। ਜੇਲ੍ਹ ਦੀ ਰੋਟੀ ਬਹੁਤ ਅੱਛੀ ਸੀ ਪਟਿਆਲਾ ਜੇਲ੍ਹ ਦੀ। ਇੱਕ ਸਿਸਟਮ ਸਮਝੇ ਅੰਦਰ, ਕਹਿੰਦੇ ਕਿ ਜਿੱਦਾਂ ਜੇਲ੍ਹਾਂ ਦੇ ਵਿੱਚੋਂ ਫੋਨ ਆਉਂਦੇ ਆ, ਜੇਲ੍ਹਾਂ ਦੇ ਵਿੱਚ ਨਸ਼ਾ ਚੱਲ ਰਿਹਾ ਹੈਗਾ, ਜੇਲ੍ਹਾਂ ਦੇ ਵਿੱਚ ਹਾਲਾਤ ਬੜੇ ਮਾੜੇ ਨੇ। ਇਹ ਰੌਲਾ ਹੋਊਗਾ, ਪਰ ਮੈਂ ਜ਼ਿਆਦਾ, ਮੈਨੂੰ ਮਿਕਸ ਨਹੀਂ ਸੀ। ਉਹ ਡਰਦੇ ਸੀਗੇ, ਅਲੱਗ ਰੱਖਿਆ ਸੀ। ਹਾਂ ਅਲੱਗ ਰੱਖਦੇ ਸੀ। ਔਰ ਮੇਰੇ ਨਾਲ ਹੀ ਜਿਹੜੀਆਂ ਪਰਲੇ ਪਾਸੇ ਜਿਹੜੀਆਂ ਬੈਰਕ ਸੀ, ਉੱਥੇ ਸੀਗੇ ਭਾਈ ਰਾਜੂ ਆਣਾ, ਇਸ ਤਰ੍ਹਾਂ ਦੇ ਵਿਅਕਤੀ ਸੀਗੇ। ਤਾਂ ਮੈਨੂੰ ਜ਼ਿਆਦਾ ਮਿਕਸ ਨਹੀਂ ਕਰਦਾ। ਸਾਨੂੰ ਸਰਕਾਰੀ ਫੋਨ ਦਿੰਦੇ ਸੀ ਉਦੋਂ, ਬਕਾਇਦਾ ਤੌਰ ਤੇ ਉਹ ਜਿਹੜੇ ਹੁੰਦੇ ਸੀ ਨਾ ਜੀ, ਉਹ ਲੈਂਡਲਾਈਨ ਟਾਈਪ ਫੋਨ ਸੀ, ਕਾਰਡਲੈਸ। ਉੱਥੋਂ ਫੋਨ ਦਿੰਦੇ ਸੀ ਮੈਨੂੰ, ਘੰਟਾ 1.5 ਘੰਟਾ ਦੇ ਦਿੰਦੇ ਸੀ, ਆਪਣੇ ਜਿੱਥੇ ਵੀ ਤੁਸੀਂ ਕਰਨਾ, ਵਕੀਲ ਨਾਲ ਘਰੇ ਗੱਲ ਕਰਨੀ ਕਰ ਲਓ। ਸੋ ਐਵੇਂ ਮੈਂ ਜੋ ਮਰਜ਼ੀ, ਕੋਈ ਪ੍ਰੋਬਲਮ ਨਹੀਂ ਸੀਗੀ। ਸਗੋਂ ਮੈਂ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਕੀਤਾ, ਉੱਥੇ ਫਿਜ਼ੀਕਲੀ ਸਟਰੋਂਗ ਕੀਤਾ, ਸੋਚਣ ਦਾ ਕਿ ਲੜਨਾ ਵਾ ਬਾਹਰ ਆਣ ਕੇ ਦੁਬਾਰਾ, ਫਿਰ ਉਸੇ ਸਪੀਡ ਨਾਲ ਲੜਨਾ ਵਾ। ਔਰ ਇਹ ਜਿਹੜਾ ਹੁਣ ਇਹਨਾਂ ਨੇ ਜਦੋਂ ਬੋਕਰ ਪਾਰਟੀ ਬਣੀ ਆ, ਇਹਨਾਂ ਨੇ ਜੇਲ੍ਹਾਂ ਵਿੱਚ ਆਣ ਕੇ ਜਿਹੜਾ ਨਾ ਐਵੇਂ ਨਫ਼ਰਤ ਦੀ ਭਾਵਨਾ ਨਾਲ, ਸ਼ਾਇਦ ਮੇਰੇ ਖਿਆਲ ਨਵਜੋਤ ਸਿੰਘ ਸਿੱਧੂ ਨੂੰ ਵੀ ਉਸੇ ਜਗ੍ਹਾ ਤੇ ਰੱਖਿਆ ਸੀ ਜਿੱਥੇ ਮੈਨੂੰ ਰੱਖਿਆ ਸੀ। ਇਹ ਪ੍ਰੋਬੇਬਲੀ ਜੇਲ੍ਹ ਮਿਨਿਸਟਰ ਨੇ ਜਦੋਂ ਦੇਖਿਆ, ਕਹਿੰਦੇ ਜੀ ਐਵੇਂ ਅੰਦਰ VIP ਕੀ ਸੀਗਾ, ਇਟ ਵਾਸ ਜਸਟ ਅ ਲਿਟਲ ਬਿਟ ਆਫ ਕੰਫਰਟ ਫॉर ਪੀਪਲ ਜਿਹੜੇ ਇਲੈਕਟ ਹੋਏ ਨੇ। ਸਮਝਦੇ ਨਾ, ਵੈਸੇ ਵੀ ਦੇਸ਼ ਵਿੱਚ ਆਮ ਤੌਰ ਤੇ B ਕਲਾਸ ਕਹਿੰਦੇ ਸੀ ਨੂੰ ਪਹਿਲਾਂ, ਮਤਲਬ B ਕਲਾਸ ਵਿੱਚ ਰੱਖਦੇ ਸੀਗੇ। ਤੇ ਇਹਨਾਂ ਨੇ ਜਾ ਕੇ ਉੱਥੇ ਸਾਰਾ ਬੰਦ ਕਰਤਾ। ਉਹ MP ਹਾਤੇ ਨੂੰ ਸ਼ਾਇਦ ਐਡਮਿਨਿਸਟ੍ਰੇਟਿਵ ਕੰਪਾਊਂਡ ਬਣਾਤਾ, ਤੇ ਨਵਜੋਤ ਨੂੰ ਚੱਕ ਕੇ ਕਿਸੇ ਹੋਰ ਪਾਤਾ। ਤੇ ਇਹ ਇਸ ਕਰਕੇ ਜੇਲ੍ਹ ਇਨਫੈਕਟ ਵਾਜ਼ ਏ ਪੀਰੀਅਡ ਜਿੱਥੇ ਮੈਂ ਇੰਟਰੋਸਪੈਕਸ਼ਨ ਕੀਤੀ ਅੰਦਰ, ਤੇ ਮੈਂ ਬਾਹਰ ਆਇਆ ਵਾਂ। ਤੇ ਉਹ ਮੇਰੇ ਪਿੱਛੋਂ ਇਨ ਦ ਮੀਨ ਟਾਈਮ ਇਲੈਕਸ਼ਨਸ ਆ ਰਹੀਆਂ ਸੀ। ਜਦੋਂ ਮੈਨੂੰ ਅਰੈਸਟ ਕੀਤਾ ਨਵੰਬਰ 21 'ਚ, ਸ਼ਾਇਦ 11 ਤਰੀਕ ਸੀਗੀ, ਤੇ 80 ਦਿਨ ਉਸ ਤੋਂ ਬਾਅਦ ਤੁਸੀਂ ਲਾ ਲਓ ਜਨਵਰੀ ਦੇ ਅਖੀਰ ਤੇ ਆ ਕੇ ਮੈਨੂੰ ਰਿਲੀਜ਼ ਕੀਤਾ। ਉਹ ਸਾਰਾ ਇਲੈਕਸ਼ਨ ਦਾ ਟਾਈਮ ਸੀਗਾ। ਤਾਂ ਫਿਰ ਮੇਰੇ ਬੇਟੇ ਨੇ, ਮਹਿਤਾਬ ਸਾਰੀ ਕੰਪੇਨਿੰਗ ਕੀਤੀ, ਉਹਨਾਂ ਨੇ ਸਾਂਭਿਆ। ਉਹਨੇ ਪੂਰਾ, ਮਤਲਬ ਮੈਨੂੰ ਦੇਖ ਕੇ, ਜਾਂ ਆਪਣੇ ਦਾਦਾ ਜੀ ਤੋਂ ਜਿਹੜੇ ਚੰਗੇ ਸੰਸਕਾਰ ਮਿਲੇ ਨੇ ਉੱਥੋਂ ਗੱਲ ਚੱਕ ਕੇ, ਉਹਨੇ ਜਾ ਕੇ ਮੇਰੀ ਇਲੈਕਸ਼ਨ, ਤਾਂ ਮੇਰੀ ਸਾਰਾ ਕੁਝ ਕੰਪਲੀਟਲੀ ਡਨ ਸੀਗਾ, ਤਿਆਰ ਸੀ। ਮੈਂ ਤਾਂ ਸਿਰਫ ਜਦੋਂ ਮੈਨੂੰ ਛੱਡਿਆ ਬਾਹਰ ਗਿਆ ਵਾਂ, ਮੈਂ ਆਪਣੇ ਕਾਗਜ਼ ਭਰੇ ਆ ਤੇ ਹਲਕਾ ਜਿਹਾ ਰਾਊਂਡ ਮਾਰਿਆ ਇਲਾਕੇ 'ਚ, ਤੇ ਆਪਾਂ ਨਾਲ ਜੁੜ ਗਏ। ਔਰ ਯਾਦ ਰਹੇ, ਕੱਲੀ ਭਲੱਥ ਸੀਟ ਆ ਜਿੱਥੇ ਬੋਕਰ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ ਹੈ, ਇੱਕੋ ਸੀਟ। ਮਤਲਬ 92 ਸੀਟਾਂ ਜਿੱਤ ਰਹੇ ਨੇ, ਕਹਿੰਦੇ ਸੀ ਜੀ ਬੜੀ ਵੇਵ ਚੱਲ ਰਹੀ ਹੈ, ਪਰ ਭਲੱਥ ਦੇ ਲੋਕਾਂ ਨੇ ਹਮੇਸ਼ਾ ਸਾਡਾ ਬਹੁਤ ਦ੍ਰਿੜਤਾ ਨਾਲ ਸਾਥ ਦਿੱਤਾ, ਤੇ ਉੱਥੇ ਉਹਦੀ ਜ਼ਮਾਨਤ ਜ਼ਬਤ ਕਰਾਈ। ਖੈਰ ਸਾਹਿਬ, ਹੁਣ ਮੈਨੂੰ ਲੱਗਦਾ ਕਿ ਪਿਛਲੀ ਵਾਰੀ ਜਦੋਂ ਮੈਂ ਆਮ ਆਦਮੀ ਪਾਰਟੀ 'ਚ ਲੜਿਆ, ਉਦੋਂ ਕਾਂਗਰਸ ਦੀ ਜ਼ਮਾਨਤ ਜ਼ਬਤ ਹੋਈ। ਸੋ ਇਹਦਾ ਸਿਹਰਾ ਉਹਨਾਂ ਨੂੰ ਜਾਂਦਾ। ਬਿਲਕੁਲ, ਮੈਨੂੰ ਲੱਗਦਾ ਕਿ ਪਰਿਵਾਰ ਦਾ ਬੜਾ ਅਹਿਮ ਰੋਲ ਹੁੰਦਾ। ਹੁਣ ਥੋੜੀ ਜਿਹੀ ਮੁਲਾਕਾਤ ਪਰਿਵਾਰ ਦੇ ਨਾਲ ਵੀ ਕਰ ਹਾਂ, ਜ਼ਰੂਰ ਜੀ, ਆ ਜਾਓ। ਤਾਂ ਗੱਲਬਾਤ ਕਰਦੇ ਕਰਦੇ ਹੁਣ ਅਸੀਂ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕਰ ਲਈਏ। ਸਾਡੇ ਨਾਲ ਮਹਿਤਾਬ ਖਹਿਰਾ ਮੌਜੂਦ ਨੇ, ਬੇਟੇ ਨੇ ਉਹਨਾਂ ਦੇ। ਗੱਲਬਾਤ ਕਰਕੇ ਸਮਝਾਂਗੇ ਕਿ ਪਰਿਵਾਰ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਕਿਸ ਤਰੀਕੇ ਨਾਲ ਵਿਚਰਦੇ ਨੇ ਤੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਅਸਰ ਹੈਗਾ ਮਹਿਤਾਬ ਖਹਿਰਾ ਦੇ ਉੱਪਰ। ਭਾਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸੁਖਪਾਲ ਸਿੰਘ ਖਹਿਰਾ ਇੱਕ ਰਿਨਾਊਂਡ ਪਰਸਨੈਲਿਟੀ ਹੈਗੇ। ਜਦੋਂ ਪੋਲੀਟੀਕਲ ਸਿਸਟਮ ਦੇ ਵਿੱਚ ਬੰਦਾ ਹੁੰਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਉੱਪਰ ਵੀ ਨਿਰਭਰ ਕਰਦੀਆਂ ਹੁੰਦੀਆਂ ਨੇ। ਕਿਵੇਂ ਇਹਨਾਂ ਦੀ ਜ਼ਿੰਦਗੀ ਤੁਹਾਨੂੰ ਪ੍ਰਭਾਵਿਤ ਕਰਦੀ ਹੈਗੀ? ਮੇਰੇ ਫਾਦਰ ਦਾ ਜੀ ਮੇਰੇ ਲਾਈਫ ਤੇ ਇੱਕ ਬੜਾ ਵੱਡਾ ਪ੍ਰਭਾਵ, ਓਬਵੀਅਸਲੀ ਹਰ ਇੱਕ ਆਈ ਥਿੰਕ ਨੌਜਵਾਨ ਤੇ ਆਪਣੇ ਫਾਦਰ ਦਾ ਆਪਣੇ ਨੌਜਵਾਨ ਤੇ ਇੱਕ ਪ੍ਰਭਾਵ ਹੁੰਦਾ ਹੈ। ਲੇਕਿਨ ਮੈਂ ਆਪਣੇ ਫਾਦਰ ਨੂੰ ਸ਼ੁਰੂ ਤੋਂ, ਜਦੋਂ ਮੈਂ ਛੋਟਾ ਸੀ ਜੀ, ਨਿਡਰਤਾ ਨਾਲ ਸੋਸ਼ਲ ਕਾਜ਼ਸ ਲਈ ਲੜਦੇ ਦੇਖਿਆ।
ਉਹ ਕਿਤੇ ਨਾ ਕਿਤੇ ਉਹ ਗੱਲ ਮੇਰੇ ਵਿੱਚ ਵੀ ਇਨਸਟਿਲ ਹੁੰਦੀ ਹੈ। ਮੈਂ ਸੁਣਿਆ ਸੀਗਾ ਕਿ ਮੇਰੇ ਦਾਦਾ ਜੀ ਵੀ ਇਸੀ ਨਿਡਰਤਾ ਨਾਲ ਫੀਅਰਲੈਸਲੀ ਆਪਣੇ ਕੌਮ ਦੇ ਲਈ ਖੜੇ ਹੋਏ, ਜੇਲਾਂ ਕੱਟੀਆਂ ਉਹਨਾਂ ਨੇ। ਸੋ ਇਹ ਜਿਹੜਾ ਇਹਨਾਂ ਦਾ ਇੱਕ ਨਿਡਰਤਾ ਹੈ, ਫੀਅਰਲੈਸਨੈਸ ਹੈ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹਨੂੰ ਫੋਲੋ ਕਰਨਾ ਚਾਹੁੰਦਾ। ਇਸ ਤੋਂ ਇਲਾਵਾ ਜੋ ਮੇਰੇ ਰਾਏ ਚ ਪਰਸਨਲੀ ਆਈ ਥਿੰਕ ਇਹਨਾਂ ਦੀ ਡਿਸਪਲਿਨ ਜੋ ਹੈ ਉਹ ਪਾਰ ਐਕਸਲੈਂਸ ਹੈ। ਬਹੁਤ ਘੱਟ ਲੋਕ ਹੁੰਦੇ ਨੇ ਜ਼ਿੰਦਗੀ 'ਚ ਜੋ ਇੱਕ ਰੂਟੀਨ ਨੂੰ ਫੋਲੋ ਕਰਦੇ ਆ ਜਾਂ ਇੱਕ ਡਿਸਪਲਿਨ ਨੂੰ ਇੱਕ ਰਿਲੀਜਨ ਬਣਾ ਕੇ ਉਹਨੂੰ ਫੋਲੋ ਕਰਦੇ ਆ। ਇਹ ਦੋ ਚੀਜ਼ਾਂ ਮੈਂ ਆਈ ਥਿੰਕ ਮੈਂ ਆਪਣੇ ਆਪ ਵਿੱਚ ਚਾਹੂੰਗਾ ਕਿ ਮੈਨੂੰ ਫॉर ਲਾਈਫ ਫੋਲੋ ਕਰਾਂ। ਖੈਰ ਸਾਹਿਬ, ਇੱਕ ਬੜੀ ਅਹਿਮ ਚੀਜ਼ ਜਿਵੇਂ ਜ਼ਿਕਰ ਕਰ ਰਹੇ ਸੀਗੇ ਕਿ ਇੱਕ ਰੂਟੀਨ ਤੁਹਾਡੀ ਜ਼ਿੰਦਗੀ ਦੀ, ਵੈਸੇ ਡੇਲੀ ਰੂਟੀਨ ਕੀ ਹੈਗੀ ਤੁਹਾਡੀ ਇੱਥੇ ਹੁਣ? ਜਿੱਦਾਂ ਅਸੀਂ ਫੇਅਰਲੀ ਰੀਜ਼ਨੇਬਲ ਟਾਈਮ ਸਿਰ ਉੱਠਦੇ ਹਾਂ ਔਰ ਟਾਈਮ ਸਿਰ ਸੌਂਦੇ ਹਾਂ। ਪਹਿਲਾ ਤਾਂ ਡਿਸਪਲਿਨ ਹੈ, ਖਾਣਾ ਸੰਜਮ ਨਾਲ ਔਰ ਮੋਸਟਲੀ ਖਾਣਾ ਘਰ ਦਾ। ਔਰ ਸਵੇਰੇ ਜਦੋਂ ਵੀ ਮੈਨੂੰ ਟਾਈਮ ਮਿਲਦਾ, ਇੰਨਾ ਟਾਈਮ ਨਹੀਂ ਮਿਲਦਾ ਲੇਕਿਨ ਆਈ ਪਰਸਨਲੀ ਫੀਲ ਕਿ ਮੈਨੂੰ 50% ਦਿਨ, ਅਗਰ ਸਾਲ 'ਚ 365 ਦਿਨ ਆ ਤਾਂ ਸਮਝ ਲਓ ਤਕਰੀਬਨ 150 ਦਿਨ ਮੈਂ ਐਕਸਰਸਾਈਜ਼ ਵੀ ਕਰਦਾ ਫਿਜ਼ੀਕਲ। ਔਰ ਮੇਰੀ ਵਾਈਫ ਔਰ ਮੈਂ ਔਰ ਮਹਿਤਾਬ ਅਸੀਂ ਸਾਰੇ ਕੀਨ ਸਪੋਰਟਸਮੈਨ ਹਾਂ। ਮੈਂ ਜਦੋਂ ਵੀ ਮੈਨੂੰ ਜਿੱਦਾਂ ਮੈਂ ਦੱਸਿਆ ਕਿ ਟਾਈਮ ਮਿਲਦਾ ਤਾਂ ਮੈਂ 5 ਤੋਂ ਲੈ ਕੇ 7 ਕਿਲੋਮੀਟਰਸ, 5 ਤੋਂ 7 ਕਿਲੋਮੀਟਰ ਜੋਗ ਵਾਕ, ਉਹਦੇ 'ਚ 90% ਜੋਗਿੰਗ ਹੈ ਅਤੇ 10 ਪੈਸੇ ਸਿਰਫ ਥੋੜ੍ਹਾ ਸਾਹ ਲੈਣ ਵਾਸਤੇ ਵਾਕਿੰਗ ਹੈ। ਸੋ 1 ਘੰਟੇ ਦੀ ਇੱਕ ਡਰਿਲ ਅਸੀਂ ਐਕਸਰਸਾਈਜ਼ ਦੀ ਕਰਦੇ ਹਾਂ ਔਰ ਉਹਦੇ 'ਚ ਫਰੀ ਹੈਂਡ ਐਕਸਰਸਾਈਜ਼ ਨੇ, ਸਟਰੈਚਿੰਗ ਆ, ਅਗਰ ਹੋ ਸਕੇ ਕੋਈ 50 60 70 ਪੁਸ਼ਅਪਸ ਨੇ, ਡੰਡ ਕੱਢਣੇ। ਕਿਉਂਕਿ ਮੈਂ ਸਮਝਦਾ ਕਿ ਫਿਜ਼ੀਕਲ ਐਕਸਰਸਾਈਜ਼ ਉਨੀ ਇੰਪੋਰਟੈਂਟ ਹੈ ਜਿੰਨੀ ਤੁਹਾਡੀ ਕੋਈ ਮੈਂਟਲ ਐਕਸਰਸਾਈਜ਼ ਜਾਂ ਕੋਈ ਪੜ੍ਹਾਈ ਇੰਪੋਰਟੈਂਟ ਹੈ, ਕਿਉਂਕਿ ਦੈਟ ਬ੍ਰਿੰਗਸ ਆਊਟ ਯੋਰ ਟਰੂ ਪਰਸਨੈਲਿਟੀ। ਔਰ ਨਾਲ ਜਦੋਂ ਤੁਸੀਂ ਫਿਜ਼ੀਕਲੀ ਠੀਕ ਹੋ, ਤੁਹਾਡੀ ਸੋਚਣ ਸ਼ਕਤੀ 'ਤੇ ਵੀ ਇਫੈਕਟ ਪੈਂਦਾ ਹੋ, ਤੁਹਾਨੂੰ ਅੱਛੇ ਕੈਮੀਕਲਸ, ਅੱਛੇ ਐਨਜ਼ਾਈਮਸ ਰਿਲੀਜ਼ ਹੁੰਦੇ ਬੋਡੀ 'ਚੋਂ, ਦੈਨ ਯੂ ਥਿੰਕ ਪੋਜ਼ੀਟਿਵਲੀ। ਔਰ ਜਿੰਨਾ ਸਟ੍ਰੈਸ ਜ਼ਿੰਦਗੀ 'ਚ ਰਿਹਾ ਮੈਨੂੰ ਜਾਂ ਮੇਰੇ ਪਿਤਾ ਜੀ ਨੂੰ ਰਿਹਾ, ਜੇ ਮਾੜੇ ਜਿਹੇ ਵੀ ਕਮਜ਼ੋਰ ਇਨਸਾਨ ਹੁੰਦੇ ਤਾਂ ਹੁਣ ਅਸੀਂ ਕੋਲੈਪਸ ਕਰ ਜਾਣਾ ਸੀਗਾ। ਸੋ ਫਿਜ਼ੀਕਲ ਐਕਟੀਵਿਟੀ ਨੇ, ਅੱਛੀ ਰੂਟੀਨ ਨੇ, ਠੀਕ ਖਾਣ ਨਾਲ, ਬੈਲੈਂਸਡ ਡਾਇਟ ਨਾਲ, ਉਹ ਮੈਂ ਸਮਝਦਾ ਕਿ ਤੁਹਾਡਾ ਜਿਹੜਾ ਹੈਗਾ ਸੋਚਣ ਸ਼ਕਤੀ ਜਿਹੜੀ ਹੈ ਉਹ ਕਾਫੀ ਠੀਕ ਰਹਿੰਦੀ ਅਤੇ ਤੁਹਾਡਾ ਮਨੋਬਲ ਜਿਹੜਾ ਉਹ ਬਹੁਤ ਠੀਕ ਰਹਿੰਦਾ। ਮੈਂ ਤਾਂ ਜੇ ਅਸੀਂ ਗੱਲ ਕਰੀਏ ਸਰ ਹੋਣਾ ਦੀ, ਇਹਨਾਂ ਦਾ ਇੱਕ ਹੁੰਦਾ ਨਾ ਕਿ ਫਾਦਰ ਦਾ ਇੱਕ ਡਰ ਵੀ ਹੁੰਦਾ, ਇਹ ਡਰ ਰਿਹਾ ਜਾਂ ਪਿਆਰ ਰਿਹਾ ਸਾਰਾ ਬਚਪਨ? ਕਿਤੇ ਕਿਸ ਇੱਕ ਸਰਟਨ ਏਜ ਤੱਕ ਆਫ ਕੋਰਸ ਡਰ ਰਿਹਾ ਜੀ, ਔਰ ਆਈ ਥਿੰਕ ਹੋਣਾ ਵੀ ਚਾਹੀਦਾ। ਵੈਨ ਯੂ ਆਰ ਗਰੋਇੰਗ ਅਪ, ਤੁਸੀਂ ਇੱਕ ਆਈ ਥਿੰਕ ਜਦ ਤੁਸੀਂ ਯੰਗ ਹੁੰਦੇ ਹੋ ਤੁਹਾਨੂੰ ਲੱਗਦਾ ਕਿ ਆਈ ਥਿੰਕ ਪਰਸਨਲੀ ਆਈ ਥਿੰਕ ਇਹ ਫਾਦਰ ਦਾ ਡਰ ਹੋਣਾ ਚਾਹੀਦਾ। ਐਜ਼ ਆਈਵ ਗਰੋਨ ਅਪ, ਹੁਣ ਅਸੀਂ ਜੋ ਸਾਡੇ ਨਾਲ ਹੋਇਆ ਪਿਛਲੇ ਕੁਝ ਸਾਲਾਂ 'ਚ, ਭਾਵੇਂ ਜਦੋਂ ਪਾਪਾ ਜਦ ਜੇਲ੍ਹ ਗਏ ਹੋ ਉਸ ਤੋਂ ਬਾਅਦ ਵੀ ਬਿਕਮ ਕਲੋਜ਼ਰ, ਅਸੀਂ ਫਰੈਂਡਸ ਬਣ ਗਏ ਇੱਕ ਤੌਰ ਤੇ। ਉਹ ਬੜਾ ਮੈਨੂੰ ਲੱਗਦਾ ਬੜਾ ਕ੍ਰੂਸ਼ੀਅਲ ਸਮਾਂ ਸੀਗਾ ਫੈਮਿਲੀ ਲਈ ਵੀ ਕਿ ਜਦੋਂ ਜੇਲ੍ਹ ਜਾਣਾ ਪੈ ਗਿਆ। ਉਹ ਸੀਗਾ, ਬਟ ਆਈ ਥਿੰਕ ਮੈਂ ਆਪਣਾ ਫਰਜ਼ ਸਮਝਿਆ ਜੀ। ਮੈਂ ਜਦ ਪਾਪਾ ਜਦ ਜੇਲ੍ਹ ਸੀਗੇ, ਉਹਨਾਂ ਨੇ ਮੈਨੂੰ ਸੱਦਿਆ ਸੀ ਉਸ ਦਿਨ 18 ਸੈਕਟਰ ਈਡੀ ਆਫਿਸ ਵਿੱਚ ਜੀ। ਸੋ ਆਈ ਥਿੰਕ ਇਹਨਾਂ ਨੇ ਵੀ ਤੁਹਾਨੂੰ ਦੱਸਿਆ ਹੋਣਾ, ਫਰਸਟ ਥਿੰਗ ਇਹਨਾਂ ਨੇ ਮੈਨੂੰ ਕਿਹਾ ਕਿ ਮੈਂ ਤਾਂ ਡਰਨਾ ਨਹੀਂ। ਸੋ ਆਫ ਕੋਰਸ ਮੇਰੇ ਵਾਸਤੇ ਪਹਿਲੀ ਵਾਰ ਮੈਂ ਆਪਣੀ ਜ਼ਿੰਦਗੀ 'ਚ ਦੇਖਿਆ ਸੀ, ਮੈਂ ਥੋੜਾ ਸ਼ੌਕ ਸੀਗਾ, ਘਬਰਾਇਆ ਵੀ ਹੋਇਆ ਸੀ। ਬਟ ਫਿਰ ਮੈਂ ਹੌਲੀ ਹੌਲੀ ਰਿਅਲਾਈਜ਼ ਕੀਤਾ ਕਿ ਜਿੱਦਾਂ ਇਹਨਾਂ ਨੇ ਲੜਾਈਆਂ ਲੜੀਆਂ ਲੋਕਾਂ ਦੀਆਂ ਜਾ ਕੇ, ਭਾਵੇਂ ਯੂਆਪਾ ਦੀ ਹੋਏ ਜਾਂ ਕਿਸੇ ਵੀ ਲੈਵਲ ਤੇ ਹੋਏ, ਪਾਣੀਆਂ ਦੀ ਲੜਾਈ ਹੋਏ, ਇਹਨਾਂ ਨੇ ਆਪਣਾ ਫਰਜ਼ ਅਦਾ ਕੀਤਾ। ਸੋ ਮੈਂ ਸਮਝਦਾ ਸੀ ਕਿ ਮੇਰਾ ਟਾਈਮ ਹੈ, ਮੇਰੀ ਡਿਊਟੀ ਹੈ ਕਿ ਇਹਨਾਂ ਦੇ ਵਾਸਤੇ ਲੜਾਈ ਲੜਨੀ, ਔਰ ਪਰਮਾਤਮਾ ਨੇ ਪਾਰ ਲਾਇਆ ਜੀ। ਖੈਰ ਸਾਹਿਬ, ਬੜਾ ਇਮੋਸ਼ਨਲ ਮੈਨੂੰ ਲੱਗਦਾ ਕਿ ਇਹ ਮੂਮੈਂਟ ਸੀਗਾ ਕਿ ਜਿਹੜੀਆਂ ਗੱਲਾਂ ਤੁਹਾਡੇ ਫਾਦਰ ਤੁਹਾਨੂੰ ਕਹਿੰਦੇ ਸੀ ਕਦੇ ਕਿ ਜੇਲ੍ਹ ਦੇ ਵਿੱਚ ਜਾਂ ਤੁਸੀਂ ਮਿਲਣ ਲੱਗੇ ਕਿ ਪੁੱਤ ਡਰਨਾ ਨਹੀਂ, ਉਹੀ ਗੱਲ ਤੁਹਾਨੂੰ ਕਹਿਣੀ ਪਈ ਉਸ ਵੇਲੇ। ਉਹ ਫਿਰ ਮੈਂ ਤੁਹਾਨੂੰ ਇਹੀ ਕਹਿਣਾ ਕਿ ਜਿੱਦਾਂ ਦਾ ਤੁਹਾਡੇ ਘਰ 'ਚ ਮਾਹੌਲ ਹੁੰਦਾ ਵਾ, ਜਿੱਦਾਂ ਦੇ ਤੁਹਾਡੇ ਚੰਗੇ ਸੰਸਕਾਰ ਹੁੰਦੇ ਨੇ, ਉਹ ਆਟੋਮੈਟਿਕਲੀ ਟਰਾਂਸਫਰ ਹੁੰਦੇ ਨੇ, ਕਹਿਣ ਦੀ ਲੋੜ ਨਹੀਂ ਹੁੰਦੀ। ਜਿੱਦਾਂ ਸਾਡੇ ਨੈਣ ਨਕਸ਼ ਨੇ, ਜਿੱਦਾਂ ਆਵਾਜ਼ ਆ, ਜਾਂ ਜਿੱਦਾਂ ਆਪਾਂ ਕਹਿੰਦੇ ਕਿ ਜੈਨੇਟਿਕਲੀ ਬਹੁਤ ਕੁਝ ਟਰਾਂਸਫਰ ਹੁੰਦਾ, ਸਿਮਿਲਰਲੀ ਸੰਸਕਾਰ ਵੀ ਜਨਰੇਸ਼ਨ ਬਾਏ ਜਨਰੇਸ਼ਨ ਅੱਛੇ ਸੰਸਕਾਰ ਜਿਹੜੇ ਨੇ ਉਹ ਆਪਣੇ ਆਪ ਟਰੈਵਲ ਹੁੰਦੇ ਨੇ। ਸੋ ਜੋ ਮੈਨੂੰ ਮੇਰੇ ਪਿਤਾ ਜੀ ਨੇ ਕਿਹਾ, ਜੋ ਕੁਛ ਮੈਂ ਹੋ ਸਕਦਾ ਮੈਂ ਉਹਨਾਂ ਨੂੰ ਕਈ ਗੱਲਾਂ ਉਹਨਾਂ ਨੇ ਕਿਹਾ ਨਹੀਂ, ਲੇਕਿਨ ਮੈਂ ਉਹਨਾਂ ਨੂੰ ਵਾਚ ਕੀਤਾ। ਸਿਮਿਲਰਲੀ ਜੋ ਕੁਛ ਮੈਂ ਕੀਤਾ ਉਹ ਮਹਿਤਾਬ ਨੇ ਬਚਪਨ ਤੋਂ ਹੀ ਮੈਨੂੰ ਵਾਚ ਕੀਤਾ। ਹਾਲਾਂਕਿ ਇਹ ਵੀ ਹੋਸਟਲ 'ਚ ਪੜ੍ਹਿਆ, ਇਹ ਵੀ ਉਸੇ ਸਕੂਲ 'ਚ ਹੀ ਗਿਆ ਜਿੱਥੇ ਮੈਂ ਗਿਆ ਸੀਗਾ, ਪਰ ਆਫਟਰ ਹਿਸ ਸਕੂਲ ਉਸ ਤੋਂ ਬਾਅਦ ਲਾਅ ਕੀਤੀ ਇਸਨੇ। ਉਸ ਤੋਂ ਬਾਅਦ ਜੋ ਕੁਛ ਵੀ ਸਾਡੇ ਪੀਰੀਅਡ ਸਟਰਗਲ ਦਾ ਸੀਗਾ, ਜਿੱਦਾਂ ਮਤਲਬ ਇਹ ਚਲੋ ਈਡੀ ਨੇ ਤਾਂ ਅਰੈਸਟ ਕੀਤਾ ਨਾ, ਉਹ ਤੋਂ ਪਹਿਲਾਂ ਮੇਰੇ 'ਤੇ 7 ਮੁਕੱਦਮੇ, ਜਦੋਂ ਮੈਂ ਪਹਿਲੀ ਵਾਰੀ MLA ਬਣਿਆ 2007 ਤੋਂ ਲੈ ਕੇ 12 ਅਕਾਲੀ ਦਲ ਦੀ ਸਰਕਾਰ ਨੇ 7 ਮੁਕੱਦਮੇ ਉਹਨਾਂ ਨੇ ਕੀਤੇ। ਫਿਰ ਮੈਂ ਲੀਡਰ ਆਫ ਆਪੋਜੀਸ਼ਨ ਬਣਿਆ ਜਦੋਂ ਆਮ ਆਦਮੀ ਪਾਰਟੀ ਵੱਲੋਂ, ਮੈਂ ਆਪਣਾ ਸਭ ਕੁਝ ਦਾਅ 'ਤੇ ਲਾਤਾ, ਇਹਨਾਂ ਵਾਸਤੇ ਲਾਇਆ ਸੀ ਪਾਰਟੀ ਲਈ। ਉਹਦੇ ਹੁੰਦਿਆਂ ਮੇਰੇ 'ਤੇ ਇੱਕ ਡਰੱਗਸ ਦਾ ਬੜਾ ਸੀਰੀਅਸ ਕੇਸ ਫਾਜ਼ਿਲਕਾ 'ਚ ਘੜ ਦਿੱਤਾ ਗਿਆ। ਉਹ ਸਾਰਾ ਮਹਿਤਾਬ ਹੁਣਾਂ ਨੇ, ਅਸੀਂ ਸਾਰਿਆਂ ਨੇ ਮਿਲ ਕੇ ਉਹ ਲੜਿਆ ਸੁਪਰੀਮ ਕੋਰਟ ਤੱਕ। ਔਰ ਉਸ ਤੋਂ ਬਾਅਦ ਜਿਹੜਾ ਈਡੀ ਨੇ ਵੀ ਕੇਸ ਚੱਕਿਆ, ਉਹਨਾਂ ਨੇ ਸ਼ਡਿਊਲਡ ਅਫੈਂਸ ਜਿਹੜਾ ਕੇਸ ਸੀ ਉਹ ਫਾਜ਼ਿਲਕਾ ਦਾ ਹੀ ਚੱਕਿਆ।
ਤੋ ਉਸ ਤੋਂ ਬਾਅਦ ਜੋ ਈਡੀ ਨੇ ਮੇਰੇ ਨਾਲ ਹੋਇਆ, ਜੋ ਕੀਤਾ, ਜੋ ਅਰੈਸਟ ਕੀਤਾ, ਉਹ ਸਾਰਾ ਕੁਝ ਇਹਦੇ ਸਾਹਮਣੇ ਇੱਕ ਜਿੱਦਾਂ ਕਹਿੰਦੇ ਫਿਲਮ ਦੀ ਤਰ੍ਹਾਂ ਚੱਲ ਰਿਹਾ ਸੀਗਾ। ਸੋ ਬਟ ਉਹਦੇ ਪਿੱਛੇ ਅਗੇਨ ਗੱਲ ਆ ਜਾਂਦੀ ਕਿ ਬਿਕੋਜ਼ ਹੀ ਹੈਡ ਦੈਟ ਸਟਰੈਂਥ ਜਿਹੜੀ ਇਹਦੇ ਦਾਦਾ ਜੀ ਨੇ ਮੈਨੂੰ ਟ੍ਰਾਂਸਫਰ ਕੀਤੀ, ਮੇਰੇ ਵੱਲੋਂ ਇਹਨੂੰ ਆਟੋਮੈਟਿਕਲੀ ਟ੍ਰਾਂਸਫਰ ਹੋਈ। ਸੋ ਇਸ ਕਰਕੇ ਉਹ ਸਾਰਾ ਜਿਹੜਾ ਵਕਤ ਸੀਗਾ ਅਸੀਂ ਕੀਤਾ। ਔਰ ਹੁਣ ਸੁਪਰੀਮ ਕੋਰਟ ਨੇ, ਬਿਕੋਜ਼ ਇਹ ਕਾਫੀ ਫੋਲੋ ਅਪ ਕਰਦਾ ਸਾਰੇ ਮੇਰੇ ਕੇਸਿਸ, ਤੇ ਸੁਪਰੀਮ ਕੋਰਟ ਨੇ ਸਾਡੇ ਮੁਕੰਮਲ ਟੋਟਲ ਸਾਰੀ ਗੱਲ ਦੀ ਬਹਿਸ ਸੁਣ ਲਈ ਆ। ਅਸੀਂ ਵਾਹਿਗੁਰੂ ਤੋਂ ਮੈਨੂੰ ਪੂਰਨ ਉਮੀਦ ਆ ਕਿ ਅਸੀਂ ਬਾਇਜ਼ਤ ਸਾਰੀਆਂ ਗੱਲਾਂ 'ਚੋਂ ਬਿਲਕੁਲ ਬਿਨਾਂ ਕਿਸੇ ਦਾਗ ਤੋਂ ਬਾਹਰ ਆਵਾਂਗੇ। ਔਰ ਜਦੋਂ ਸੁਪਰੀਮ ਕੋਰਟ ਦੇ ਫੈਸਲੇ ਸਾਡੇ ਆ ਜਾਣਗੇ, ਉਦੋਂ ਈਡੀ ਵਗੈਰਾ ਦੇ ਕੇਸ ਸਾਰੇ ਆਪੇ ਕੋਲੈਪਸ ਹੋ ਜਾਣੇ। ਹੁਣ ਤਾਂ ਮੇਰਾ ਪਾਸਪੋਰਟ ਵੀ ਅਦਾਲਤ ਵਿੱਚ ਹੈ, ਸੋ ਸਾਰਾ ਕੁਝ ਮਿਲ ਜਾਣਾ ਵਾ, ਬਿਕੋਜ਼ ਆਈ ਹੈਵ ਡਨ ਨਥਿੰਗ ਰੋਂਗ। ਮੇਰੀ ਇੱਕ ਤਾਂ ਹੁੰਦਾ ਨਾ ਜਿਹੜੇ ਕਰਪਟ ਬੰਦੇ ਹੁੰਦੇ ਨੇ, ਤੁਸੀਂ ਦੇਖੋਗੇ ਜਦੋਂ ਉਹਨਾਂ ਨੂੰ ਫੜਿਆ ਜਾਂਦਾ ਬੋਲਦੇ ਨੇਗੇ, ਲੁਕ ਜਾਂਦੇ ਨੇ, ਉਹ ਕਦੀ ਮੀਡੀਆ 'ਚ ਨਹੀਂ ਆਣ ਕੇ ਬੋਲਦੇ। ਅਸੀਂ ਇੱਕ ਇੱਕ ਗੱਲ ਨੂੰ ਨਕਾਰਿਆ ਆਣ ਕੇ, ਕਿਉਂਕਿ ਮੈਨੂੰ ਪਤਾ ਵਾ ਕਿ ਮੈਂ ਬੇਗੁਨਾਹ ਵਾਂ। ਔਰ ਮੈਨੂੰ ਲੱਗਦਾ ਵਾ ਕਿ ਸਾਡੇ ਦੇਸ਼ ਦੀ ਅਦਾਲਤ ਵੀ ਕੋਈ ਇਸ ਲੈਵਲ ਤੱਕ ਤਾਂ ਥੋੜ੍ਹਾ ਜਾਊਗੀ ਕਿ ਬੇਗੁਨਾਹ ਬੰਦੇ ਨੂੰ ਫੜ ਕੇ ਅੰਦਰ ਦੇ ਦੇਣਗੇ। ਸੋ ਕੁਛ ਨਹੀਂ ਹੋਣ ਲੱਗਿਆ। ਔਰ ਇਹ ਜਿਹੜੇ ਸਗੋਂ ਇਮਤਿਹਾਨ ਹੁੰਦੇ ਜ਼ਿੰਦਗੀ ਦੇ, ਇਹ ਤੁਹਾਨੂੰ ਹੋਰ ਮਜ਼ਬੂਤ ਕਰਦੇ ਨੇ। ਸੋ ਜਿਹੜੇ ਮੇਰੇ ਪਿਤਾ ਜੀ ਨਾਲ ਜੋ ਕੁਛ ਵਾਪਰਿਆ, ਮਤਲਬ 70 ਤੇ 80 ਦੇ ਦਹਾਕੇ ਵਿੱਚ, ਉਹਨੇ ਮੈਨੂੰ ਮੈਂਟਲ ਸਟਰੈਂਥ ਦਿੱਤੀ, ਸਟਰੋਂਗ ਕੀਤਾ। ਜੋ ਕੁਛ ਮੇਰੇ ਨਾਲ ਪਿਛਲੇ 20-25 ਸਾਲ ਤੋਂ ਵਾਪਰਿਆ, ਉਹਨੇ ਮਹਿਤਾਬ ਨੂੰ ਸਟਰੈਂਥ ਦਿੱਤੀ। ਮਹਿਤਾਬ ਇੱਕ ਬੜੀ ਅਹਿਮ ਚੀਜ਼ ਅਸੀਂ ਜਦੋਂ ਵੀ ਦੇਖਦੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ, ਬੜੇ ਸੂਟਡ ਬੂਟਡ ਰਹਿੰਦੇ ਨੇ, ਕੱਪੜਿਆਂ ਨੂੰ ਬੜਾ ਸ਼ੌਂਕ ਹੈਗਾ ਇਹਨਾਂ ਨੂੰ ਲੱਗਦਾ। ਇਹ ਹੋਰ ਕਿਹੜੇ ਸ਼ੌਂਕ ਆ ਜਿਹੜੇ ਤੁਹਾਨੂੰ ਪਤਾ ਹੈਗੇ ਕਿ ਹਾਂ ਵੀ ਫਾਦਰ ਸਾਹਿਬ ਨੂੰ ਆਲੇ ਸ਼ੌਂਕ ਹੈਗੇ ਨੇ? ਫਿਟਨੈਸ ਮੈਂ ਤੁਹਾਨੂੰ ਦੱਸਿਆ ਜੀ, ਇਹਨਾਂ ਨੇ ਆਪ ਹੀ ਦੱਸਿਆ। ਤੁਸੀਂ ਅੱਜ ਜੇ ਦੇਖੋਗੇ ਮੇਰਾ ਦਾ weight ਮੇਰੇ ਤੋਂ 2-3 ਕਿਲੋ ਘੱਟ ਹੀ ਹੋਊਗਾ, ਬਿਕੋਜ਼ ਇਹ ਰਿਲੀਜੀਅਸਲੀ ਆਪਣੀ ਰੂਟੀਨ ਔਰ ਆਪਣੀ ਵਰਕਆਊਟ ਨੂੰ ਬਹੁਤ ਫੋਲੋ ਕਰਦੇ ਜੀ। ਬਹੁਤ ਅੱਛੇ ਕੱਪੜੇ ਆਈ ਥਿੰਕ ਸਾਨੂੰ ਸਾਰਿਆਂ ਨੂੰ ਹੈ ਜੀ। ਉਹ ਮੇਰੇ ਡੈਡ ਤੋਂ ਸੀਗਾ, ਉਹਨਾਂ ਦੀ ਬਹੁਤ ਡਰੈਸ ਸੈਂਸ ਬਹੁਤ ਅੱਛੀ ਸੀਗੀ। ਔਰ ਮੈਂ ਜਿੱਦਾਂ ਕਿਹਾ ਕਿ ਫਲੋਇੰਗ ਬੀਅਰਡ ਬਹੁਤ ਘੱਟ ਸੂਟ ਕਰਦੀ, ਕਿਤੇ ਫੋਟੋ ਦਿਖਾਏ ਕੈਮਰੇ ਦਾ ਉਹਨਾਂ ਦੇ ਨਾਲ ਡਬਲ ਬ੍ਰੈਸਟਡ ਸੂਟ ਚੱਲਦੇ ਸੀਗੇ। ਉਹਨਾਂ ਦੇ ਇੱਕ ਜਲੰਧਰ ਟੇਲਰ ਸੀ, ਬਲੂ ਸਟਾਰ ਟੇਲਰਸ, ਹੁਣ ਤਾਂ ਹਲੇ ਵੀ ਹੈਗੇ ਨੇ ਸ਼ਾਇਦ। ਉਹ ਹਰ ਵਿੰਟਰਸ ਉਹਨਾਂ ਨੇ 2-3 ਨਵੇਂ ਅੱਛੇ ਸੂਟ ਐਚਕਨ ਪਾਉਂਦੇ ਸੀ, ਬਹੁਤ ਅੱਛੀ। ਅਤੇ ਉਹ ਫਿਰ ਡਰੈਸਿੰਗ ਸੈਂਸ ਕਹਿ ਲਓ ਜਾਂ ਕੱਪੜਿਆਂ ਦੇ ਸ਼ੌਕੀਨ, ਜਿਹੜੀ ਉਹਨਾਂ ਦੀ ਆਪਣੀ ਕਾਰ ਸੀ ਉਹਨੂੰ ਬਹੁਤ ਅੱਛੀ ਤਰ੍ਹਾਂ ਮੇਨਟੇਨ ਕਰਦੇ ਸੀ, ਮਤਲਬ ਉਹਨੂੰ ਬਹੁਤ ਸਾਫ਼ ਸੁਥਰਾ ਰੱਖਦੇ ਸੀਗੇ। ਇਹ ਸਾਰੀਆਂ ਚੰਗੀਆਂ ਗੱਲਾਂ, ਜਿੱਦਾਂ ਮੈਂ ਕਿਹਾ ਕਿ ਆਪਣੇ ਪੇਰੈਂਟਸ ਤੋਂ ਬੰਦਾ ਸਿੱਖਦਾ ਵਾ, ਅਤੇ ਉਹੀ ਕੁਛ ਨਾ ਕੁਛ ਟੂ ਸਮ ਐਕਸਟੈਂਟ ਡਰੈਸ ਸੈਂਸ ਜਿਹੜੀ ਆ ਉਹ ਮੇਰੇ 'ਚ ਇਨਕਲਕੇਟ ਹੋਈ, ਉਹ ਮੇਰੇ ਤੋਂ ਅੱਗੇ ਇਹਨਾਂ 'ਚ ਟ੍ਰਾਂਸਫਰ ਹੋ ਜਾਣੀ, ਇੱਦਾਂ ਚੱਲੀ ਜਾਂਦਾ ਕੰਮ। ਮਹਿਤਾਬ ਤੁਹਾਡਾ ਜੇ ਅਸੀਂ ਗੱਲ ਕਰੀਏ, ਤੁਸੀਂ ਵਕਾਲਤ ਵਾਲੇ ਪਾਸੇ ਪ੍ਰੈਕਟਿਸ ਕਰ ਰਹੇ ਹੋ, ਕਿ ਭਵਿੱਖ ਦੇ ਵਿੱਚ ਹੈਗਾ ਕਿ ਜਿੱਧਰਲੇ ਪਾਸੇ ਫਾਦਰ, ਕਿਉਂਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਗੱਲ ਕਰੀਏ, ਉਹ ਕਹਿੰਦੇ ਕਿ ਮੇਰੇ ਜ਼ਿਹਨ ਦੇ ਵਿੱਚ ਨਹੀਂ ਸੀਗਾ ਇੱਦਾਂ ਦਾ ਕਿ ਮੈਂ ਪੋਲੀਟਿਕਸ ਵਾਲੇ ਪਾਸੇ ਵੀ ਜਾਣਾ, ਪਰ ਹਾਲਾਤ ਇੱਦਾਂ ਦੇ ਬਣੇ ਕਿ ਜਾਣਾ ਪਿਆ। ਪਰਸਨਲੀ ਹਜੇ ਫਿਲਹਾਲ ਐਜ਼ ਆਫ ਟੁਡੇ ਜੀ ਮੇਰਾ ਬਾਈ ਗॉड्स ਗ੍ਰੇਸ ਪ੍ਰੈਕਟਿਸ ਅੱਛੀ ਚੱਲ ਰਹੀ ਹੈ। ਮੈਂ ਆਪਣਾ ਵੀ ਇੱਕ ਮਾਰਕ ਛੱਡ ਕੇ ਜਾਣਾ ਚਾਹੁੰਦਾ ਜਿਸ ਵੀ ਫੀਲਡ ਵਿੱਚ ਮੈਂ ਕੰਮ ਕਰਾਂ। ਬਾਕੀ ਅੱਗੇ ਜੋ ਜ਼ਿੰਦਗੀ 'ਚ ਲਿਖਿਆ, ਤਕਦੀਰ ਨੇ ਜੋ ਲਿਖਿਆ, ਉਹ ਤਾਂ ਹੋਣਾ ਹੀ ਹੈ। ਵੈਸੇ ਮਹਿਤਾਬ ਦਾ ਜਿਹੜਾ ਪਿੱਛੋਂ ਮੇਰੀ ਗੈਰ ਹਾਜ਼ਰੀ 'ਚ ਜੋ ਇਹਨੇ ਰੋਲ ਅਦਾ ਕੀਤਾ, ਉਹਦਾ ਕਾਫੀ ਦੂਰ ਦਰਾਡੇ ਤੱਕ ਲੋਕਾਂ ਦੇ ਵਿੱਚ ਐਪਰੀਸੀਏਸ਼ਨ ਹੈਗੀ ਹੈ। ਔਰ ਮੈਂ ਕੋਈ ਹੰਕਾਰ ਨਾ ਸਮਝੋ, ਨਾ ਕੋਈ ਇਹਦੇ 'ਚ ਸਮਝੋ ਕੋਈ ਮੈਂ ਕਿਸੇ ਦੀ ਕੋਈ ਕਰ ਰਿਹਾ ਗੱਲ ਵਧਾ ਕੇ, ਲੇਕਿਨ ਕਾਫੀ ਹੱਦ ਤੱਕ ਅੱਜ ਦੇ ਪੋਲੀਟੀਕਲ ਲੀਡਰਸ਼ਿਪ ਦੇ ਵਿੱਚੋਂ ਵੀ ਜਿਹੜੇ ਉੱਭਰਦੇ ਲੀਡਰਸ ਨੇ, ਉਹਨਾਂ ਵਿੱਚੋਂ ਕਾਫੀਆਂ ਨਾਲੋਂ ਜ਼ਿਆਦਾ ਪਹਿਚਾਣ ਅੱਜ ਪੰਜਾਬ ਦੇ ਲੋਕਾਂ ਨੂੰ ਵੈਸੇ ਇਹਦੀ ਹੈਗੀ ਹੈ। ਹਾਲਾਂਕਿ ਬਿਲਕੁਲ ਹੀ ਇਜ਼ ਇਨ ਦਾ ਬੈਕਗਰਾਊਂਡ, ਮੇਰੇ ਕੇਸ ਲੜ ਰਹੇ, ਮੇਰੀ ਗੈਰ ਹਾਜ਼ਰੀ 'ਚ ਮੂਹਰੇ ਆ ਗਏ ਕੈਮਰੇ 'ਤੇ। ਅਦਰਵਾਈਜ਼ ਤੁਸੀਂ ਦੇਖੋਗੇ ਜਦੋਂ ਦਾ ਮੈਂ ਬਾਹਰ ਆਇਆ ਉਦੋਂ ਤੋਂ ਮਹਿਤਾਬ ਕੈਮਰੇ 'ਤੇ ਨਹੀਂ ਹੈਗਾ। ਸੋ ਬੇਸਿਕਲੀ ਸਾਰਾ ਕਹਾਣੀ ਕੁੱਲ ਮਿਲਾ ਕੇ ਆ ਵੀ ਆਪਣਾ ਜ਼ਿੰਦਗੀ 'ਚ ਕੰਮ ਠੀਕ ਕਰੋ, ਅਤੇ ਫਿਰ ਉਹਦਾ ਨਤੀਜਾ ਅਵਸ਼ ਠੀਕ ਮਿਲੇਗਾ। ਆਖਰੀ ਸਵਾਲ ਖਹਿਰਾ ਸਾਹਿਬ, ਜ਼ਿੰਦਗੀ ਨੇ ਬਹੁਤ ਉਤਾਰ ਚੜ੍ਹਾਅ ਜਿਹੜੇ ਆ ਤੁਹਾਨੂੰ ਦਿਖਾਏ ਹੈਗੇ ਨੇ, ਭਵਿੱਖ ਦੇ ਵਿੱਚ ਹੁਣ ਕੀ ਕੁਝ ਕਰਨਾ ਹੈਗਾ, ਕਿਸ ਤਰੀਕੇ ਨਾਲ ਚੱਲਣਾ ਹੈਗਾ, ਰਣਨੀਤੀ ਘੜੀਏ ਜਾਂ? ਮੈਂ ਨਾ ਕਦੀ ਤਾਂ ਪਲਾਨ ਨਹੀਂ ਕੀਤੀ ਸੀ, ਕਿਉਂਕਿ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਸਾਡੇ ਵਾਸਤੇ ਕੋਈ ਪੋਲੀਟਿਕਸ ਕੋਈ ਵਪਾਰ ਤਾਂ ਹੈ ਨਹੀਂਗਾ, ਨਾ ਮੈਂ ਕਦੀ ਕਿਸੇ ਦੀ ਖੁਸ਼ਾਮਦ ਕੀਤੀ। ਠੀਕ ਹੈ, ਰਿਸਪੈਕਟ ਕਰਦੇ ਹਾਂ, ਨਾ ਸਾਡੇ ਕੋਲ ਪੈਸਾ ਵਾ ਕਿ ਅਸੀਂ ਪੈਸਾ ਚਾੜ੍ਹ ਕੇ ਪੌੜੀਆਂ ਚੜ੍ਹ ਜਾਈਏ। ਸਾਡਾ ਤਾਂ ਰਾਹ ਉਹੀ ਸਿੱਧਾ ਪੱਧਰਾ ਹੈਗਾ ਵਾ ਕਿ ਆਪਣਾ ਕੰਮ ਕਰੋ, ਇਮਾਨਦਾਰੀ ਨਾਲ ਕਰੋ, ਨਿਡਰਤਾ ਨਾ ਕਰੋ, ਸੱਚਾਈ ਨਾ ਕਰੋ, ਔਰ ਉਹਦਾ ਫਲ ਜਿਹੜਾ ਹੈ ਉਹ ਜ਼ਰੂਰ ਮਿਲੇਗਾ। ਖੈਰ ਸਾਹਿਬ, ਸਿਆਸਤ ਜੇ ਬਹੁਤ ਰੁਤਬਾ ਦਿੰਦੀ ਹੈ, ਨਾਲ ਦੁਸ਼ਮਣ ਵੀ ਦੇ ਦਿੰਦੀ ਹੈ, ਦੁਸ਼ਮਣ ਵੀ ਦਿੱਤੇ ਨੇ, ਉਹ ਤਾਂ ਚੰਗੀ ਗੱਲ ਹੈ, ਕੋਈ ਗੱਲ ਨਹੀਂ। ਚੌਧਰੀ ਦੇਵੀ ਲਾਲ ਨਾਲ ਨਾ ਇੱਕ ਵਾਰੀ ਮੈਂ ਮਿਲਿਆ ਆਪਣੇ ਪਿਤਾ ਜੀ ਨਾਲ, ਮੈਨੂੰ ਯਾਦ ਹੈ ਜਦੋਂ ਉਹਨੂੰ ਡਿਪਟੀ ਪ੍ਰਾਈਮ ਮਿਨਿਸਟਰ ਤੋਂ ਹਟਾਇਆ, ਉਹਨਾਂ ਦਾ ਦਿੱਲੀ ਘਰ ਉਹਨਾਂ ਨੇ ਸਾਨੂੰ ਸੱਦਿਆ ਸੀਗਾ, ਬਹੁਤ ਵੱਡਾ ਇਕੱਠ ਕੀਤਾ ਸੀ ਬੋਟ ਕਲੱਬ 'ਤੇ। ਦਿਸ ਇਜ਼ ਐਗਜ਼ੈਕਟਲੀ, ਇਫ ਆਮ ਨਾਟ ਰੋਂਗ, 89-90 ਮੈਂ ਨਾਲ ਗਿਆ ਸੀ ਆਪਣੇ ਪਿਤਾ ਜੀ ਤੋਂ। ਵੱਡੇ ਵੱਡੇ ਮੰਜਿਆਂ ਦੇ ਬਾਹਰ ਬੈਠੇ ਸੀ ਜਿੱਦਾਂ ਜਾਟ ਬਹਿੰਦੇ ਹੁੰਦੇ ਨੇ, ਅਤੇ ਗੱਲਾਂ ਉੱਥੇ ਚੱਲਦੇ ਚੱਲਦੇ ਇਹੀ ਗੱਲ ਉਹਨਾਂ ਨੇ ਆਪ ਸੁਣਾਈ
ਉਹ ਕਹਿੰਦੇ ਕਿ ਸਰਦਾਰ ਜੀ, ਮੇਰੇ ਪਿਤਾ ਜੀ ਦੇ ਅੱਛੇ ਤਾਲੁਕਾਤ ਸੀ, ਕਹਿੰਦੇ ਸਰਦਾਰ ਸਾਹਿਬ ਜਿਹੜੇ ਬੰਦੇ ਦੇ ਦੁਸ਼ਮਣ ਨਹੀਂ ਗਏ ਇਹਦਾ ਮਤਲਬ ਬੰਦਾ ਨਪੁੰਸਕ ਹੈ, ਉਹਦੇ ਪੱਲੇ ਕੱਖ ਨਹੀਂਗਾ। ਦੁਸ਼ਮਣ ਉਹਦੇ ਹੋਣਗੇ ਜਿਹੜਾ ਬੰਦਾ ਧਾਕੜ ਹੈ, ਜਿਹੜਾ ਬੰਦਾ ਆਣ ਕੇ ਮੂਹਰੇ ਲੜਦਾ ਖੜਦਾ ਕਰਦਾ। ਸੋ ਇਸ ਕਰਕੇ ਬਹੁਤ ਸਾਰੇ ਦੁਸ਼ਮਣ ਵੀ ਹੋਣਗੇ, ਲੇਕਿਨ ਉਹਨਾਂ ਨਾਲੋਂ ਕਈ ਗੁਣਾ ਜ਼ਿਆਦਾ ਨਫਰੀ ਬਹੁਤ ਜ਼ਿਆਦਾ। ਮਤਲਬ ਮੇਰੇ ਕੰਮ ਦੀ ਐਪਰੀਸੀਏਸ਼ਨ ਵਰਲਡ ਵਾਈਡ ਹੋਈ ਹੈ। ਸੋ ਮੈਂ ਕਹਿ ਸਕਦਾ ਕਿ ਜੇ ਤੁਸੀਂ ਕੰਮ ਮੇਰੇ ਵਾਂਗੂ ਠੀਕ ਰਾਹ 'ਤੇ ਚੱਲੋਗੇ, ਤੁਹਾਨੂੰ ਆਪੇ ਹੀ ਦੁਨੀਆ ਚੱਕ ਲੈਂਦੀ ਹੱਥਾਂ 'ਤੇ। ਫਿਰ ਹੰਕਾਰ ਨਾ ਸਮਝੋ, ਜਿੰਨਾ ਵਰਲਡ ਦੇ ਵਿੱਚ NRI ਬੈਠਾ ਇਸ ਵੇਲੇ, ਜਿਹੜੇ ਅਸਲ ਕਨੈਕਟਡ ਨੇ ਪੰਜਾਬ ਦੇ ਨਾਲ, ਅਗਰ ਪੰਜਾਬ ਦੇ ਵਿੱਚ 1 2 3 ਲੀਡਰ ਨੂੰ ਉਹਨਾਂ ਦੇ ਚਹੇਤੇ ਹੋਣਗੇ ਜਿਹਨਾਂ ਨੂੰ ਪਸੰਦ ਕਰਦੇ ਨੇ, ਉਹਨਾਂ ਵਿੱਚ ਮੇਰਾ ਨਾਮ ਸ਼ੁਮਾਰ ਹੈ। ਔਰ ਮੇਰੀ ਇਲੈਕਸ਼ਨਾਂ, ਮੈਂ ਫਿਰ ਕੈਮਰੇ 'ਤੇ ਕਹਿ ਰਿਹਾ ਕਿ ਮੇਰੀ ਇਲੈਕਸ਼ਨ ਲੋਕੀ ਆਪੇ ਲੜ ਦਿੰਦੇ ਨੇ। ਦੇਖੋ ਏਡੀਆਂ ਮਹਿੰਗੀਆਂ ਇਲੈਕਸ਼ਨਾਂ, ਸਭ ਤੋਂ ਵੱਡੀ ਗੱਲ ਇਹ ਹੁੰਦੀ ਹਾਂ, ਏਡੀਆਂ ਮਹਿੰਗੀਆਂ ਇਲੈਕਸ਼ਨਾਂ ਨੇ, ਲੇਕਿਨ ਲੋਕਾਂ ਨੇ ਲੜ ਦਿੱਤੀਆਂ ਸਾਰੀਆਂ। ਮੈਨੂੰ ਕਦੀ ਆਪਣੇ ਕੋਲੋਂ ਨਾ, ਸਾਡੇ ਕੋਲ ਇੱਦਾਂ ਦੇ ਸਾਧਨ ਹੈ ਕਿ ਅਸੀਂ ਇੰਨੇ ਪੈਸੇ ਖਰਚ ਸਕੀਏ। ਇਹ ਸਾਰੀਆਂ ਲੋਕੀ ਆਪ ਲੜਦੇ ਤੇ ਦੈਟ ਇਜ਼ ਵੈਲਿਊ ਆਫ ਯੋਰ ਵਰਕ। ਖੈਰ ਸਾਹਿਬ, ਅਖੀਰ ਤੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਗੱਲਾਂ ਜਿਹੜੀਆਂ ਅੱਜ ਮੈਨੂੰ ਲੱਗਦਾ ਤੁਸੀਂ ਕੈਮਰੇ 'ਤੇ ਬੋਲੀਆਂ, ਸ਼ਾਇਦ ਇਹ ਬੋਲਣ ਦਾ ਮੌਕਾ ਨਹੀਂ ਮਿਲਦਾ। ਅਕਸਰ ਅਸੀਂ ਦੇਖਦੇ ਤੁਸੀਂ ਬੇਬਾਕੀ ਦੇ ਨਾਲ ਪੋਲੀਟੀਕਲ ਤੌਰ 'ਤੇ ਟਿੱਪਣੀਆਂ ਕਰਦੇ ਹੋ। ਜਦੋਂ ਨਿੱਜੀ ਜ਼ਿੰਦਗੀ ਦੀ ਅਸੀਂ ਗੱਲ ਕਰਦੇ ਤਾਂ ਇੱਦਾਂ ਦੀਆਂ ਗੱਲਾਂ ਬਹੁਤੀਆਂ ਨਹੀਂ ਹੁੰਦੀਆਂ। ਇੱਕ ਬੜੀ ਧਾਰਨਾ ਬਣੀ ਹੋਈ ਆ ਪੋਲੀਟੀਸ਼ੀਅਨਸ ਬਾਰੇ ਕਿ ਇਹ ਕਰਪਟ ਨੇ, ਇਹ ਲੁੱਟਦੇ ਨੇ, ਜਦੋਂ ਇਹਨਾਂ ਨੂੰ ਮੌਕਾ ਮਿਲਦਾ ਉਦੋਂ ਠੱਗੀ ਮਾਰਦੇ ਨੇ। ਮੇਰਾ ਇਹ ਮਕਸਦ ਵੀ ਸੀਗਾ ਕਿ ਇਸ ਪ੍ਰੋਗਰਾਮ ਤਾਂ ਕਰਿਆ ਜਾਵੇ ਕਿ ਤੁਹਾਡੀ ਜ਼ਿੰਦਗੀ ਬਾਰੇ ਵੀ ਪਤਾ ਚੱਲੇ। ਲੱਗਦਾ ਕਿ ਉਹ ਧਾਰਨਾ ਕਿਤੇ ਨਾ ਕਿਤੇ ਕੁਝ ਕੁ ਥਾਂ 'ਤੇ ਸਹੀ ਵੀ ਆ, ਪਰ ਕੁਝ ਥਾਂ 'ਤੇ ਗਲਤ ਵੀ ਹੈਗੀ। ਨਹੀਂ, ਦੇਖੋ, ਪੋਲੀਟੀਕਲ ਲੀਡਰਸ਼ਿਪ ਕਰਪਟ ਹੋਈ ਤਾਂ ਹੀ ਉਹ ਬਦਨਾਮ ਹੋਈ। ਹੁਣ ਫਿਲਮਾਂ 'ਚ ਤੁਸੀਂ ਦੇਖੋਗੇ ਜਿਹੜਾ ਰੋਲ ਮਿਲੂਗਾ, ਉਹ ਇੱਕ ਟੋਪੀ ਪਾਈ ਹੋਊਗੀ ਪੋਲੀਟੀਸ਼ੀਅਨ ਨੂੰ, ਪਾਨ ਮੂੰਹ 'ਚ ਚਬਾਉਂਦਾ ਹੋਊਗਾ, ਸ਼ਰਾਰਤੀ ਜਿਹਾ ਚਿਹਰਾ ਹੋਊਗਾ। ਉਹ ਇੱਕ ਪਰਸੈਪਸ਼ਨ ਬਣੀ ਆ ਲੋਕਾਂ ਦੇ ਵਿੱਚ। ਔਰ 75 ਸਾਲ ਦੀ ਆਜ਼ਾਦ ਹਿੰਦੁਸਤਾਨ ਦੀ ਪੋਲੀਟਿਕਸ ਵਿੱਚ ਉਹ ਪਰਸੈਪਸ਼ਨ ਜਿਹੜੀ ਆ ਉਹ ਤਾਂ ਹੀ ਉਹ ਬਣੀ ਕਿ ਲੀਡਰਸ ਕਰਪਟ ਸੀਗੇ। ਲੇਕਿਨ ਮੈਂ ਇਹ ਨਾਲ ਕਹਿਣਾ ਚਾਹੁੰਦਾ ਕਿ ਬਹੁਤ ਸਾਰੇ ਅੱਛੇ ਲੋਕ ਵੀ ਬੈਠੇ ਨੇ, ਉਹਨਾਂ ਕਰਕੇ ਸਿਸਟਮ ਸਰਵਾਈਵ ਕਰੀ ਜਾਂਦਾ। ਸੋ ਉਹ ਜਿਹੜੇ ਚੰਗੇ ਲੋਕ ਨੇ, ਉਹਨਾਂ ਨੇ ਕਿਤੇ ਨਾ ਕਿਤੇ ਆਪਣਾ ਜਿਹੜਾ ਹੈਗਾ ਵਾ ਉਹ ਸੱਚਾਈ ਦਾ ਅਤੇ ਸਾਫ਼ ਸੁਥਰੀ ਰਾਜਨੀਤੀ ਦਾ ਰਾਹ ਨਹੀਂ ਛੱਡਿਆ। ਲੇਕਿਨ ਇੱਕ ਗੱਲ ਜ਼ਰੂਰ ਹੈਗੀ ਆ ਕਿ ਦੇਰ ਇਜ਼ ਨੋ ਡਾਊਟ। ਔਰ ਮੈਂ ਇੱਕ ਗੱਲ 'ਚ ਐਡ ਕਰਦਾ ਕਿ ਪੋਲੀਟੀਸ਼ੀਅਨ ਤਾਂ ਤੁਹਾਨੂੰ ਕੈਮਰਿਆਂ 'ਤੇ ਦਿਸਦੇ ਨੇ, ਇਲੈਕਸ਼ਨਾਂ ਲੜਦੇ ਨੇ, ਇੰਟਰਵਿਊ ਦਿੰਦੇ ਨੇ, ਰੈਲੀਆਂ ਕਰਦੇ ਨੇ, ਬੋਲਦੇ ਨੇ। ਜਿਹੜੇ ਅਫਸਰ ਨੇ ਇਸ ਦੇਸ਼ ਦੇ, ਅਸਲ ਕਰਪਟ ਉਹ ਨੇ। ਹਾਂ, ਉਹਨਾਂ 'ਚ ਵੀ ਬੜੇ ਅੱਛੇ ਲੋਕ ਹੈਗੇ ਨੇ, ਲੇਕਿਨ ਕਿਉਂਕਿ ਪਰਦੇ ਦੇ ਪਿੱਛੇ ਆ। ਹੁਣ ਆਪਾਂ ਸਾਰਿਆਂ ਨੂੰ, ਅੱਜ ਮੈਂ ਤੁਹਾਨੂੰ ਪੁੱਛ ਲੈਣਾ ਕਿ ਪੰਜਾਬ ਦਾ ਜਿਹੜਾ ਹੈਗਾ ਵਾ ਕੋਈ ਸਾਇੰਸ ਐਂਡ ਟੈਕਨੋਲੋਜੀ ਦਾ ਸੈਕਟਰੀ ਕੌਣ ਹੈ ਪੰਜਾਬ ਦਾ, ਆਪਾਂ ਨੂੰ ਪਤਾ ਹੀ ਨਹੀਂਗਾ। ਇਰੀਗੇਸ਼ਨ ਸੈਕਟਰੀ ਕੌਣ ਹੈ, ਪਤਾ ਹੀ ਨਹੀਂਗਾ। ਫੇਸਲੈਸ ਹੁੰਦੇ ਨੇ। ਐਗਰੀਕਲਚਰ ਸੈਕਟਰੀ ਕੌਣ ਪਤਾ। ਉਹ ਤਾਂ ਪੱਕੇ ਰਹਿਣੇ ਆ, ਅਸੀਂ ਤਾਂ ਫਿਰ ਵੀ ਬਦਲਦੇ ਰਹਿੰਦੇ ਆ। ਜਿਹੜੇ ਸਰਕਾਰਾਂ ਬਣਦੀਆਂ ਉਹ ਤਾਂ 5 ਸਾਲ ਆਏ ਚਲੇ ਗਏ, ਉਹ ਤਾਂ ਪੱਕੇ ਬੈਠੇ 25 30 35 ਸਾਲ ਉਹਨਾਂ ਨੇ ਪੱਕੇ ਰਹਿਣਾ ਵਾ। ਉਹਨਾਂ ਨੇ ਬਹੁਤ ਇਸ ਸਿਸਟਮ ਨੂੰ ਕਰਪਟ ਕੀਤਾ। ਤਾਂ ਕਰਕੇ ਸਾਡੀ ਸਟੇਟ ਦਾ ਲਾਸਟ ਮੈਂ ਇੱਕ ਕਮੈਂਟ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਦੋਂ ਮੈਂ ਆਪਣੇ ਪਿਤਾ ਜੀ ਦੀ ਗੱਲ ਕਰ ਰਿਹਾ ਸੀਗਾ 85 'ਚ, ਮੈਂ ਤੁਹਾਨੂੰ ਫਿਰ ਕਹਿਣਾ ਚਾਹੁੰਦਾ ਕਿ 1985 ਤੱਕ ਪੰਜਾਬ ਰੈਵਨਿਊ ਸਰਪਲਸ ਸਟੇਟ ਸੀ, ਸਾਡੇ 'ਤੇ ਕੋਈ ਕਰਜ਼ਾ ਨਹੀਂ ਸੀ। ਇਹ ਪਿਛਲੇ 35 37 ਸਾਲ ਦੀ ਰਾਜਨੀਤੀ ਜਿਹੜੀ ਉਹਦਾ ਬੇੜਾ ਗਰਕ ਹੋਇਆ ਵਾ। ਅੱਜ ਪੌਣੇ 3 ਲੱਖ ਕਰੋੜ ਦੇ ਕਰਜ਼ਾਈਆਂ ਸੀ। ਸਾਡੇ ਸਕੂਲ ਉੱਡੇ ਪਏ ਨੇ, ਸਾਡੇ ਹਸਪੀਟਲ ਉੱਡੇ ਪਏ ਨੇ। ਮੈਂ ਤੁਹਾਨੂੰ ਉਦੋਂ ਦੱਸ ਦਿੰਦਾ 85 'ਚ ਮੈਂ ਜਦੋਂ ਆਪਣੇ ਮੇਰੇ ਫਾਦਰ ਬਣੇ ਐਜੂਕੇਸ਼ਨ ਮਿਨਿਸਟਰ, ਸਾਡੇ ਸਕੂਲ ਸਰਕਾਰੀ ਬਹੁਤ ਅੱਛੇ ਸੀ। ਸਾਰਾ ਇਲਾਜ ਸਾਡੇ ਪਰਿਵਾਰ ਦਾ, ਮੇਰੇ ਮਦਰ ਫਾਦਰ ਜਲੰਧਰ ਸਰਦਾਰ ਡਾਕਟਰ ਸ਼ਿੰਗਾਰਾ ਸਿੰਘ ਹੁੰਦੇ ਸੀ, ਸਿਵਲ ਸਰਜਨ ਸੀ ਸਰਕਾਰੀ ਹਸਪੀਟਲ 'ਚ, ਉਹਨਾਂ ਤੋਂ ਕਰਾਉਂਦੇ ਸੀ ਸਾਰਾ। ਬਹੁਤੇ ਲੋਕ ਉਦੋਂ ਕਮਰਸ਼ੀਅਲ ਪ੍ਰਾਈਵੇਟ ਹਸਪੀਟਲਸ ਹੈ ਹੀ ਨਹੀਂ ਸੀ ਪੰਜਾਬ ਦੇ ਵਿੱਚ। ਉਹਨਾਂ ਦੇ ਪਰਿਵਾਰਾਂ ਵਰਗਾ ਰਿਸ਼ਤਾ ਬਣ ਜਾਂਦਾ ਸੀ, ਡਾਕਟਰ ਨਾਲ ਇੰਨਾ ਇਤਬਾਰ ਹੁੰਦਾ ਸੀ। ਪੋਸਟਾਂ ਸਾਰੀਆਂ ਭਰੀਆਂ ਹੋਈਆਂ ਸੀ, ਮਤਲਬ ਕੋਈ ਪੋਸਟ ਖਾਲੀ ਨਹੀਂ ਸੀ। ਪਟਵਾਰੀ ਪੂਰੇ ਸੀ, ਤਹਿਸੀਲਦਾਰ ਪੂਰੇ ਸੀਗੇ, ਨੀਚੇ ਪੰਚਾਇਤ ਸੈਕਟਰੀ ਪੂਰੇ ਸੀਗੇ, ਵੈਟਰਨਰੀ ਆਫਿਸਰਸ ਪੂਰੇ ਸੀਗੇ। ਇਹ ਜਿਹੜਾ ਪਿਛਲੇ 35 37 ਸਾਲ ਵਿੱਚ ਜਿਹੜਾ ਨੁਕਸਾਨ ਹੋਇਆ, ਉਹ ਤਾਂ ਹੀ ਹੋਇਆ ਨਾ ਬਿਕੋਜ਼ ਮਾੜੇ ਲੀਡਰਸ ਆ ਗਏ। ਉਹਨਾਂ ਨੂੰ ਆਪਣਾ ਲਾਲਚ ਜ਼ਿਆਦਾ ਪੈ ਗਿਆ, ਉਹਨਾਂ ਨੂੰ ਸਟੇਟ ਦੀ ਪਰਵਾਹ ਨਹੀਂ ਰਹੀ। ਉਹ ਕਾਣ ਹੁੰਦਾ ਅਸੀਂ ਇੱਥੇ ਖੜੇ ਹਾਂ। ਖੈਰ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਸਮਾਂ ਦਿੱਤਾ। ਵੈਲਕਮ। ਬਹੁਤ ਸਾਰੀਆਂ ਗੱਲਾਂ ਹੋਈਆਂ ਜਿਹੜੀਆਂ ਮੈਨੂੰ ਲੱਗਦਾ ਕਿ ਪਹਿਲਾਂ ਨਹੀਂ ਹੋਈਆਂ ਹੋਣੀਆਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਸੋ ਇਸ ਸਾਨੂੰ ਸੁਖਪਾਲ ਸਿੰਘ ਖਹਿਰਾ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਮੁਲਾਕਾਤ ਕੀਤੀ ਹੈ। ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਵੀ ਸਮਝਣ ਦੇ ਵਿੱਚ ਆਈਆਂ ਹੋਣੀਆਂ ਕਿ ਕੀ ਪੜਾਅ ਸੀਗੇ ਜਿਹੜੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਆਏ, ਕਿ ਇਸ ਤਰੀਕੇ ਨਾਲ ਸਿਆਸਤ ਵਾਲੇ ਪਾਸੇ ਝੁਕਾਅ ਹੋਇਆ। ਹਾਲਾਂਕਿ ਸਿਆਸਤ ਦੇ ਵਿੱਚ ਆਉਣ ਦੀ ਮਨਸ਼ਾ ਨਹੀਂ ਸੀ, ਪਰ ਹਾਲਾਤ ਇਦਾਂ ਦੇ ਬਣੇ ਕਿ ਸਿਆਸਤ ਵਾਲੇ ਪਾਸੇ ਆਏ ਤੇ ਹੁਣ ਇੱਕ ਵੱਡਾ ਮੁਕਾਮ ਹਾਸਲ ਕਰ ਚੁੱਕੇ ਨੇ। ਫਿਲਹਾਲ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਕਹੀਆਂ ਨੇ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਫਿਲਹਾਲ ਤੁਹਾਡੇ ਤੋਂ ਅੱਗੇ ਲੈਣੀ ਹੈ। ਬਹੁਤ ਬਹੁਤ ਧੰਨਵਾਦ।